ARP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:27 ਹੋਏ ਹੈ ਤੇ 22 ਮਾਰਚ ਦਾ ਦਿਨ ਹੈ 2021 ਦਾ ਸੋਮਵਾਰ ਹੈ। ਨੌਚੇਤ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਚ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ 'ਚ ਕੁਝ ਖਬਰਾਂ, ਇੱਕ ਦੋ ਖਾਸ ਤੌਰ ਤੇ ਦੋ ਮਾਈਕਲਸ ਦਾ ਜਿਹੜਾ ਚੀਨ ਦੇ ਵਿੱਚ ਪੰਗਾ ਪਿਆ ਹੈ ਤੇ ਜਾਦੀ ਮੌਂਗ ਬੈਨਜੂ ਫੜੀ ਹੈ, ਉਹ 2018 ਦੇ ਬੰਦ ਨੇ। ਕਰਦਾ ਕੋਈ ਆ, ਭਰਦਾ ਕੋਈ ਆ, ਵਿਚਾਰੇ ਲਪੇਟੇ 'ਚ ਲਾਏ ਹੋਏ ਨੇ। ਤੇ ਉੱਥੇ ਨਾਲ ਦੇ ਜਿਹੜੇ ਬੰਦੇ ਜੇਲ੍ਹ 'ਚ ਰਹਿ ਕੇ ਛੁੱਟ ਕੇ ਆਏ ਨੇ, ਉਹਨਾਂ ਨੇ ਦੱਸਿਆ ਵੀ ਕਿਹੜੇ ਹਾਲਤਾਂ ਦੇ ਵਿੱਚ ਨੇ ਬੰਦੇ। ਚੀਨ ਦੀਆਂ ਜੇਲ੍ਹਾਂ ਤੇ ਜਿੱਥੇ ਆਪਣੇ ਲੋਕਾਂ ਦੇ ਉੱਪਰ ਟੈਂਕ ਚਾੜੇ ਜਾਣ, ਉੱਥੋਂ ਬਾਹਰਲੇ ਬੰਦੇ ਉਹਨਾਂ ਦੇ ਕੀ ਲੱਗਦੇ, ਇਹ ਦੇਖਣ ਨੂੰ ਸਾਊ ਜੇ ਲੱਗਦੇ ਆ। ਜਿਹੜੇ ਜੇ ਤੁਸੀਂ ਵਰਲਡ ਵਾਰ ਪਹਿਲੀ ਤੇ ਦੂਜੀ ਦੇ ਵਿੱਚ, ਪਹਿਲੀ ਦੇ ਵਿੱਚ ਜਾਪਾਨ ਦਾ ਜੇ ਜ਼ੁਲਮ ਕਿਤੇ ਪੜੋ ਵੀ ਕੀ ਕਰਦੇ ਆ ਅਗਲੇ। ਤੋ ਇਹ ਹੁਣ ਮਾਈਕਲਸ ਦਾ ਇਸ਼ੂ, ਇਸ ਦੇ ਬਾਰੇ ਗੱਲਬਾਤ ਹੋਏਗੀ। ਦੂਜੇ ਬੰਨੇ ਖੁੱਲੀ ਵਿਚਾਰ ਚਰਚਾ ਹੋਣੀ ਹੈ 1:20 ਤੋਂ ਲੈ ਕੇ। ਉਹ ਹੋਣੀ ਹੈ ਵੀ ਆਪਣੀ ਅਗਲੀ ਪੀੜ੍ਹੀ ਹੈ ਜਿਹੜੀ ਇੱਥੇ ਜੰਮੀ ਪੀੜ੍ਹੀ ਹੈ ਸਾਡੀ, ਉਹਨਾਂ ਦਾ ਪੜ੍ਹਨ ਦਾ ਰੁਝਾਨ ਕੀ ਆ, ਉਚੇਰੀ ਵਿੱਦਿਆ ਬਾਰੇ ਉਹ ਕੀ ਸੋਚਦੇ ਆ। ਯੂਨੀਵਰਸਿਟੀਜ਼ ਜਿਹੜੀਆਂ ਦੁਨੀਆ ਦੇ ਵਿੱਚ ਨੋਨ ਨੇ, ਉਹਨਾਂ ਦਾ ਸਾਨੂੰ ਕੀ ਪਤਾ। ਸਾਡੇ ਜਵਾਕ ਗ੍ਰੇਡ 12 ਤੇ 2 ਸਾਲ ਯੂਨੀਵਰਸਿਟੀ ਦੇ ਜਾਂ ਕਾਲਜ ਦੇ ਲਾ ਕੇ ਫਿਰ ਛੱਡ ਦਿੰਦੇ ਆ। ਫਿਰ ਇੱਧਰ ਉੱਧਰ ਪੈਸਾ ਕਮਾਉਣਾ ਇੱਕ ਗੱਲ ਹੈ, ਉਚੇਰੀ ਵਿੱਦਿਆ ਇੱਕ ਗੱਲ ਹੈ। ਇਸ ਤੇ ਅੱਜ ਫਰਕ ਇਹਦਾ ਤੇ ਤੁਸੀਂ ਸ਼ਾਮਲ ਹੋਣਾ, ਵਾਕਈ ਉਚੇਰੀ ਵਿੱਦਿਆ ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਜਾਂ ਇੱਥੇ ਜਿਵੇਂ ਅਸੀਂ ਆ ਸਾਡਾ ਕੰਮ ਜਵਾਬ ਸਾਂਭ ਲੈਣਾ ਅਗਲਾ, ਇਹ ਜ਼ਰੂਰੀ ਹੈ। 1844 247 1550 1844247155 ਔਨ 에ਅਰ ਨੰਬਰ ਹੈ ਤੇ 604 729 1224 6047291224 WhatsApp ਤੇ ਟੈਕਸਟ ਲਈ ਨੰਬਰ ਹੈ। ਜਿਹੜੇ ਸੀਨਿਆਂ ਵਿੱਚ ਡੱਗਦੇ ਅੰਗਿਆਰੇ ਹੁੰਦੇ ਨੇ, ਹੌਸਲੇ ਬਾਜ਼ ਬਣ ਕੇ ਅੰਬਰ ਚਾੜੇ ਹੁੰਦੇ ਨੇ। ਜਿਹੜੇ ਸੀਨਿਆਂ ਵਿੱਚ ਡੱਗਦੇ ਅੰਗਿਆਰੇ ਹੁੰਦੇ ਨੇ, ਹੌਸਲੇ ਬਾਜ਼ ਬਣ ਕੇ ਅੰਬਰ ਚਾੜੇ ਹੁੰਦੇ ਨੇ। ਯੁੱਗ ਨੂੰ ਪਲਟਾ ਦੇਣ ਵਾਲੇ ਮਰਦਾਂ ਦੇ ਲੇਖੀ ਸੱਸਾ ਟੱਪ ਕੇ ਅੱਗੇ ਮਾਛੂਵਾੜੇ ਹੁੰਦੇ ਨੇ। ਮਾਛੀਵਾੜੇ ਨੂੰ ਸਾਡੇ ਪਿੰਡਾਂ 'ਚ ਮਾਛੂਵਾੜਾ ਕਹਿੰਦੇ। ਸੱਸ ਟੱਪ ਕੇ ਅੱਗੇ ਮਾਛੂਵਾੜੇ ਹੁੰਦੇ ਨੇ। ਹਸਤੀ ਕੌਣ ਮਿਟਾ ਦੂ 10 ਜਜ਼ਬੇ ਦੋ ਧਾਰਿਆਂ ਦੀ, ਸਿਦਕ ਭਰੋਸੇ ਧਾਰ ਜਿਹੜੇ ਸਿਰ ਪਰਖਣ ਆਰਿਆਂ ਦੀ। ਮੌਤ ਜ਼ੁਲਮ ਦੀ ਧੀ ਬਣ ਸੂਹਾ ਜੋੜਾ ਜਦ ਪਾਵੇ, ਜੋਧੇ ਸਿਰ ਕਟਵਾ ਕੇ ਬਣਦੇ ਲਾੜੇ ਹੁੰਦੇ ਨੇ। ਯੁੱਗ ਨੂੰ ਪਲਟਾ ਦੇਣ ਵਾਲੇ ਮਰਦਾਂ ਦੇ ਲੇਖੀ ਸੱਸ ਟੱਪ ਕੇ ਅੱਗੇ ਮਾਛੂਵਾੜੇ ਹੁੰਦੇ ਨੇ। ਸੱਸ ਟੱਪਦੇ ਹੀ ਮਾਛੂਵਾੜੇ ਹੁੰਦੇ ਨੇ। ਸੁਰਿੰਦਰ ਸਿੰਘ ਦਾ ਮਾਜਰਾ ਲਿਖਦਾ ਹੈ, ਸਾਰਿਆਂ ਦਾ ਧੰਨਵਾਦ ਹੈ। ਵੀਕਐਂਡ ਤੇ ਬੜੀਆਂ ਹਿਰਦੇ ਵੇਦਕ ਦੋ ਖਬਰਾਂ ਨੇ। ਇੱਕ ਐਬਸਫੋਰਡ ਦੇ ਵਿੱਚ 60 ਸਾਲਾਂ ਦੇ ਐਬਸਫੋਰਡ ਵਸਨੀਕ ਜੀਵਨ ਸੱਲ ਦਾ ਜਿਹੜਾ ਕਤਲ ਹੋਇਆ, ਆਈ ਹਿੱਟ ਜਾਂਚ ਕਰ ਰਹੀ ਹੈ। ਦੂਜਾ ਜਿਹੜਾ ਰਿਚਮੰਡ ਦੇ ਵਿੱਚ ਇੱਕ ਅੱਗ ਲੱਗੇ ਘਰ ਦੇ ਵਿੱਚੋਂ 2 ਸਰੀਰ ਮਿਲੇ ਸੀ ਪਿਛਲੇ ਹਫ਼ਤੇ। ਉਹ ਦੋਨੇ ਹੀ 25 ਸਾਲਾ ਚੇਤਨ ਤੇ 23 ਸਾਲਾ ਜੋਬਨ ਢੀਂਡਸਾ, ਦੋਨੇ ਸਕੇ ਭਾਈ, 25 ਤੇ 23 ਵਰਿਆਂ ਦੇ ਰਿਚਮੰਡ ਵਸਨੀਕ। ਉਹਨਾਂ ਦੀਆਂ ਲਾਸ਼ਾਂ ਅੱਗ ਲੱਗੇ ਇੱਕ ਘਰ ਚੋਂ ਮਿਲੀਆਂ। ਹੁਣ ਇਹ ਦੋਨੇ ਖਬਰਾਂ ਜਿਹੜੀਆਂ ਜੀਵਨ ਸੱਲ ਉਹਨਾਂ ਦੀਆਂ ਤੇ 2 ਸਕੇ ਭਾਈ 25 ਤੇ 23 ਵਰੇ ਦੇ ਚੇਤਨ ਤੇ ਜੋਬਨ ਢੀਂਡਸਾ। ਜੀਵਨ ਸੱਲ ਉਹਨਾਂ ਦੀ 61 ਵਰਿਆਂ ਦੀ ਉਮਰ ਹੈ, ਮਾਪੇ ਹੋਣਗੇ। ਪਰ ਆਹ ਜਿਹੜੀ ਦੋਨੇ ਢੀਂਡਸਾ ਭਰਾਵਾਂ ਦੀ ਗੱਲ ਹੈ, ਇਨਵੈਸਟੀਗੇਸ਼ਨ ਅੱਗੇ ਚੱਲੂਗੀ, ਪਤਾ ਲੱਗੂਗੀ। ਪਰ ਅਲਾਮਤਾਂ ਜਿਹੜੀਆਂ ਦੱਸਦੀਆਂ ਨੇ, ਉਹ ਜਿਵੇਂ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਫਾਉਲ ਪਲੇ, ਉਹ ਫਾਉਲ ਪਲੇ ਵੱਲ ਨੂੰ ਉਂਗਲ ਹੋ ਰਹੀ। 1 ਮਹੀਨੇ ਦੇ ਵਿੱਚ ਹੀ ਜੇ ਕਤਲਾਂ ਦੀ ਗੱਲ ਵੇਖੀਏ, ਆ ਸਾਲ ਚੜ੍ਹਦੇ ਹੀ ਪਿਛਲੇ ਮਹੀਨਿਆਂ ਦੇ ਵਿੱਚ ਹੋਣਹਾਰ RCMP ਅਫੀਸਰ ਦਾ ਆਪਣੇ ਆਪ ਨੂੰ ਗੋਲੀ ਮਾਰ ਲੈਣਾ, ਛਾੜਾ ਕੁੜੀ ਦਾ,
25-26 ਵਰਿਆਂ ਦੀ ਤੇ ਇੱਕ ਆਲੀਸ਼ਾਨ ਮੂਹਰੇ ਭਵਿੱਖ ਇਹ ਉਹਦੇ ਵਿੱਚ ਵੀ ਉਹਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਸੀ ਹੁਣ ਇਹ ਗੱਲ ਨਿਕਲ ਕੇ ਆਊ ਬਾਹਰ। ਅੱਜ ਇੱਕ ਸਸਕੈਚੂਨ ਦੇ 24 ਸਾਲਾਂ ਦੇ ਮੁੰਡੇ ਦੀ ਜਦੋਂ ਇੱਕ ਗੋਰੇ ਦੇ ਫਾਰਮ 'ਚ ਗਲਤੀ ਨਾਲ ਚੱਲ ਗਿਆ ਬੂਸ਼ੇ ਦੀ ਗੋਲੀ ਮਾਰ ਦਿੱਤੀ ਉਹ ਗੋਲੀ ਮਾਰਤੀ ਮੁੜ ਕੇ ਬੰਦਾ ਵੀ ਨਿਕਲ ਗਿਆ ਜਿਹਨੇ ਗੋਲੀ ਮਾਰੀ ਉਹਦੇ ਤੇ 2nd ਡਿਗਰੀ ਮਰਡਰ ਦੇ ਚਾਰਜਸ ਨੇ ਜਿਹੜੇ ਉਹ ਡ੍ਰੌਪ ਕਰ ਦਿੱਤੇ ਇਸ ਜਿੱਤ ਗਿਆ ਉਹ। ਅੱਜ ਬੂਸ਼ੇ ਦੀ ਮਾਂ ਕਹਿ ਰਹੀ ਆ ਮੈਂ ਨਸਲਵਾਦ ਅਸੀਂ ਕਿਤੇ ਇਹਨਾਂ ਦੀਆਂ ਆਈਲੈਂਡਸ ਤੇ ਜਾ ਕੇ ਵੇਖਿਓ ਜਿੱਥੇ ਰਹਿੰਦੇ ਨੇ ਮੂਲ ਵਾਸੀ ਆਪਾਂ ਨੂੰ ਨਹੀਂ ਪਤਾ ਹੈ ਆਪਾਂ ਤਾਂ ਰਿਜ਼ਰਵ ਇੱਥੇ ਆਲੇ ਦੁਆਲੇ ਦੇਖ ਲੈਣਾ ਚਲਾ ਵੈਕੈਬਸਪੋਰਟ ਅਪ ਨਾਰਥ ਜਿੱਥੇ ਕੋਈ ਸੜਕ ਨਹੀਂ ਜਿੱਥੇ ਕੋਈ ਕਹਾਣੀ ਨਹੀਂ ਜਿੱਥੇ ਕਿਸ਼ਤੀਆਂ ਰਹੀ ਜਾਂਦਾ ਉੱਥੇ ਜਾ ਕੇ ਵੇਖਿਓ ਹਾਲ ਤੇ ਹਸ਼ਰ ਕੀ ਨਸ਼ੇ ਬੁਰੇ ਹਾਲ ਸੈਕਸ਼ੂਅਲ ਐਕਸਪਲੋਇਟੇਸ਼ਨ ਕੁੱਟ ਮਾਰ ਬੰਦੇ ਕੁੜੀਆਂ ਇਸਤਰੀਆਂ ਨੂੰ ਕੁੱਟਦੇ ਨੇ ਮਾਰਦੇ ਕੋਈ ਪੜ੍ਹਾਈ ਨਹੀਂ ਕੋਈ ਕੁਛ ਨਹੀਂ ਨਾ ਉਹ ਆਉਣਾ ਚਾਹੁੰਦੇ ਨੇ ਨਾ ਇਹ ਜਾਣਾ ਚਾਹੁੰਦੇ ਆ ਉਹ ਬੰਦੇ ਨੇ ਜਿਹੜੇ ਮਾਲਕ ਸੀ ਇਸ ਦੇਸ਼ ਮਤਲਬ ਉਹ ਰਹਿੰਦੇ ਸੀ ਇੱਥੇ ਨੇਟਿਵ ਤਾਂ ਹੀ ਕਹਿੰਦੇ ਨੇ ਉਹਨਾਂ ਮੂਲ ਵਾਸੀ ਕਹਿੰਦੇ ਨੇ ਜਦ ਇਹਨਾਂ ਵਪਾਰੀਆਂ ਦੇ ਪਾਣੀ ਦੇ ਕੰਢੇ ਦੀਆਂ ਆ ਕੇ ਸ਼ਿਪ ਲੱਗਣੇ ਸ਼ੁਰੂ ਹੋਏ। ਮੈਨੂੰ ਯਾਦ ਆ ਇੱਕ ਵਾਰ ਜਿਹੜਾ ਆਪਣਾ ਕੈਂਡਲ ਵਿਜਲ ਹੁੰਦਾ 1984 ਦੀ ਯਾਦ ਦੇ ਵਿੱਚ ਨੌਜਵਾਨ ਮੁੰਡੇ ਕਰਾਉਂਦੇ ਹੁੰਦੇ ਸੀ ਆਪਣੇ ਯੂਨੀਵਰਸਿਟੀ ਸਟੂਡੈਂਟ ਉਹ ਇੱਕ ਵਾਰ ਇੱਥੇ ਨਾ ਹੋਇਆ ਆਪਣੇ ਆਰਟ ਗੈਲਰੀ 'ਚ ਨਾ ਹੋਇਆ ਉਹ ਕੈਨੇਡਾ ਪਲੇਸ ਤੋਂ ਥੱਲੇ ਜਾ ਕੇ ਜਿੱਥੇ ਆਪਣੇ ਬਜ਼ੁਰਗਾਂ ਦੀ ਜਗ੍ਹਾ ਬਣਾਈ ਹੋਈ ਹੈ ਕਾਮਾਗਾਟਾ ਮਰੂ ਦੇ ਥੱਲੇ ਜਾ ਕੇ ਬਿਲਕੁਲ ਉਸ ਜਗ੍ਹਾ ਤੇ ਜਿੱਥੇ ਸ਼ਿਪ ਲੱਗਿਆ ਸੀ ਉੱਥੇ ਇੱਕ ਮੂਲ ਵਾਸਣ ਨੇ ਗੱਲ ਕੀਤੀ ਕਹਿੰਦੀ ਇੱਥੇ ਮੇਰਾ ਦਾਦਾ ਖੇਲਦਾ ਹੁੰਦਾ ਸੀ ਉਹਨੇ ਸਟੈਨਲੇ ਪਾਰਕ ਵੱਲੋਂ ਹੱਥ ਕੀਤਾ ਆ ਸਾਡੀ ਧਰਤੀ ਹੁੰਦੀ ਸੀ। ਅਸੀਂ ਖੜੇ ਦੋ ਜਣੇ ਗੱਲਾਂ ਕਰੇ ਮੈਂ ਤੇ ਰਵੀ ਗਰੇਵਾਲ ਸੀ ਮੈਂ ਰਵੀ ਨੂੰ ਕਿਹਾ ਮੈਂ ਕਿਹਾ ਛੋਟੇ ਭਾਈ ਸਾਡੀ ਜਵਾਕ ਵੀ ਕਿਹਾ ਕਰਨਗੇ ਵੀ ਸਾਡੇ ਪੁਰਖੇ ਪੰਜਾਬ ਤੋਂ ਆਏ ਸੀ ਫਿਰ ਇਹਨਾਂ ਨੂੰ ਤੀਜੀ ਪੀੜ੍ਹੀ ਨੂੰ ਉਹਨਾਂ ਨੇ ਗੱਲ ਕਰਨੀ ਸਾਡੇ ਦਾਦੇ ਸਾਡੇ ਪੰਜਾਬ ਤੋਂ ਸੀ ਪਿੰਡ ਨਹੀਂ ਸਾਨੂੰ ਪਤਾ ਪਰ ਹਿੰਦੀ ਬੋਲ ਕੇ ਕਹਿਣਾ ਫਿਜ਼ੀ ਆ ਗਏ ਫਿਜ਼ੀ ਤੋਂ ਉੱਥੇ ਇਸ ਨਾਲ ਵਿਆਹ ਹੋ ਗਿਆ ਉਹਨਾਂ ਦੀ ਪੀੜ੍ਹੀ ਅੱਗੇ ਆ ਕੋਈ ਰਮੇਸ਼ ਕੁਮਾਰ ਬਣ ਗਿਆ ਕੋਈ ਰਮੇਸ਼ ਨਾਗਪਾਲ ਬਣ ਗਿਆ ਰੱਬੇ ਜਾਣਦਾ ਕੌਣ ਕੀ ਬਣ ਗਿਆ। ਇਹ ਜਿਹੜੀ ਅਗਲੀ ਪੀੜ੍ਹੀ ਦੀ ਸਾਡੀ ਬਰਬਾਦੀ ਚੱਲ ਰਹੀ ਹੈ ਇਹਦੇ 'ਚ ਅਸੀਂ ਕੀ ਕਰਾਂਗੇ ਇਹ ਅੱਜ ਬਹੁਤ ਇੱਕ ਵੱਡਾ ਵਿਸ਼ਾ ਹੈ ਜਿਹਦੇ ਤੇ ਮੈਂ ਅਗਲੇ ਹਿੱਸੇ 'ਚ ਵੀ ਗੱਲ ਕਰੂੰ। ਪਹਿਲਾਂ ਇਹ ਨੌਜਵਾਨ ਦੋ ਬੱਚਿਆਂ ਦੀ ਮੈਂ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹੁਣ ਇਹ ਸਾਡੇ ਤੁਹਾਡੇ ਵਾਂਗੂ ਜਿਨ੍ਹਾਂ ਦੇ ਘਰੇ 24-24 25-25 ਸਾਲਾਂ ਦੇ ਅੱਜ ਕੋਈ ਪੜ੍ਹਦਾ ਹੈ ਕੋਈ ਜਿਮ ਗਿਆ ਹੋਇਆ ਕੋਈ ਬਿਜ਼ਨਸ 'ਚ ਬੈਠਾ ਉਹ ਜਿਹੇ ਇਹ ਮਾਪੇ ਨੇ ਇਹ ਬਹੁਤ ਵੱਡਾ ਇੱਕ ਗੱਲ ਵਿਸ਼ਾ ਹੈ ਕਿ ਬੱਚੇ ਅਸੀਂ ਕਿਵੇਂ ਪਾਲਣੇ ਆ। ਕੋਈ ਕਹਿੰਦਾ ਮੈਂ ਮੇਰੀ ਘਰ ਵਾਲੀ ਮੈਂ ਕੰਮੇ ਨਹੀਂ ਕਰਾਇਆ ਜੋ ਅੱਖਾਂ ਦੇ ਆਲੇ ਦੁਆਲੇ ਰਹੀ ਕੋਈ ਕਹਿੰਦਾ ਕੁਛ ਕਿੱਥੇ ਕਮੀ ਰਹਿੰਦੀ ਆ ਅਪਬ੍ਰਿੰਗਿੰਗ ਦੇ ਵਿੱਚ ਜਦ ਉਹਨਾਂ ਨੂੰ ਪਾਲਦੇ ਆ ਵੀ ਸਾਡੇ ਜਵਾਕ ਲੀਹੋਂ ਭਟਕ ਜਾਂਦੇ ਆ। ਅਸੀਂ ਜਿਹੜੇ ਪਹਿਲੇ ਆਏ ਉਹ ਤਾਂ ਭਟਕੇ ਜਿੰਨੇ ਕੁ ਹੈਗੇ ਆਪਾਂ ਨੂੰ ਵੇਖਿਆ ਹੀ ਇਹ ਗੱਲਾਂ ਚੱਲਦੀਆਂ ਹੀ ਨੇ ਇੱਥੇ ਵੱਧ ਪੈਸੇ ਵਾਲੇ ਵੱਲ ਆਪਾਂ ਨਿਗਾਹ ਮਾਰਦੇ ਵੀ ਉਹਨੇ ਆਹ ਕਰਤਾ ਉਹਨੇ ਆਹ ਕਰਤਾ ਉਹਦੇ ਬਾਅਦ ਹੁਣ ਟਿਕ ਗਏ ਪੈਸੇ ਪੂਸੇ ਬਣਾ ਕੇ ਸਾਊ ਬਣ ਗਏ ਚਿਹਰੇ ਸਾਫ਼ ਹੋ ਗਏ ਚਿਹਰੇ ਮੋਹਰੇ ਸਿੱਧੇ ਹੋ ਗਏ ਹੋਰ ਬਿਜ਼ਨਸ ਸ਼ੁਰੂ ਹੋ ਗਏ ਨਿਕਲ ਗਏ। ਉਹ ਕਿਤੇ ਨਾ ਕਿਤੇ ਜੇ ਕਿਤੇ ਉਹ ਗੱਲ ਉਹ ਵੀ ਜਸਟੀਫਿਕੇਸ਼ਨ ਨਹੀਂ ਮੈਂ ਕਰਦਾ ਪਰ ਉਹਦੀ ਗੱਲ ਹੁੰਦੀ ਉਹ ਕਹਿੰਦੇ ਚੱਲ ਹੋਰ ਵੀ ਕਰਨਾ ਸੀ ਕਿਸੇ ਨੇ ਅਸੀਂ ਕਰ ਲਿਆ ਥੋੜੇ ਬਹੁਤੇ ਪੈਰ ਲੱਗ ਗਏ ਅਸੀਂ ਟਿਕ ਗਏ। ਅਗਲੀ ਪੀੜ੍ਹੀ ਜਿਨ੍ਹਾਂ ਦੇ ਸਿਰ ਤੇ ਛੱਤ ਗਰਾਜ ਦੇ ਵਿੱਚ ਗੱਡੀ ਰੋਟੀ ਕੱਪੜਾ ਸਾਰਾ ਕੁਛ ਇਹ ਕਾਹਦੇ ਲਈ ਹੁਣ ਇਹ ਕਾਹਦੇ ਲਈ ਰਫਲਾਂ ਚੱਕੀ ਫਿਰਦੇ ਆ ਇਹ ਨਹੀਂ ਸਮਝ ਆਈ ਗੱਲ ਹਾਲੇ ਤੱਕ ਇਹਨਾਂ ਨੂੰ ਕਿਹੜੀ ਚੀਜ਼ ਬਹੁਤ ਇਹਦੇ ਤੇ ਵਿਚਾਰਾਂ ਹੋਈਆਂ ਬਹੁਤ ਕੁਛ ਹੋਇਆ ਮਿਲੀਅਨਸ ਆਫ ਡਾਲਰ ਦੀ ਫੰਡਿੰਗ ਆ ਗਈ ਛੱਕ ਗਏ ਮੋਟੇ ਢਿੱਡਾਂ ਵਾਲੇ ਫੋਰਮ ਕਰਾਉਣੇ ਆ ਬੈਠੋ ਜੀ ਤੁਸੀਂ ਆਓ ਜੀ ਅਸੀਂ ਆਵਾਂਗੇ ਦੱਸੋ
ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ। ਅਖੀਰ ਦੇ ਵਿੱਚ ਉਹੀ ਬਾਈ ਜੱਗੀ ਕੁਸੇ ਦੇ ਨਾਵਲ ਦੇ ਵਿੱਚ ਇੱਕ ਗੁਆਂਢੀ ਪਿੰਡ ਦਾ ਬੰਦਾ ਜਾ ਕੇ ਪੂਰਾ ਕਾਇਮ ਹੋਇਆ ਸਰੀਰ ਐਸਐਚ ਨੂੰ ਕਹਿੰਦਾ ਵੀ ਸਰਦਾਰ ਨਾਲ ਕਰਾਊਗਾ। ਉਹ ਕਹਿੰਦਾ ਸਰਦਾਰ ਨਾਲ ਤਾਂ ਕੀ ਕਰਨੀ ਹੈ ਗੱਲ। ਕਹਿੰਦਾ ਬਹੁਤ ਵੱਡੀ ਖਬਰ ਲੈ ਆਇਆ ਨਾਮੀ ਬੰਦੇ। ਉੱਥੇ ਮਤਲਬ ਗੇੜੇ ਦਿੰਦਾ ਫਿਰੇ ਥਾਣੇ, ਜਿਹੜੇ ਥਾਣੇ ਤੋਂ ਥਰ ਕੰਬਦਾ। ਉਹ ਕਹਿੰਦਾ ਸਰਦਾਰ ਹੈ ਨਹੀਂ, ਮੁਨਸ਼ੀ ਨੇ ਪਹਿਲਾਂ ਲੱਤ ਨਾਲ ਲਾਈ ਹੈ ਨਹੀਂ ਉਹ ਸਰਦਾਰ, ਆਥਣੇ ਆਊ ਉਹ ਤਾਂ ਸੁੱਤਾ ਪਿਆ ਚੁਆਰੇ ਚ। ਕਹਿੰਦਾ ਆ ਲੈਣ ਦੇ, ਗੱਲ ਕਰਕੇ ਜਾਣੀ ਹੈ। ਆਥਣੇ ਉਤਰਿਆ ਸਰਦਾਰ। ਜਿਹੜਾ ਆਥਣੇ ਥਾਣੇ ਦਾ ਅਲੱਗ ਰੂਪ ਹੁੰਦਾ, ਦੁਪਹਿਰ ਤੋਂ ਪਹਿਲਾਂ ਅਲੱਗ ਰੂਪ ਹੁੰਦਾ। ਆਥਣੇ ਫਿਰ ਪਾਣੀ ਪੂਣੀ ਛਿੜਕ ਦਿੰਦੇ ਨੇ, ਝਾੜੂ ਫਿਰਦੇ ਨੇ, ਧੂਫ ਵੀ ਲਾਉਂਦਾ ਜਿਹੜਾ ਮੁਨਸ਼ੀ। ਤੇ ਸਰਪੰਚ ਜਿਹੜੇ ਸਵੇਰ ਦੇ ਟਰਾਲੀ ਭਰ ਕੇ ਗਏ ਹੁੰਦੇ ਨੇ, ਉਹਨਾਂ ਦਾ ਵੀ ਆਥਣ ਦਾ ਟਾਈਮ ਹੁੰਦਾ ਵੀ ਹੁਣ ਜੁਗਾੜ ਸੈੱਟ ਹੋਣ ਵਾਲਾ। ਹੁਣ ਜਿਉਂ ਆਥਣ ਹੋਣਾ ਤੇ ਸਰਦਾਰ ਨੇ ਰੇਟ ਮੁਕਾਉਣਾ ਤੇ ਉਹ ਤਾਂ ਫਿਰ ਸਾਨੂੰ ਦਿਨ ਖੜੇ ਜਾ ਕੇ ਤਾਂ ਚਾਹ ਹੀ ਮਿਲਣੀ ਆ। ਚੱਲਦੇ ਆ, ਸਰਦਾਰ ਹੈ ਨਹੀਂ। ਅੰਦਰੋਂ ਸਰਪੰਚ ਜਦ ਜਾਂਦਾ ਹੱਥ ਘੁਮਾ ਕੇ ਉਹਦੇ ਪਿੱਛੇ ਢੂਹੀ ਤੇ ਇਕੱਠੇ ਕੀਤੇ ਹੁੰਦੇ, ਤੁਰਿਆ ਜਾਊ ਅੰਦਰ। ਕਿਉਂ ਮੁਨਸ਼ੀ ਜੀ ਹੈ ਨਹੀਂ ਸਰਪੰਚ ਵਾਲੇ, ਸਰਦਾਰ ਆਇਆ ਨਹੀਂ, ਚੰਗਾ ਬੈਠੋ ਬਾਹਰ। ਬਾਹਰਲੇ ਬੰਨੇ ਚਬੂਤਰਾ ਜਿਹੜਾ ਹੁੰਦਾ ਉਹਦੇ ਤੇ ਫੇਰ ਬਹਿ ਜਾਂਦੇ। ਕੋਲ ਦੀ ਬੱਸਾਂ ਲੰਘਦੇ ਦੇਖਦੇ ਵੀ ਆਹ ਕਿਹੜੇ ਪਿੰਡ ਦੀ ਪੰਚਾਇਤ ਹੈ। ਬਹੁਤ ਉੱਤੇ ਵੀ ਸਪਾਈਂਗ ਬਹੁਤ ਚੱਲਦੀ ਆ, ਬੱਸ ਲੰਘਦੇ ਲੱਖਣ ਲਾਉਂਦੇ ਨੇ। ਉਹ ਆ ਬਾਸਕਟ ਵਾਲਾ ਤਾਂ ਸਰਪੰਚ ਫਲਾਣੇ ਪਿੰਡ ਦਾ ਹੈ। ਅੱਛਾ, ਇਹ ਪਿੰਡ ਵੀ ਸਿਆਪੇ ਦੀ ਉਜਾੜਾ। ਕਈ ਵਾਰ ਬੱਸ 'ਚ ਬੈਠੇ ਕਹੀ ਜਾਣਗੇ, ਨਾਲੇ ਖਾਜ ਕਰੀ ਜਾਣਗੇ ਕੰਨ ਚੱਕ ਕੇ। ਤੇ ਅਮਲੀ ਨੇ ਗੇੜਾ ਬੰਨਿਆ ਥਾਣੇ ਦੇ ਵਿੱਚ, ਜਿਵੇਂ ਸਾਨ ਛੱਡਿਆ ਹੁੰਦਾ। ਸਰਪੰਚ ਨੂੰ ਸਰਦਾਰ ਨਾਲ ਗੱਲ ਕਰਾ ਯਾਰ, ਬਹੁਤ ਖਾਸ ਗੱਲ ਹੈ। ਉਹ ਕਹਿੰਦਾ ਬਈ ਹਾਂ ਦੱਸ। ਉਹ ਕਹਿੰਦਾ ਫਲਾਣਾ ਜਿਹੜਾ ਅੱਤਵਾਦੀ ਹੈ ਜਿਹਦੇ ਤੇ 5 ਲੱਖ ਦਾ ਇਨਾਮ ਹੈ, ਮੈਂ ਟੈਂਪੂ ਤੇ ਚੜਦਾ, ਟੈਂਪੂ ਦੇ ਉੱਪਰ ਬੈਠਾ ਜਾਂਦਾ ਦੇਖਿਆ, ਘੇਰ ਲੋ। ਥਾਣੇਦਾਰ ਕਹਿੰਦਾ ਢਾਲੋ ਇਹਨੂੰ। ਕਹਿੰਦਾ ਮੈਨੂੰ ਕਿਉਂ ਕੁੱਟਦੇ ਹੋ? ਕਹਿੰਦਾ ਅਸੀਂ ਤਾਂ ਮਿਹਨਤ ਕਰਕੇ ਭੇਜਿਆ ਯਾਰ, ਵੀ ਤੂੰ ਸਾਡੇ ਏਰੀਏ 'ਚ ਨਾ ਆਈ, ਬਾਹਰ ਰਹਿ ਕੇ। ਇਹ ਜਦ ਤੰਦੂਰੀਏ ਨੇ ਜਿਹੜੇ ਗਰਾਂਟਾਂ ਛਕਣ ਵਾਲੇ, ਫਿਰ ਉਹ ਇਕੱਠ ਕਰਕੇ ਫੋਰਮ ਚਾਹ ਚੂ ਜੀ ਪਿਲਾ ਕੇ 2-3-4 ਘੰਟੇ ਦੀ ਬੁੱਸੀ ਜੀ ਚਾਹ ਹੋਊਗੀ, ਪਕੌੜੇ ਜੇ ਹੋਣਗੇ, ਖਾ ਕੇ ਆ ਜਾਓ ਬੈਠੋ। ਆਪਾਂ ਵੀ ਵਾਢਾ ਧਰਦੇ ਹਾਂ ਪਹਿਲਾਂ ਬਾਹਰ ਮੂਹਰਲੇ ਪਾਸੇ, ਜਿੱਥੇ ਮਰਿਆਂ ਦੀ ਗੱਲ ਆ ਉੱਧਰ ਨਹੀਂ ਜਾਂਦੇ, ਪਹਿਲਾਂ ਲਾਈਨ 'ਚ ਲੱਗਦੇ ਤੇ ਸਟੈਰੋਫੋਮ 'ਚ ਪਾ ਕੇ ਚਾਹ ਤੇ ਨਾਸਾਂ ਕੋਲ ਕਲੋਲ ਕਰਦੀ ਆ, ਭਾਪ ਬੈਠੇ ਰਹਿੰਦੇ ਨੇ। ਉਹ ਕਹਿੰਦਾ ਅਖੀਰ 'ਚ ਨਿਬੇੜਨਗੇ, ਪਤਾ ਤੋੜਾ ਕਿਵੇਂ ਝਾੜਨਗੇ। ਆਹ ਬੋਲੂ, ਇਹ ਬੋਲੂ, ਉਹ ਬੋਲੂ, ਇਹ ਰਿਟਾਇਰਡ ਇੰਸਪੈਕਟਰ ਬੋਲੂ, ਹੁਣੇ ਤਜਰਬੇਕਾਰ ਬੋਲੂ। ਇਹ ਤਾਂ ਫਿਰ ਅਖੀਰ 'ਚ ਕਹਿਣਗੇ ਪੁਲਿਸ ਨੇ ਥੋੜਾ ਜਵਾਕ ਪਾਲਣੇ, ਜਵਾਕ ਘਰੋਂ ਪਾਲਣੇ ਆ। ਦੱਸ ਇਹ ਕਿਹੜੀ ਗੱਲ ਆ ਵੀ ਕਿਹਨੇ ਜਵਾਕ ਨਹੀਂ ਪਾਲੇ? ਕਿਹੜਾ ਕਹਿੰਦਾ ਜਵਾਕ ਨੂੰ ਵੀ ਤੂੰ ਰਫਲ ਚੱਕ ਕੇ ਤੋਰ? ਇਹ ਜਿਹੜੀਆਂ ਮੌਤਾਂ ਨੇ, ਇਹਦੇ ਤੇ ਗਹਿਰ ਗੰਭੀਰ ਗੱਲ ਨਹੀਂ ਹੋਈ। ਪਹਿਲਾਂ ਅਸੀਂ ਇਸ ਨੂੰ ਸ਼ੁਰੂਆਤ ਦੇ ਸਮੇਂ ਮੁੰਡਿਆਂ ਦੇ ਇਹਨੂੰ ਨਸਲਵਾਦ ਦੇ ਚੱਕਰ 'ਚ ਦੇਖੋ ਜੀ। ਉਹਦਾ ਬਿੰਦੀ ਨੂੰ ਫਿਰ ਉਹਨਾਂ ਨੇ ਕੁੱਟਿਆ, ਬਿੰਦੀ ਨੂੰ ਫਿਰ ਕੁੱਟਦੇ ਸੀ, ਸਕੂਲ 'ਚ ਐ ਕੁੱਟਦੇ ਸੀ। ਫਿਰ 3-4 ਇਕੱਠੇ ਹੋ ਗਏ ਮੁੰਡੇ, ਫਿਰ ਉਹ ਤੁਰ ਪਏ ਤੇ ਫਿਰ ਬਸ ਉੱਥੋਂ ਗੱਲ ਚੱਲ। ਪਹਿਲਾਂ ਕਾਇਮ ਹੋ ਕੇ ਫਿਰ ਆਪਸ ਵਿੱਚ ਹੀ ਲੱਗ ਗਏ ਵੱਢਣ। ਕੋਈ ਟੀਵੀ ਤੇ ਟਾਰਗੇਟ ਕਰ ਗਿਆ, ਕੋਈ ਕਹਿੰਦਾ ਹੱਥ ਨੂੰ ਮਾਰ ਦਿਆਂਗੇ, ਚੱਲਣ ਲੱਗ ਗਈਆਂ। ਫਿਰ ਕੋਈ ਕਿਤੇ ਫਰੇਜ਼ਰ ਤੇ ਚੱਲਣ, ਕਿਤੇ ਚੱਲਣ, ਟਾਰਗੇਟ ਕਰਤਾ, ਵੀ ਆਰ ਕਮਿੰਗ ਮੈਨ, ਇੱਕ ਦੂਜੇ ਨੂੰ ਕਹਿ ਕੇ ਅਖੀਰ ਉਹ ਹੀਰਾ ਖਤਮ ਹੋ ਗਿਆ। ਕੋਈ ਵੀਲ ਚੇਅਰ ਤੇ ਬਹਿ ਗਏ, ਕੋਈ ਵਾਲ ਕੱਟਦਿਆਂ ਨੂੰ ਮਾਰ ਗਏ, ਕੋਈ ਕਿਤੇ ਨੂੰ ਮਰ ਗਏ, ਕੋਈ ਫਿਲਮਾਂ ਬਣਾਉਣ ਲੱਗ ਗਏ, ਹਟ ਜਾਓ, ਕੋਈ ਸਾਊ ਬਣ ਕੇ ਜ਼ਿੰਦਗੀ ਛੱਡ ਗਏ। ਤੇ ਕਿਉਂਕਿ ਹੈ ਨਹੀਂ ਸਾਹਿਬ, ਤੁਸੀਂ ਡਰ ਦੇ ਵਿੱਚ ਜਿਉਂਦੇ ਹੋ ਹਰ ਵਕਤ। ਹੁਣ ਅਗਰ ਉਹਦੇ ਬਾਅਦ ਉਹ ਨਸਲਵਾਦ ਵਾਲੀ ਗੱਲ ਮੁੱਕ ਗਈ ਤੇ ਫੇਰ ਦੁਬਾਰਾ 96-97 ਚ ਖਤਮ ਹੋਈ ਗੱਲ। 2003-04 ਦੇ ਵਿੱਚ ਬਦਕਿਸਮਤੀ ਨਾਲ ਫੇਰ ਆਨਲਾਈਨ ਤੋਂ ਜਿਉਂ ਐਵਸਪੋਰਟ ਤੋਂ ਤੁਰੀ ਗੱਲ। ਹੁਣ ਆਪਾਂ ਤਾਂ ਭੁੱਲ ਗਏ 16-17 ਸਾਲਾਂ ਚ ਕਦੇ ਮਾੜਾ ਜਿਹਾ ਗੂਗਲ ਕਰਕੇ ਵੇਖੇ ਵੀ ਟੋਟਲ ਕਿੰਨੇ ਕਤਲ ਹੋਏ, ਕਿੰਨੇ ਮਰੇ ਨੇ। ਘਰਾਂ ਦੇ ਘਰ ਖਾਲੀ, ਕਿਸੇ ਦੇ 2 ਪੁੱਤ, ਕਿਸੇ ਦੇ 2। ਆਹ ਜੀ ਗਰੇਵਾਲ ਜੀ, ਕੰਗ ਜੀ, ਕੋਈ ਇੱਥੇ ਹੋ ਗਿਆ, ਕੋਈ ਇੱਥੇ ਹੋ ਗਿਆ। ਕਈ ਸਾਊ ਟੱਬਰਾਂ ਦੇ ਘਰ ਛੱਡ ਗਏ ਜਵਾਕ, ਕਿਸੇ ਨੇ ਇੱਥੋਂ ਭਜਾ ਤੇ ਕੋਈ ਕਿਤੇ ਚਲੇ ਗਿਆ, ਉਹ ਕਿਤੇ ਚਲੇ ਗਿਆ। ਪਰ ਗਲਤੀ ਜਿੱਥੇ ਹੋਈ ਆ ਉਹ ਗੱਲ ਹਲੇ ਤੱਕ ਕਮਿਊਨਿਟੀ ਇਸ ਗੱਲ ਤੇ ਨਹੀਂ ਖੜੀ ਆ ਕੇ ਇਹ ਯਾਰ ਹੋਇਆ ਕੀ ਹੈ। ਉੱਥੇ 70 ਵਿਸ਼ਾ ਸਾਰੇ ਆਉਣਗੇ, ਸਾਰੇ ਰਾਜਨੀਤਿਕ ਆਉਣਗੇ, ਬਾਹਰੋਂ ਫੋਨ ਤੇ ਚਿਰੜ ਭੁੰਡੀਆਂ ਕੱਢਦੇ ਆਉਂਦੇ ਨੇ, ਅੰਦਰ ਆਉਂਦੇ ਸਾਰੇ ਹੀ
ਐਡੀ ਐਕਟਿੰਗ ਕਰਦੇ, ਅੱਖਾਂ ਥੱਲੇ, ਝਿਮਣੀਆਂ ਥੱਲੇ, ਪਹਿਲਾਂ ਥਾਪੀ ਜੀ ਦਿੰਦੇ ਪਿਓ ਨੂੰ ਆ ਕੇ, ਟੂ ਸੈਡ। ਅੱਛਾ, ਫਿਰ ਪਾਲਿਸੀਆਂ ਬਣਾਉਣ ਲੱਗ ਜਾਣਗੇ ਆਪਣੀਆਂ ਸਰਕਾਰਾਂ ਦੀਆਂ, 5 ਮਿੰਟਾਂ ਦੇ ਵਿੱਚ ਪਾਲਿਸੀ ਤੇ ਆ ਜਾਂਦੀਆਂ, ਮੈਂ ਆਹ ਲਿਆਇਆ, ਮੈਂ ਆਹ ਲਿਆਇਆ। ਪਰ 7ਵੇਂ ਮਿੰਟ ਫਿਰ ਬਾਦਲ ਤੋਂ ਤੋੜਦੇ ਨੇ ਗੱਲ, ਜਦ ਨੂੰ ਸਾਡੇ ਵਰਗੇ ਚਾਹ ਚੂ ਪੀ ਕੇ ਕਾਇਮ ਹੋ ਜਾਂਦੇ ਨੇ। ਅਰੇ ਬਾਦਲ ਵਾਲੀ ਕਾਨਫਰੰਸ ਦਾ ਕੀ ਹੋਇਆ? ਜਿਹਦਾ 20 ਸਾਲਾਂ ਦਾ ਗਿਆ ਉਹਦੇ ਨਾਲ ਬਸ ਗੱਡੀ ਚੋਂ ਨਿਕਲਦੇ ਗੱਲ ਖਤਮ। ਇੰਨਾ ਸਿੰਬੋਲਿਕ ਹੋ ਗਿਆ। ਹੁਣ ਅੱਗੇ ਕਹਿੰਦੇ ਸੀ RIP ਲਿਖ ਕੇ, ਹੁਣ ਟਿਕਟੌਕ ਬਣਾ ਕੇ ਆਪਣੇ ਉਹਦੇ ਤੋਂ ਲਾਂਭੇ ਹੁੰਦੇ ਨੇ। ਟਿਕਟੌਕ ਬਣਾ ਕੇ ਪਾ ਦੋ, ਯਾ ਦੇਖੋ ਗੱਡੀ ਨੂੰ ਅੱਗ ਲੱਗੀ ਹੋਈ, ਬਸ ਉਹ ਕਹਿੰਦਾ ਮੈਂ ਪਾ ਦਿੱਤੀ ਟਿਕਟੌਕ। 60-70% ਮੈਸੇਜ ਭੇਜ ਕੇ ਮੈਨੂੰ ਕਈ ਬਹੁਤ ਭੇਜ ਦੇਣਾ, ਫਲਾਣੀ ਜਗ੍ਹਾ ਆਹ ਗੱਲ ਹੋ ਗਈ। ਉਹਨਾਂ ਨੂੰ ਇਹ ਹੈ ਵੀ ਅਸੀਂ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ, ਵੀ ਮੈਂ ਅਸੀਂ ਦੱਸਤਾ, ਅੱਗੇ ਗੱਲ ਕਰਨੀ ਤੇਰਾ ਫਰਜ਼ ਹੈ। ਇਹ ਇੱਕ ਬਹੁਤ ਵੱਡੀ ਮੁਸ਼ਕਲ ਆ ਭਾਈਚਾਰੇ ਦੇ ਵਿੱਚ, ਜਿਹਦੀ ਸ਼ੁਰੂਆਤ ਚਾਹੇ 80ਵਿਆਂ ਦੇ ਵਿੱਚ ਹੋਈ, 82-83 ਚ ਹੋਈ, ਪਰ ਇਹ ਗੱਲ ਮੁੱਕ ਨਹੀਂ ਗਈ। 38 ਵਰੇ ਹੋ ਗਏ, ਉਦੋਂ ਪਹਿਲਾਂ ਕੁਛ ਨਹੀਂ ਸੀ। ਜੋ ਤੋਰੀ ਉੱਥੋਂ ਗੱਲ ਉਹਦੀ ਜਸਟੀਫਿਕੇਸ਼ਨ ਦਿੰਦੇ ਰਹੇ ਵੀ ਜਿਹੜੇ ਜੀ ਇਸ ਤਰ੍ਹਾਂ ਸੀ, ਪੁਰਾਣੇ ਬੰਦੇ ਫਸਟ ਲਾਈਨ ਦੇ ਇਸ ਤਰ੍ਹਾਂ ਚਲੇ ਗਿਆ, ਉਸ ਤਰ੍ਹਾਂ ਚਲੇ ਗਿਆ। ਅਗਲੀ ਲਾਈਨ ਜਿਹੜੀ ਆ ਹੁਣ ਨੇ, ਇਹਨਾਂ ਨੂੰ ਕਿਹੜੀ ਚੀਜ਼ ਦਾ ਘੱਟ? ਮਿਲੀਅਨ ਡਾਲਰ ਦੇ ਘਰ ਨੇ ਜਿਹੜੇ 2-4 ਲੱਖ ਦੇ ਸੀ, 1.5 ਮਿਲੀਅਨ ਤੋਂ ਘੱਟ ਕੁਛ ਨਹੀਂ। ਪਿਓ ਔਖਾ ਹੋਵੇ, ਮਾਂ ਔਖਾ ਹੋਵੇ, ਗੱਡੀ ਆ ਘਰੇ, ਨਵੀਆਂ ਗੱਡੀਆਂ ਨੇ ਚੜ੍ਹਨ ਨੂੰ, ਪੜ੍ਹਨ ਵਾਲੇ ਪਾਸੇ 12ਵੀਂ 13ਵੀਂ ਤੋਂ ਬਾਅਦ ਲੱਤ ਅੜਾ ਲਈ। ਇਹ ਗੱਲਾਂ ਜਿਹੜੀਆਂ, ਇਹਨੂੰ ਜਸਟੀਫਿਕੇਸ਼ਨ ਨਹੀਂ ਅਸੀਂ ਕਰ ਸਕਦੇ ਵੀ ਗੈਂਗ ਵਾਰ ਦੇ ਵਿੱਚ ਕਿਉਂ ਗਏ, ਪਰਸੈਂਟੇਜ ਕਿੰਨੀ, ਪਰ ਅਸੀਂ ਇਹ ਗੱਲ ਦਾ ਹੱਲ ਨਹੀਂ ਲੱਭ ਸਕਦੇ। ਡਾਇਵਰਸਿਟੀ ਜੀ, ਬਹੁਤ ਫੁੱਲ ਜੀ, ਅਸੀਂ ਡਾਇਵਰਸ ਹੁੰਦੇ ਹਾਂ, ਅਸੀਂ ਡਾਇਵਰਸਿਟੀ ਹੁੰਦੇ ਹਾਂ। ਵੂਮਨ ਰੋਲ ਇਨ ਪੋਲੀਟਿਕਸ ਕਰੀ ਚਲੋ, ਲਿਖੀ ਚਲੋ, 5-5 ਪੇਜ ਲਿਖਾ ਲਓ, ਇੱਧਰੋਂ ਉੱਧਰੋਂ ਚਾੜ ਦੋ, ਖਿੱਚੀ ਚਲੋ ਕੰਮ, ਜੁਗਾੜ ਬਣ ਲਓ ਕਿਸੇ ਦਾ, ਜਿਹਦਾ ਸੈੱਟ ਆਉਂਦਾ, ਕਿਸੇ ਦਾ ਆਟਵਾ ਆ ਗਿਆ, ਕਿਸੇ ਦਾ ਵਿਕਟੋਰੀਆ ਆ ਗਿਆ, 2-4 ਲੱਖ ਸਾਲ ਦਾ ਮਿਲ ਗਿਆ, ਤੇ ਉਹ ਨਹੀਂ ਦੱਸਣਾ ਵੀ ਮੈਂ ਗ੍ਰਾਂਟ ਸਾਨੂੰ ਕਿੰਨੀ ਆ ਰਹੀ। ਜਿਹੜਾ ਥੋੜਾ ਬਹੁਤਾ ਕਰਨਾ ਹੈ, 5-7% ਬਾਹਰ ਦਿਖਾਉਣਾ, ਉਹਦਾ ਆਡੰਬਰ ਏਦਾਂ ਕਰਨਾ ਹੈ ਜਿਵੇਂ ਮਤਲਬ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਇਹ ਨਹੀਂ ਪਹਿਲਾਂ ਹੋਇਆ ਕਦੇ। ਸਾਰੇ ਪਾਸੇ ਆਪਣੀ ਆਪਣੀ ਟੇਕ ਹੈ। ਕਮਿਊਨਿਟੀ ਜਦ ਬਹੁਮੁਖੀ ਹੋ ਜਾਵੇ, ਆਪਣੇ ਆਪ ਨੂੰ ਕੁਛ ਨਾ ਹੋਵੇ ਵੀ ਅਸੀਂ ਬੀਇੰਗ ਏ ਨੇਸ਼ਨ, ਬੀਇੰਗ ਏ ਕਮਿਊਨਿਟੀ, ਅਸੀਂ ਕੀ ਕਰਨਾ ਹੈ। ਹਰ ਪਾਸੇ ਧਾਰਮਿਕ ਲੈਵਲ ਤੇ ਦੇਖ ਲਓ, ਇੱਕ ਦੂਜੇ ਤੋਂ ਗੁਰਦੁਆਰੇ 'ਚ ਕਿਹੜਾ ਗ੍ਰੰਥੀ ਹੈ, ਕਿੰਨੇ LMIA ਮਿਲ ਗਏ, ਕਿਹੜਾ ਕੀਰਤਨੀਆ ਆਇਆ, ਪ੍ਰੋਗਰਾਮ ਲਾਉਣਾ ਕਹਿੰਦੇ ਨੇ। ਮੈਂ ਹੈਰਾਨ, ਜਦ ਮੈਂ ਨਵਾਂ ਆਇਆ 97 ਚ, ਤੇ ਜਿਨ੍ਹਾਂ ਦੇ ਘਰੇ ਆਏ ਉੱਥੇ ਮੈਂ ਬੈਠਾ ਤੇ ਵੱਡੇ ਗੁਰਦੁਆਰੇ ਵਾਲੇ ਆ ਗਏ, ਤੇ ਉੱਥੇ ਵੱਡਾ ਰਾਗੀ ਆਇਆ, ਪ੍ਰੋਗਰਾਮ ਲਾਓ। ਫਿਰ ਸਾਡਾ ਤਾਂ ਤੁਸੀਂ ਅਗਲੇ ਸਾਲ ਵਿਸਾਖੀ ਤੇ ਦਾ ਪ੍ਰੋਗਰਾਮ ਲਾਉਣਾ ਪੈਣਾ। ਐਡਾ ਸੈਕਟਰੀ ਤੇਜ਼ ਹੋਇਆ, ਮੈਂ ਕਿਹਾ ਪ੍ਰੋਗਰਾਮ ਇਹ ਚਮਕੀਲਾ ਲਾਉਣਾ ਇਹਨਾਂ ਨੇ। ਗੁਰੂ ਘਰ ਦੇ ਕੀਰਤਨੀਏ ਨੇ, ਕਹੋ ਜੀ ਕੀਰਤਨ ਦੀ ਸੇਵਾ ਅਗਲੇ ਸਾਲ ਆ ਕੇ ਕਰਿਓ। ਮੈਂ ਕਹਿੰਦਾ ਪ੍ਰੋਗਰਾਮ ਦਾ ਲਾਉਣਾ ਪੈਣਾ ਤੁਹਾਨੂੰ ਆ ਕੇ। ਐਡਾ ਗਰਮ ਹੋਇਆ ਕੰਮ। ਤੇ ਇਹਦੇ ਕਰਕੇ ਹੀ ਜਦ ਇਸ ਜਗ੍ਹਾ ਤੇ ਆ ਕੇ ਅਸੀਂ ਆਪ ਹੁਦਰੇ ਹੋ ਗਏ, ਬੂਟੀਆਂ ਚਮੜੀਆਂ ਹੋ ਗਈਆਂ, ਆਪ ਨਿੱਜ ਹੋ ਗਈ, ਤਾਂ ਹੀ ਸੜਦੇ ਹੋਏ ਟਰੱਕਾਂ ਦੇ ਕੋਲ ਦੀ 1 ਘੰਟਾ ਟਰੱਕ ਲੰਘੀ ਜਾਂਦੇ ਆ, ਕੋਈ ਖੜਦਾ ਨਹੀਂ। ਸੋ ਗੱਲਬਾਤ ਜਿਹੜੀ ਮੈਂ ਕਰ ਰਿਹਾ ਸੀ, ਅਗਲੀ ਪੀੜ੍ਹੀ ਦੀ ਇੱਧਰ ਨੂੰ ਹੀ ਆਪਾਂ ਜਾਣਾ ਹੈ। ਪਹਿਲੇ ਪ੍ਰੋਗਰਾਮ 'ਚ ਸਵੇਰੇ ਅੱਜ ਮੈਂ ਜਿਹੜੀ ਇੱਕ ਟਰੱਕਰ ਦੀ, ਜਰਨੈਲ ਸਿੰਘ ਉਹਨਾਂ ਦੇ ਟਰੱਕ ਨੂੰ ਅੱਗ ਲੱਗੀ ਕੋਕਾਹਾਲਾ ਤੇ, ਟੋਲ ਬੂਥ ਤੋਂ ਲੈ ਕੇ ਮੇਰਠ ਦੇ ਸੰਚ ਤੇ ਕੈਮਲੂਸ ਵੱਲ ਨੂੰ ਜਾਂਦੇ ਆ। 7:53 ਤੇ ਉਹਨਾਂ ਨੇ ਫੋਨ ਕੀਤਾ ਤੇ 9 ਵਜੇ ਉਹਨਾਂ ਕੋਲ ਪੁਲਿਸ ਅਫੀਸਰ ਆਇਆ। ਇਹ ਉਹੀ ਕੋਕਾਹਾਲਾ ਜਿਹਦੀ ਜਦ ਦੀ ਟੋਲ ਬੰਦ ਕੀਤੀ ਹੈ, ਜਿਹਦੇ ਤੋਂ ਬਰਫ਼ ਨਹੀਂ ਹਟਦੀ, ਤੇ ਇਹਦੇ ਤੋਂ ਡਿੱਗੇ ਹੋਏ ਟਰੱਕਾਂ ਦੀ ਵੀਡੀਓ ਬਹੁਤ ਵਧੀਆ ਬਣਾ ਕੇ ਪੈਂਦੀ ਹੈ। ਲਾਲ ਟਰੱਕ ਆਉਂਦੇ ਨੇ, ਰੋਟੇਟਰ ਕਹਿੰਦੇ ਨੇ ਉਹਨੂੰ, ਰੋਟੇਟਰ ਲਿਆਂਦਾ ਤੇ ਹਾਈਵੇ ਥਰੂ ਹੈਲ ਚੱਕ ਲਿਓ। ਉਹ ਪ੍ਰਭਾਵ ਇਹ ਆਉਂਦਾ ਵੀ ਇਹ ਫ੍ਰੀ ਸੇਵਾ ਵਾਲੇ, ਜਿਹਦੇ ਹੁੱਕਾਂ ਪੈਂਦੀਆਂ ਉਹਨੂੰ ਪਤਾ ਲੱਗਦਾ ਵੀ ਕਿਵੇਂ ਨਿਕਲਦੇ ਨੇ। ਤੇ ਇਹ ਜਿਹੜਾ
एक हाईवे ऑफ टीयर्स आ जिथे इंडिजिनस कुड़ियां खत्म हुई प्रिंजल तो पर यह भी हाईवे ऑफ टीयर्स दे बन जा रहा तुहाडे सामने। हाईवे ऑफ टीयर्स हंझुआं दी गल वड्डी यह है भी एक घंटा सड़े ट्रक ते बाहर बन्ने एक दस्तारधारी ते लाड़ा प्रकाश करी बंदा खड़ा हो कोलों साडे ट्रक लंघदे जाण। गल ये सोचण दी है। पिछले 6-7 वरियां तो बहुत आपां काम कीता ट्रकर्स दे इशू ते बहुत ज्यादा 12-13 तो लोकल ते किते भी कोई भी ज्यादा भी नहीं निजी तौर पर क्योंकि बहुत हार्ड अर्निंग मनी है मेहनत बहुत है घर बार छड्डना 2-2.5 लाख का खर्चा पर आपस में जब तुसी एक कम्यूनिटी जिहड़ी है एक कम्यूनिटी है ट्रकर्स नेशन मैं इन्हां नूं कहना भी नेशन है ट्रक नेशन है ਉਹਦਾ जब आपस में लगा टुट गया नॉन सिख नॉन पंजाबी रुक रहे ने खड़े देख रहे ने कोल दी ट्रक लंघ रहे ने पता लग जाता विच बैठे बंदियां तो कंपनियां दे नावां तो पता लग जाता हुण तां जट्टां नाल कंपनियां पता नहीं मैं जट वाला पढ़ रहा सी विनीपैग दा एक ट्रक ट्रेलर के पिछे पता नहीं केड़ा जट लिखा है। तो एनीवेज मैं इस जिहड़ी गल वीकेंड ते हुई या मैं दस रहे सी रजिंदर होनी मैं उन्हां नूं 3-4 बार पुछ सारी जरनैल होनी मैं भाई जी गल पक्की है फिर कोई नहीं रुका जी कोई नहीं रुका। ये पहाड़े ये मीलां जिद्दण तो बह गए तो जिद्दण उतरना 65-70 साल दे ने तुसीं ये मीलां किते रुकणियां ने नाले पहलां रुक गईयां चलो एक ला लो 2 ला लो मैं कहा भी ये चांस की होया रुक जाते ने अगर तां नहीं रुके भी हाईवे ना बंद हो जाए अग लगन करके पिछे ना खड़ना पै जाए टाइम बहुत टाइट है मुड़ के आना एडमिंटन लाउणा कैलगरी लाउणा मुड़ना या ट्रांस कनेडा ते जाना जेडे दूजे रुके वो साडा की लखण लाउंदे होणगे फिर जिद्दण हुण असीं उन्हां नूं दिखाउणा भी असीं सरबत का भला मंगण वाले जी साडी आहा ते असीं आहा साडा रवि सिंह खालसा पानी पिलाउंदा जाके यजीदी कुड़ियां जिथे गोलियां वरदियां ने उहदे सामने एक आ भी फोटो है पता तो उन्हां नूं जिहड़े कोल दी लंघे ने ना मेरा ट्रक सड़िया ना मैं जरनैल सिंह हां पर जे ट्रकर दे दुखां दी गल मैं सदा करदा आ भी एक बहुत वड्डा दुख है। मैं मेरे मन च ये होया मैं तुहानूं इंटरनेशनल ड्राइवर के तौर पर पिछाड़िया दूरों वो भी एक चलती है ना लड़खेस बहुत वड्डी ये सस्ता करते बहुत ने रेट सिटते पंजाब दी ट्रकिंग उजड़ दी मैं वेखी ਉਹਦੀ चढ़तल भी वेखी 70 तो जद गड्डियां LP वगैरह आउण लगियां जद नवीं चीजां आउण लगियां एस आ गई LP ने बारे न्यारे करते नोटां दे रुग भर के लोग लाउंदे रहे जद कलकत्ते गुआहाटियों पोला लद के वापस पंजाब ते 20वें दिन गड्डी ने मुड़ना झोलियां च पैसे हुंदे झोलियां च जद 100 का नोट बहुत घट हुंदा ते ओह फिर 84 तो बाद उजड़दी वेखी बिल्कुल एडे मराल गिर गए जद छाड़ रहे सी फूक रहे सी जद हथी गुरु दे बाज उपरों ला के नट बोल्टां तो अंदर रखे ते गब्बे गुरु साहब दी फोटो जिथे धूफ लगदी सी पट के विच रखियां खंडे छिल ते उपरों बस उहदे बाद फिर वो पैरी नहीं हुई हुण खत्म हो गई वो एहजा जिथे 500-700 गड्डी ट्रांसपोर्टर दी कोई आगरे खड़ी है कोई किते खड़ी है किते जांदी है बुकदियां उत्थे पुरानी गड्डियां हल्कियां हुंदियां सी अंदरों जिहड़ा डिफरेंशियल दा सिस्टम बहुत माड़ा हुंदा सी अत्तड़ ते अक्सर गुल्ले तोड़ जांदियां गड्डियां गुल्ला की सी पिछों डिफरेंशियल तो जिहड़ियां बाहर नूं अंदरों रौड़ जांदियां जिहड़ियां बाहरले टायरां नूं पहुंचाउंदियां उहदे दंदे ही विच हुंदे सी पिछों जिहड़ी शाफ्ट आउंदी शाफ्ट डिफरेंशियल नूं घुमाउंदी ओह गां रौड़ां घुमाउंदियां रौड़ां दंदे च दंदे फसे हुंदे जिवें अपने मशीनां दे टोके वालियां दे फसे हुंदे सी ओह किते दंदा अत्तड़ ते माड़े ड्राइवर ने चढ़ाउणी अत्तड़ तो जद उहने दंदा भुर जाना विचों टुट जाना टायर कई बार चलदी दे लंघ जाने ओह बहुत महाकाल हुंदा सी ट्रक दा 20-22 टन नूं ला के थल्लियों जैक उहदे थल्ले टायर दे के पहलां तां ओह गड्डी खड़ी करनी
फिर ਉਹਦੀ ਡਿਫਰੈਂਸ਼ੀਅਲ ਨੂੰ ਲੈ ਕੇ ਜਾਣਾ, ਬਿਲਡ ਕਰਾ ਕੇ ਜਾਣਾ, ਮਤਲਬ ਹਫ਼ਤੇ ਦਾ ਉਹ ਪ੍ਰੋਸੈਸ ਸੀ। ਇਹ ਗੱਡੀ ਦੇ ਉੱਪਰ ਗਿੱਠ ਮਿੱਟ ਚੜ ਜਾਂਦਾ ਸੀ, ਬੁਰੇ ਹਾਲ ਬਾਂਕੇ ਦਿਹਾੜੇ, ਨਾਲ ਦੀ ਸੜਕ ਤੇ ਟੋਏ ਪੈਂਦੇ, ਪਰ ਗੱਡੀ ਪਛਾਣ ਕੇ ਪੰਜਾਬ ਨੰਬਰ ਦੇਖ ਕੇ ਲੰਘਦਾ ਨਹੀਂ ਸੀ ਕੋਲੋਂ, ਭਾਈ ਦੱਸ ਪੈਸਾ ਧੇਲਾ। ਹਾਲਾਂਕਿ ਜੰਗਲ ਦੇ ਵਿੱਚ ਜਦੋਂ ਗੱਡੀ ਰੁਕੀ ਇਹ ਨਹੀਂ ਸੀ ਪਤਾ ਵੀ ਉੱਥੋਂ ਕਦ ਧਾੜ ਪੈ ਜਾਣੀ। ਗੱਡੀਆਂ ਲੁੱਟਦੇ, ਜਿਹੜਾ ਵੱਢ ਦਿੰਦੇ ਰਸਤੇ ਉੱਪਰ, ਮੁੰਡੇ ਬਹਿੰਦੇ ਬੰਗਾਲ ਦੇ ਵਿੱਚ ਕਿਸ਼ਨਗੰਜ ਰਾਏਗੰਜ ਦੇ ਖੱਡਿਆਂ ਦੇ ਵਿੱਚ, ਸਿਲੀਗੁੜੀ ਤੋਂ ਪਿੱਛੇ ਚੰਪਾਰਨ ਦੇ ਏਰੀਆ ਦੇ ਵਿੱਚ ਗੱਡੀਆਂ ਲੁੱਟ ਲੈਂਦੇ, ਬਰਧਮਾਨ ਦੇ ਬਾਹਰਲੇ ਬਾਈਪਾਸ ਤੇ ਗੱਡੀਆਂ ਲੁੱਟ ਲੈਂਦੇ। ਪਰ ਐਡੀ ਤਿਆਰੀ ਸੀ ਵੀ ਇੱਕ ਲਲਕਰਾ ਜਦ ਮਾਰਿਆ, ਜਾਂ ਇੰਨਾ ਇਤਫਾਕ ਸੀ ਕਿਸੇ ਮਾੜੇ ਢਾਬੇ ਵਾਲੇ ਨੇ ਮਾਣ ਨਾ ਕੀਤਾ, ਜਾਂ ਇੱਕ ਵਾਰ ਕਹਿ ਦਿੱਤਾ, ਕੋਈ ਕਮਿਊਨੀਕੇਸ਼ਨ ਨਹੀਂ ਸੀ ਹੁੰਦਾ, ਕੋਈ ਵੀ। ਬਸ ਕਿਤੇ ਇਕੱਠਿਆਂ ਹੋ ਕੇ ਗੱਲ ਕਰੇ, ਫਲਾਣੇ ਢਾਬੇ ਵਾਲੇ ਨੇ ਮਾਣ ਨਹੀਂ ਕੀਤਾ, ਬਸ 2 ਮਹੀਨਿਆਂ ਦੇ ਵਿੱਚ ਪਤੀਲੇ ਪੁੱਠੇ ਹੁੰਦੇ। ਢਾਬਿਆਂ ਵਾਲਿਆਂ ਤੋਂ ਗੱਡੀਆਂ ਪੁੱਛਦੇ ਵੀ ਫਲਾਣਾ ਲੰਘ ਗਿਆ, ਡਰਾਈਵਰਾਂ ਦੇ ਨਾਂ ਹੁੰਦੇ, ਇੱਕ ਦੂਜੇ ਨੂੰ ਦੱਸ ਦਿੰਦੇ, ਹਾਂ ਬਾਈ ਲੰਘ ਗਿਆ, ਸੁੱਖੀ ਸਾਂ ਦਾ। ਤੇ ਫੋਨ ਕਿੱਥੇ ਹੁੰਦੇ, ਟਰਾਂਸਪੋਰਟਰ ਦੇ ਵਿੱਚ, ਜਾਂ ਕਲਕੱਤੇ ਫੋਨ ਹੁੰਦੇ ਜਾਂ ਲੁਧਿਆਣੇ ਹੁੰਦੇ, ਬਸ ਉਹ ਕਿਹੜਾ ਮਿਲਦੇ ਹੁੰਦੇ, ਕੁਛ ਨਾ ਮਿਲਦਾ। ਪਰ ਇਤਫਾਕ ਸੀ, ਜਦ ਫੂਕਣ ਲੱਗੇ ਹੋਏ ਸੀ ਨਵੰਬਰ 84 ਦੇ ਵਿੱਚ, ਲਿਬੜੇ ਵਾਲੇ ਇਕੱਠੇ ਹੋ ਗਏ, ਆਲੇ ਦੁਆਲੇ ਸਿੱਖ ਇਕੱਠੇ ਕਰ ਲਏ, ਬਾਹਰਲੇ ਆਜ਼ਾਦ ਨਗਰ ਸਬਜ਼ੀ ਮੰਡੀ ਦੇ ਨੇੜੇ ਵੜ ਗਏ, ਅੰਦਰ ਚੜ ਗਏ, ਰਫਲਾਂ ਲੈ ਕੇ ਉੱਪਰ ਚੜ ਗਏ, ਕਹਿੰਦੇ ਵੜ ਜਾਓ ਅੰਦਰ, ਸ਼ਿਕਾਇਤ ਪਵੇ। ਜਦ ਨੇੜੇ ਆਉਣ ਪੁੜਪੁੜੀ 'ਚ ਲੱਗੇ, ਜਦ ਭਰ ਗਏ, ਬਹਿ ਕੇ ਗੱਡੀਆਂ ਭਜਾ ਲੀਆਂ ਵੀ ਚੱਲ ਹੁਣ ਬਸ ਜਿਹੜਾ ਆਉਂਦਾ ਰੋਕਿਓ ਨਾ, ਥੰਮਿਓ ਨਾ ਹੁਣ ਬਸ। ਜਦ ਨੇਸ਼ਨਹੁੱਡ ਖਤਮ ਹੋ ਗਈ, ਜਿਹੜੇ ਮਾਰਨ ਆਉਂਦੇ ਸੀ ਉਹਨਾਂ ਦੇ ਵੀ ਨੇਸ਼ਨਹੁੱਡ ਸੀ, ਉਹ ਵੀ ਕਿਸੇ ਨੇ ਭੇਜੇ ਹੋਏ ਸੀ। ਹੁਣ ਆਹ ਜਗ੍ਹਾ ਤੇ ਜਿੱਥੇ ਕਮੀ ਔਰ ਕੋਈ ਨਹੀਂ, ਜਿੱਥੇ ਪੈਸਾ ਧੇਲਾ ਸਾਰਾ ਕੁਝ ਪਿਆ, ਜੇ ਐਡੀ ਬਰਬਾਦੀ ਦੀ ਗੱਲ ਹੋਵੇ ਫਿਰ ਛੱਡ ਦੇਣ, ਜੇ ਇੰਨਾ ਹੀ ਘਾਟਾ ਪੈਂਦਾ ਹੋਵੇ ਫਿਰ ਬੰਦ ਕਰ ਦੇਣ। ਪਰ ਕੋਲੋਂ ਲੰਘੀ ਜਾਣਾ ਇੱਕ ਬੰਦਾ ਖੜਾ, ਉਹ ਵੀ 1 ਘੰਟਾ, ਚਲੋ 5-10 ਮਿੰਟ ਹੋਏ, 15, ਮੈਂ ਮੰਨਦਾ ਵੀ ਪੁਲਿਸ ਦੀ ਗੱਡੀ ਖੜੀ ਹੋਵੇ, ਕੋਈ ਨਹੀਂ ਖੜਦਾ, ਪੁਲਿਸ ਦੀ ਗੱਡੀ ਖੜੀ ਹੋਵੇ, ਐਂਬੂਲੈਂਸ ਖੜੀ ਹੋਵੇ, ਆਪਾਂ ਖੜਦੇ ਨਹੀਂ, ਪਰ ਰੋਕ ਕੇ ਲੰਘਦੇ ਦੇਖ ਕੇ। ਆ ਬੈਕਅਪ ਜਿਹੜੀ ਹਾਈਵੇ ਹੁੰਦੀ ਹੈ ਇਹਦੇ ਕਰਕੇ ਹੁੰਦੀ ਹੈ, ਦੇਖਦੇ ਉੱਪਰ ਚੌਪਰ ਵਾਲਾ ਵੀ ਦੱਸਦਾ ਐਕਸੀਡੈਂਟ ਹੋਇਆ, ਦੇਖ ਲੰਘਦਾ, ਕਿਉਂਕਿ ਸਾਡੇ ਮਨ ਦੇ ਵਿੱਚ ਚਾਹਤ ਆ। ਪਰ 1 ਘੰਟਾ ਟਰੱਕ ਨੂੰ ਅੱਗ ਲੱਗੀ ਹੋਵੇ ਕੋਲ ਦੀ, ਕੁੱਕਾ ਹਾਲਾ ਦੇ ਉੱਪਰ ਘੱਟੋ ਘੱਟ 30-40 ਦਾ ਟਰੱਕ ਲੰਘ ਗਏ ਹੋਣਗੇ 1 ਘੰਟੇ ਦੇ ਵਿੱਚ, ਮੈਂ ਘੱਟੋ ਘੱਟ ਆਪਣੇ ਲਾਉਣਾ। ਤੇ ਕੋਈ ਹੀਹਾ ਨਾ ਕਰੇ ਪੁੱਲ ਕਰਕੇ, ਯਾਰ ਮਾੜਾ ਜਿਹਾ ਪਤਾ ਤਾਂ ਦੇਖ ਲਈਏ ਗੱਲ ਕੌਣ ਆ, ਬੰਦਾ ਪਿੱਛੇ ਖੜਾ, -2 ਡਿਗਰੀ ਆ ਤੇ ਟੀ-ਸ਼ਰਟ ਪਾਈ ਖੜਾ, ਕੁਛ ਨਹੀਂ ਕੋਲ, ਨਿਕਲ ਨਹੀਂ ਹੋਇਆ। ਇਦੋਂ ਉੱਪਰ ਜਿਹੜਾ ਗਿਰਾਵਟ ਹੈ ਕੀ ਆਜੂ ਸਾਡੇ 'ਚ, ਇਦੋਂ ਉੱਪਰ ਜਿਹੜਾ ਹੋਰ ਕੀ ਆਜੂ, ਕੁਛ ਨਹੀਂ ਆ ਸਕਦੀ, ਤਾਂ ਸਿਰੇ ਲੱਗ ਗਈ ਗੱਲ। ਸਰ ਜਸਵੀਰ ਸਿੰਘ, ਲਾਈਨ ਨੰਬਰ 4। ਧੰਨਵਾਦ ਸਰਦਾਰ ਜੀ, ਮੈਂ 2 ਮਿੰਟ ਲਾਉਂਗਾ ਅੱਜ ਤੁਹਾਡੇ। ਲੈ ਲਓ ਜੀ। ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਇਹ ਬੇਸਿਕਲੀ ਅਸੀਂ ਨਾ ਇੱਕ ਚੀਜ਼ ਦੇ ਉੱਤੇ ਭੁਲੇਖੇ 'ਚ ਆ ਕਿ ਜਿਹੜੀ ਸਾਡੀ ਸਿੱਖੀ ਦੀਆਂ ਪਰੰਪਰਾਵਾਂ ਨੇ, ਸਾਡੀਆਂ ਜਿਹੜੀਆਂ ਤਾੜਾਂ ਪਾਈਆਂ ਹੋਈਆਂ ਨੇ, ਉਹ ਮਨੁੱਖ ਗੱਲ ਕਰਨ ਨਾਲ ਲਿਜਾ ਸਕਦਾ। ਇਹ ਬਹੁਤ ਵੱਡਾ ਭੁਲੇਖਾ ਸਾਨੂੰ। ਬੇਸਿਕਲੀ ਜਿਹੜੀਆਂ ਪਰੰਪਰਾਵਾਂ ਹੁੰਦੀਆਂ ਨੇ ਉਹ ਪੁਰਾਤਨ ਸਮੇਂ 'ਚ ਹੋਈਆਂ ਹੁੰਦੀਆਂ, ਅੱਜ ਦੇ ਸਮੇਂ ਵਿੱਚ ਅਸੀਂ ਉਸ ਨੂੰ ਧਾਰਨ ਕਰਨ ਦੀ ਜਾਂਚ ਸਿੱਖਣੀ ਹੁੰਦੀ ਹੈ। ਔਰ ਜਦੋਂ ਅਸੀਂ ਉਹ ਜਾਂਚ ਸਿੱਖਦੇ ਹਾਂ, ਫਿਰ ਅਸੀਂ ਉਹਦੇ ਤੇ ਚੱਲਦੇ ਹਾਂ, ਫਿਰ ਉਹ ਪਰੰਪਰਾਵਾਂ ਨਾਲ ਗਾਂ ਚੱਲ ਰਹੀਆਂ ਨੇ, ਤੇ ਫਿਰ ਉਹਨਾਂ ਦੀ ਪੈੜ ਜਿਹੜੀ ਉਹ ਨਜ਼ਰ ਆਉਂਦੀ ਹੈ। ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ, ਜਾਂ ਪਹਿਲਾਂ ਤੁਸੀਂ ਇੱਕ ਪੜ੍ਹਾਈ ਦੀ ਗੱਲ ਕਰਦੇ ਹੋ ਇੱਥੇ ਆਪਣੇ ਬੱਚਿਆਂ ਦੀ, ਇਹ ਬਿਲਕੁਲ ਦਰਸਾਉਂਦੀਆਂ ਨੇ ਕਿ ਅਸੀਂ ਜੋ ਕੁਝ ਕਲੇਮ ਕਰਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਹੈਗੇ ਹਾਂ, ਇਹ ਬਿਲਕੁਲ ਉਹਦੇ ਉਲਟਾ, ਉਸ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਅਸੀਂ ਆਪਣੇ ਬਜ਼ੁਰਗਾਂ ਦਾ ਖੱਟਿਆ ਖਾਣ ਦੀ ਆਦਤ ਪਾ ਲਈ। ਜਿਵੇਂ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ ਬਹੁਤੇ ਬੱਚੇ ਕੰਮ ਨਹੀਂ ਕਰਦੇ, ਮਾਂ ਪਿਓ ਦੀ ਜਾਇਦਾਦ ਦੇ ਉੱਤੇ ਉਹਦਾ ਉਜਾੜਾ ਕਰਦੇ ਨੇ, ਇਹ ਵਰਤਾਰਾ ਬਿਲਕੁਲ ਬਰਾਬਰ ਵਰਤ ਰਿਹਾ। ਕੌਮੀਅਤ ਤੌਰ ਤੇ ਵੀ ਅਸੀਂ ਉਜਾੜੇ ਦੇ ਰਾਹ ਦੇ ਉੱਤੇ ਹਾਂ, ਔਰ ਪਰਿਵਾਰਕ ਤੌਰ ਤੇ ਵੀ ਅਸੀਂ ਉਜਾੜੇ ਦੇ ਰਾਹ ਦੇ ਉੱਤੇ ਹਾਂ। ਔਰ ਉਹਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਬੱਚੇ ਅਸੀਂ ਨਿੱਕੇ ਹੁੰਦੇ ਆ, ਸਾਡੇ ਪਰਿਵਾਰਾਂ ਦੇ ਵਿੱਚ ਮਾਂ-ਬਾਪ ਦੇ ਕੋਲੇ ਇਹ ਸੁਹਿਰਦਤਾ ਖਤਮ ਹੋ ਗਈ
ਕਿ ਉਹਨਾਂ ਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਡਿਵੈਲਪ ਕਰਨਾ, ਵਧਾਉਣਾ ਜਾਂ ਉਸਾਰਨਾ। ਹੁਣ ਜਦੋਂ ਬੱਚਾ ਪੈਦਾ ਹੁੰਦਾ 20-25 ਸਾਲ ਤੋਂ ਬਾਅਦ ਜਾ ਕੇ ਉਹ ਆਪਦੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਤੌਰ ਦੇ ਉੱਤੇ ਫੈਸਲੇ ਲੈਂਦਾ। ਹੁਣ ਫੈਸਲੇ ਤਾਂ ਮਨੁੱਖ ਨੇ ਉਹ ਲੈਣੇ ਨੇ ਜਿਹੜੇ ਫੈਸਲਿਆਂ ਦੀ ਜਾਂਚ ਉਹਨੇ ਪਹਿਲਾਂ ਬਚਪਨ 'ਚ ਸਿੱਖੀ ਹੈ। ਜਿਹੜੀ ਚੀਜ਼ ਮਨੁੱਖ ਨੇ ਸਿੱਖੀ ਨਹੀਂ ਹੈ, ਜੇ ਉਸ ਨੂੰ ਕਰਨ ਦੀ ਕੋਸ਼ਿਸ਼ ਕਰਦਾ, ਤੁਸੀਂ ਵੀ ਦੇਖਦੇ ਹੋ ਕੰਮਾਂ ਦੇ ਉੱਤੇ ਵੀ ਜਾਂ ਆਮ ਵਰਤਾਰੇ ਦੇ ਵਿੱਚ ਵੀ, ਉਸ ਕੀਤੇ ਹੋਏ ਕੰਮ ਦੇ ਵਿੱਚ ਵਿਖਾੜ ਪੈਦਾ ਹੁੰਦਾ, ਚਾਹੇ ਰਾਜਨੀਤੀ ਹੈ, ਸਮਾਜਿਕ ਹੈ ਜਾਂ ਧਾਰਮਿਕ ਪਹਿਲੂ ਨੇ। ਇਹਦਾ ਵੱਡਾ ਕਾਰਨ ਸਾਨੂੰ ਇਹ ਲੱਭਣ ਦੀ ਲੋੜ ਹੈ ਕਿ ਇੱਕ ਹੋਰ ਤੁਸੀਂ ਦੇਖੋ, ਤੁਹਾਡੇ ਇੱਥੇ ਆਮ ਵਰਤਦਾ ਹੋਣਾ, ਤੁਸੀਂ ਸੈਰ ਕਰਨ ਜਾਂਦੇ ਹੋਵੋਗੇ, ਕੋਲ ਦੀ ਕੋਈ ਤੁਹਾਨੂੰ ਨਾ ਜਾਣਨ ਵਾਲਾ ਆਪਣਾ ਭਾਈਚਾਰਕ ਬੰਦਾ ਜਾਂ ਔਰਤ ਜਾਂ ਕੋਈ ਲੜਕਾ ਜਾਂ ਲੜਕੀ ਮਿਲਦੇ ਹੋਣਗੇ, ਉਹ ਤੁਹਾਡੇ ਮੂੰਹ ਦੂਜੇ ਪਾਸੇ ਕਰਕੇ ਲੰਘਦੇ ਨੇ। ਜੇ ਬਿਲਕੁਲ ਤੁਹਾਡੇ ਸਾਹਮਣੇ ਆ ਜਾਣ ਫਿਰ ਉਹ ਤੁਹਾਨੂੰ ਬੁਲਾਉਣਗੇ ਤੇ ਫਿਰ ਪਹਿਲਾ ਸਵਾਲ ਪੁੱਛਣਗੇ ਵੀ ਤੁਸੀਂ ਕਿੱਥੇ ਦੇ ਹੋ। ਜੇ ਤੁਸੀਂ ਉੱਥੋਂ ਦੇ ਨੇੜੇ ਤੇੜੇ ਦੇ ਨਹੀਂ ਤਾਂ ਮੁੜ ਕੇ ਉਹ ਤੁਹਾਡੇ ਨਾਲ ਗੱਲ ਨਹੀਂ ਕਰਦੇ। ਇਹਦਾ ਕਾਰਨ ਕੀ ਹੈ? ਇਹ ਬਹੁਤ ਵੱਡੀ ਸਮੱਸਿਆ। ਅਗਰ ਬਾਹਰ ਰੋਡਾ ਬੰਦਾ ਜਿਹਦੇ ਦਾੜੀ ਕੇਸ ਹੈ ਨਹੀਂ, ਸ਼ੇਵ ਕੀਤੀ ਹੈ, ਖੜਾ, ਤਾਂ ਸਮਝ ਆਉਂਦੀ ਹੈ ਵੀ ਕੋਈ ਨਹੀਂ ਹੈ। ਮੈਨੂੰ ਟਰੱਕ ਚਲਾਉਂਦੇ ਨੂੰ ਆਲਮੋਸਟ 20-25 ਸਾਲ ਤੋਂ ਉੱਤੇ ਹੋ ਗਏ ਨੇ। ਮੈਂ ਜਦੋਂ ਵੀ ਕਿਤੇ ਆਪਦਾ ਆਪਣਾ ਕੋਈ ਬੰਦਾ ਖੜਾ ਹੁੰਦਾ, ਕਿਉਂਕਿ ਮੇਰੇ ਕੋਲ ਗੋਰੇ ਬਹੁਤ ਖੜੇ ਨੇ, ਤੇ ਮੈਂ ਕੋਈ ਵੀ ਬੰਦਾ ਜਿਹਨੇ ਹੁੱਡ ਚੱਕਿਆ ਹੋਵੇ, ਚਾਹੇ ਉਹ ਵੈਸੇ ਖੜਾ, ਹੁੱਡ ਚੱਕੇ ਦਾ ਮਤਲਬ ਇਹ ਹੈ ਕਿ ਇਹਨੂੰ ਕੋਈ ਨਾ ਕੋਈ ਸਮੱਸਿਆ, ਉਹਦੇ ਅੱਗੇ ਦਾ ਪਿੱਛੇ ਖੜ ਕੇ ਉਹਨੂੰ ਪੁੱਛੋ। ਜਾਂ ਪਹਿਲਾਂ ਹੁੰਦਾ ਸੀ ਵੀ ਅਸੀਂ ਸੀਬੀ ਤੇ ਗੱਲ ਕਰਦੇ ਸੀ, ਮੈਨੂੰ ਬੜੀ ਸ਼ਰਮ ਆਉਂਦੀ ਹੈ। ਮੈਂ ਬਹੁਤ ਮਾਯੂਸੀ ਮਹਿਸੂਸ ਕੀਤੀ ਹੈ ਤੁਹਾਡੀ ਇਸ ਗੱਲ ਤੋਂ ਕਿ ਦਾੜੀ ਕੇਸ ਵਾਲਾ ਵਿਅਕਤੀ ਸੜਕ ਤੇ ਖੜਾ ਹੋਵੇ, ਉਹਦੇ ਟਰੱਕ ਨੂੰ ਅੱਗ ਲੱਗੀ ਹੋਵੇ, ਤੇ ਉਸ ਕਮਿਊਨਿਟੀ ਨਾਲ ਸੰਬੰਧਿਤ ਰੱਖਣ ਵਾਲੇ ਵਿਅਕਤੀ, ਚਾਹੇ ਕੋਈ ਵੀ ਸਮੱਸਿਆ ਹੋਵੇ, ਸਰਦਾਰ ਜੀ, ਇਹ ਕਿਹੜੀ ਗਰੰਟੀ ਹੈ ਕਿ ਜਦੋਂ ਮੈਂ ਇੱਥੋਂ ਦੀ ਟਰੱਕ ਲੰਘ ਗਿਆ ਤੇ ਜਿਹੜੀ ਡੈਸਟੀਨੇਸ਼ਨ ਤੇ ਜਾਣਾ ਮੈਂ ਉੱਥੇ ਪਹੁੰਚ ਜਾਊਂਗਾ? ਟਰੱਕ ਬੰਦ ਹੋ ਸਕਦਾ, ਟਰੱਕ ਨੂੰ ਨੁਕਸਾਨ ਹੋ ਸਕਦਾ ਹੈ, ਸੜਕ ਦੇ ਉੱਤੇ ਰੁਕਾਵਟ ਆ ਸਕਦੀ ਹੈ, ਐਕਸੀਡੈਂਟ ਨਾਲ ਸੜਕ ਬੰਦ ਹੋ ਸਕਦੀ ਹੈ, ਕੁਝ ਵੀ ਹੋ ਸਕਦਾ। ਸੋ ਇਸ ਕਰਕੇ ਇਹ ਸਾਡੀ ਮਾਨਸਿਕਤਾ ਦੀ ਪ੍ਰਦਰਸ਼ਨ ਕੀਤਾ ਹੋਇਆ ਪਹਿਲੂ ਆ। ਜਿਹੜੇ ਅਸੀਂ ਨਗਰ ਕੀਰਤਨ, ਲੰਗਰ ਵਰਤਾਉਣ ਦੇ ਜਿਹੜੇ, ਇਹ ਸਭ ਟਕਵੰਜ ਨੇ। ਔਰ ਇਹ ਟਕਵੰਜ ਮੈਂ ਇਸ ਕਰਕੇ ਕਹਿਣਾ ਕਿ ਅਗਰ ਇਹ ਅਸਲੀਅਤ ਵਿੱਚ ਸਾਡੀ ਸੀਰਤੀ ਦੇ ਵਿੱਚ ਹਨਗੇ ਔਰ ਅਸੀਂ ਵਾਕਈ ਇਸ ਚੀਜ਼ ਨੂੰ ਕਲੇਮ ਕਰਦੇ ਹਾਂ ਤੇ ਮਹਿਸੂਸ ਕਰਦੇ ਹਾਂ, ਫਿਰ ਅਸੀਂ ਇੱਕ ਜਗ੍ਹਾ ਤੇ ਕੁਝ ਹੋਰ ਕਰਦੇ ਹਾਂ, ਦੂਸਰੀ ਜਗ੍ਹਾ ਤੇ ਕੁਝ ਹੋਰ ਕਰਦੇ ਹਾਂ। ਕਿਉਂ ਕਰਦੇ? ਇਹ ਦੋਗਲਾਪਣ ਹੈ। ਜਦੋਂ ਦੋਗਲੇਪਣ ਦੇ ਵਿੱਚ ਕੋਈ ਵੀ ਕਮਿਊਨਿਟੀ ਜਿਉਂਦੀ ਹੋਵੇ, ਉਸ ਦੀ ਤਰੱਕੀ ਦੇ ਰਸਤੇ ਜਿਹੜੇ ਨੇ ਉਹ ਖੁੱਲ੍ਹਦੇ ਨਹੀਂ ਹੁੰਦੇ। ਇਹ ਬਿਲਕੁਲ ਸੱਚਾਈ ਹੈ। ਸੰਸਾਰ ਵਿੱਚ ਉਹਨਾਂ ਕੌਮਾਂ ਨੇ ਤਰੱਕੀ ਕੀਤੀ ਹੈ ਜਿਹੜੀਆਂ ਕੌਮਾਂ ਅੰਦਰੋਂ ਤੇ ਬਾਹਰੋਂ ਇੱਕ ਵਰਤਾਰੇ ਨਾਲ ਵਿਚਰਦੀਆਂ ਨੇ। ਅਤੇ ਤੁਸੀਂ ਆਪਾਂ ਤੁਹਾਡੇ ਤੇ ਕਈ ਵਾਰੀ ਗੱਲਬਾਤ ਹੋ ਰਹੀ ਆ, ਸਾਨੂੰ ਤੇ ਇਹਨਾਂ ਵੀ ਸਲੀਕਾ ਨਹੀਂ ਹੈ। ਮਾਫ ਕਰਨਾ, ਮੈਂ ਗੱਲ ਕਹਿਣ ਲੱਗਿਆ ਕੌੜੀ ਲੱਗਣੀ ਹੈ। ਮੈਂ ਦਾੜੀ ਕੇਸ ਰੱਖੇ ਨੇ, ਮੈਂ ਗਾਤਰਾ ਪਾਇਆ, ਮੈਨੂੰ ਇਹ ਅਹਿਸਾਸ ਆ ਕਿ ਮੇਰਾ ਗੁਰੂ ਇਹ ਕਹਿੰਦਾ ਵੀ ਸਵੇਰੇ ਉੱਠ ਕੇ ਤੂੰ ਇਸ਼ਨਾਨ ਕਰ। ਏਦਾਂ ਦੇ ਬੰਦੇ ਨੇ ਜਿਹੜੇ ਪੱਗ ਵੀ ਨਹੀਂ ਬੰਨ੍ਹਦੇ ਚੱਜ ਨਾਲ, ਔਰ ਜਿਹੜੇ ਨਹਾਉਂਦੇ ਵੀ ਨਹੀਂ, ਜਿਨ੍ਹਾਂ ਦੀ ਦਾੜੀ ਇਉਂ ਖਿਲਰੀ ਹੁੰਦੀ ਹੈ ਕਿ ਉਹਨਾਂ ਨੂੰ ਵੇਖਣ ਨੂੰ ਇਉਂ ਲੱਗਦਾ ਵੀ ਸ਼ਾਇਦ ਭੁਚਾਲ ਵਿੱਚ ਦੀ ਨਿਕਲ ਕੇ ਆਏ ਹੋਣ। ਉਹ ਭਲਿਓ ਲੋਕੋ, ਜੇ ਤੁਸੀਂ ਆਪਣੇ ਧਰਮ ਨੂੰ, ਆਪਣੇ ਸਰੀਰ ਨੂੰ, ਆਪਣੀ ਕਿਰਿਆ ਨੂੰ ਪਹਿਲ ਦੇਣ ਦੀ ਯੋਗਤਾ ਹਾਸਲ ਨਹੀਂ ਕਰ ਸਕੇ, ਤੁਸੀਂ ਕਮਿਊਨਿਟੀ ਦੀ ਯੋਗਤਾ ਵਿੱਚ ਕਿਵੇਂ ਯੋਗਦਾਨ ਪਾ ਸਕਦੇ? ਸੋ ਇਹਦਾ ਮਤਲਬ ਇਹ ਹੈ ਸਰਦਾਰ ਜੀ, ਕੌਮੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਔਰ ਬਾਹਰ ਸਵਾਰਥ ਸਾਡੀ ਜ਼ਿੰਦਗੀ ਦਾ ਪਹਿਲਾ ਹਿੱਸਾ। ਔਰ ਉਸ ਤੋਂ ਇਹ ਹੈ ਕਿ ਜੇ ਮੈਂ ਆਪਣੇ ਦਾ ਨੁਕਸਾਨ ਕਰਕੇ ਆਪਣਾ ਫਾਇਦਾ ਕਰ ਲਾਂ ਤਾਂ ਉਹਨੂੰ ਬੰਦਾ ਪਹਿਲ ਦੇ ਰਿਹਾ। ਔਰ ਦੂਸਰਾ ਇਹ ਹੈ ਕਿ ਜਿੰਨੀ ਬੇਈਮਾਨੀ ਦੇ ਨਾਲ ਮੇਰੇ ਕੋਲ ਪੈਸਾ ਇਕੱਠਾ ਹੋ ਜਾਵੇ ਉਹ ਮੈਨੂੰ ਕਰ ਲੈਣਾ ਚਾਹੀਦਾ, ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ। ਇਹ ਗਿਰਾਵਟ ਦੀ ਨਿਸ਼ਾਨੀ ਹੈ। ਔਰ ਇਸ ਤੋਂ ਨਿਕਲਣ ਦੀ ਖਾਤਰ ਮੇਰਾ ਖਿਆਲ ਆ ਵੀ ਮੈਂ ਸੁਝਾਅ ਇਹ ਦੇਣਾ ਚਾਹੁੰਦਾ, ਮੈਂ ਹਮੇਸ਼ਾ ਬੋਲਦਾ, ਅੱਜ ਵੀ ਮੈਂ ਦਰਖਾਸਤ ਕਰਦਾ ਕਿ ਜਿਹੜੇ ਬੱਚੇ ਸਾਡੇ ਪੈਦਾ ਹੋ ਰਹੇ ਨੇ, ਮਾਂ-ਬਾਪ ਉਹਨਾਂ ਨੂੰ ਤਵੱਜੋ ਖਾਸ ਤੌਰ ਤੇ ਦੇਣ, ਉਹਨਾਂ ਦੇ ਦਿਮਾਗ ਵਿੱਚ ਪੁੱਟ ਕੇ ਪਾ ਦੇਣ ਕਿ ਅਸੀਂ ਹਾਇਰ ਐਜੂਕੇਸ਼ਨ ਲੈਣੀ ਹੈ। ਜਿਹੜੇ ਵਿਅਕਤੀ ਦੇ ਕੋਲੇ ਵੱਡੀ ਉੱਚ ਵਿਦਿਆ ਦਾ ਮਿਆਰ ਹੋ ਗਿਆ, ਉਹਦਾ ਜੀਵਨ ਵੀ ਸੁਚੱਜਾ ਹੋ, ਉਹਦਾ ਵਿਹਾਰ ਵੀ ਸੁਚੱਜਾ ਹੋ, ਔਰ ਉਹਦਾ ਕਰੈਕਟਰ ਵੀ ਸੁਚੱਜਾ ਹੋ। ਇਹ ਜ਼ਰੂਰੀ ਨਹੀਂ ਵੀ 100% ਹੋਵੇ, ਪਰ ਬਹੁ ਗਿਣਤੀ ਵਿੱਚ ਉਹ ਲੋਕ ਕਾਮਯਾਬੀ ਦੇ ਵਿੱਚ, ਸਮਾਜ ਦੇ ਵਿੱਚ ਚੰਗੇ ਗੁਣਾਂ ਦੇ ਨਾਲ ਵਿਚਰਨ ਦੀ ਜਾਚ ਸਿੱਖ ਲੈਂਦੇ ਨੇ। ਸਾਡੇ ਕੋਲੇ ਖਤਮ ਹੋ ਗਿਆ। ਸਾਨੂੰ ਇਹਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ। ਜੇ ਅਸੀਂ ਆਪਣੇ ਗਲੇਵਾਨ ਦੇ ਵਿੱਚ ਆਪਣੀਆਂ ਊਣਤਾਈਆਂ ਨੂੰ ਸੁਚੱਜੇ ਢੰਗ ਨਾਲ ਨਹੀਂ ਵੇਖਾਂਗੇ ਤਾਂ ਸਾਡੀ ਸਮਾਜਿਕ ਤੌਰ ਤੇ ਦੁਰਦਸ਼ਾ ਨੂੰ ਕੋਈ ਨਹੀਂ ਰੋਕ ਸਕਦਾ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ, ਬਹੁਤ ਬਹੁਤ। ਜੀਤ ਸਿੰਘ, ਲਾਈਨ ਨੰਬਰ 2। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਸਾਹਿਬ ਜਦੋਂ ਮੈਂ ਨਾ 91 ਚ ਟਰੱਕ ਚਲਾਉਣਾ ਸ਼ੁਰੂ ਕੀਤਾ ਤੇ ਉਦੋਂ ਸੈੱਲ ਫੋਨ ਨਹੀਂ ਸੀ ਹੁੰਦੇ। ਜੇ ਕਿਸੇ ਕੋਲ ਸੀਗਾ ਤਾਂ ਮਹਿੰਗਾ ਬਹੁਤ ਸੀਗਾ। ਤਕਰੀਬਨ ਇਹ 98 ਦੇ ਵਿੱਚ ਆਉਣ ਲੱਗੇ। ਹਾਂਜੀ ਜੀ ਜੀ। ਤੇ ਉਦੋਂ ਸੀਵੀ ਹੁੰਦੀ ਸੀਗੀ ਤੇ ਅਸੀਂ ਕੈਲੀਫੋਰਨੀਆ ਨੂੰ ਤਕਰੀਬਨ ਮੋਸਟਲੀ ਜਾਂਦੇ ਸੀਗੇ। ਜੇ ਕਿਸੇ ਨੂੰ ਨਾ ਸਕੇਲ ਤੇ ਪੁੱਲ ਕਰ ਲੈਣਾ ਤਾਂ ਨਾਲ ਦੇ ਟਰੱਕ ਵਾਲੇ ਨੇ ਉਹਨਾਂ ਚਿਰ ਨਹੀਂ ਤਾਂ ਉਹਨਾਂ ਜਿੰਨਾ ਚਿਰ ਉਹਦੀ ਇੰਸਪੈਕਸ਼ਨ ਨਹੀਂ ਹੋਣੀ ਤੇ ਜੇ ਇਹਨੂੰ ਕੋਈ ਪ੍ਰੋਬਲਮ ਹੋਈ ਇਹਨੂੰ ਰਾਈਡ ਦੇ ਦਾਂਗੇ। ਕੋਈ ਫਿਕਸ ਕਰਨ ਦੀ ਪ੍ਰੋਬਲਮ ਆਈ ਤਾਂ ਉਹ ਹੈਲਪ ਕਰ ਦਾਂਗੇ। ਅੱਛਾ ਜੀ, ਕਿਤੇ ਟਾਇਰ ਤੁਰੇ ਜਾਂਦੇ ਫੜ ਜਾਣਾ, ਸਾਰੇ ਟਰੱਕ ਮਗਰੋਂ ਦੇਖ ਕੇ ਸੀਵੀ ਨਾ ਵੀ ਹੋਣਾ, ਇਕੱਲਾ ਟਰੱਕ ਹੋਣਾ, ਦੂਜੇ ਦਾ ਟਰੱਕ ਪਛਾਣ ਕੇ ਆਪੋਜੀਟ ਸਾਈਡ ਤੋਂ ਵੀ ਆਉਂਦੇ ਆ ਖੜ ਜਾਣਾ ਵੀ ਆ ਫਲਾਣੇ ਦਾ ਟਰੱਕ ਆ, ਨਿੰਮੇ ਅਠਵਾਲ ਦਾ ਟਰੱਕ ਜਾਂ ਫਲਾਣੇ ਦਾ ਆ। ਅਸੀਂ ਉਹ ਖੜ ਕੇ ਦੂਜੇ ਪਾਸੇ ਪੁੱਛ ਕੇ ਆਉਣਾ ਵੀ ਕੋਈ ਹੈਲਪ ਤੇ ਨਹੀਂ ਚਾਹੀਦੀ। ਅੱਛਾ ਜੀ। ਉਦੋਂ ਬਾਅਦ ਇੱਕ ਵਾਰੀ ਮੈਂ ਤਾਂ ਸੁਣਾਉਣਾ ਘਟਨਾ, ਅਸੀਂ ਪੋਰਟਲੈਂਡ ਤੋਂ ਆਉਂਦੇ ਸੀ ਤਾਂ ਮੇਰੇ ਆਪੋਜੀਟ ਸਾਈਡ ਏ ਟ੍ਰੇਨ ਲੰਬਰ ਦਾ ਟਰੱਕ ਸੀਗਾ। ਉਹ ਸਾਈਡ ਤੇ ਸਾਈਕਲ ਜਾਂਦਾ ਸੀ। ਜਦੋਂ ਦੇ ਬਰਾਬਰ ਟਰੱਕ ਉਹ ਸਾਈਕਲ ਵਾਲੇ ਨੇ ਘੁਮਾਇਆ ਤਾਂ ਗੋਰੇ ਨੇ ਬ੍ਰੇਕ ਮਾਰੀ, ਉਹ ਮੇਰੇ ਸਾਹਮਣੇ ਆਉਂਦਾ ਜੀ ਪਲਟ ਗਿਆ, ਟੇਢਾ ਹੋ ਗਿਆ। ਤੇ ਮੈਂ ਆਪਣਾ ਆਪੋਜੀਟ ਸਾਈਡ ਜਾਂਦਾ ਸੀਗਾ, ਮੈਂ 4 ਵੇ ਲਾ ਕੇ ਰੈਡ ਬੈਂਡ ਦਾ ਕੰਮ ਕਰਦਾ ਸੀ। ਮੈਂ ਰੋਡ ਕੱਢੀ ਤੇ ਗਿਆ, ਮੈਂ ਕਿਹਾ ਵਿੰਡੋ ਬੰਡਾ ਭੰਨੂਗਾ। ਕੁਦਰਤੀ ਜੀ ਮੇਰੇ ਮਗਰ ਇੱਥੇ ਆਪਣੇ ਸੜੀ ਰਹੇ ਸੀਗੇ ਤਕਰੀਬਨ। ਉਹਨੇ ਜਦੋਂ ਮੇਰਾ ਟਰੱਕ ਦੇਖਿਆ, ਉਹ ਟਰੱਕ ਮੇਰੇ ਵੱਲ ਦੇਖ ਕੇ 3 ਮੁੰਡੇ ਹੋਰ ਖੜ ਗਏ, 4 ਜਣੇ ਸੀ। ਅਸੀਂ 1 ਘੰਟਾ ਬਾਹਰ ਲਾ ਲਿਆ ਵੀ ਇਹਨਾਂ ਨੂੰ ਗੋਰੇ ਗੋਰੀ ਨੂੰ ਕੱਢੀਏ। ਉਹ ਸਾਹਮਣੇ ਦੁਪਹਿਰੇ ਰਹਿੰਦੇ ਜੀ ਟਰੱਕ ਪਲਟਿਆ। ਅੱਛਾ, ਉਹ ਸਾਡੇ ਕੋਲ ਨਹੀਂ, ਉਹਦੀ ਕੋਈ ਵਿੰਡੋ ਟੁੱਟੀ ਨਹੀਂ, ਨਿਕਲਿਆ। 1 ਘੰਟੇ ਬਾਅਦ ਫੇਰ ਫਾਇਰ ਵਾਲੇ ਆ ਗਏ, ਪੁਲਿਸ ਵਾਲੇ ਆਏ। ਉਹ ਕਹਿੰਦੇ ਵੀ ਹੁਣ ਤੁਸੀਂ ਜਾਓ। ਮਤਲਬ ਕੋਈ ਜਦੋਂ ਦੂਜੇ ਦੀ ਏਦਾਂ ਅਸੀਂ ਦੇਖਦੇ ਸੀਗੇ ਤੇ ਅਸੀਂ ਖੜਦੇ ਸੀਗੇ। ਤੇ ਆਹ ਜਿਹੜੀ ਘਟਨਾ ਤੁਸੀਂ ਦੱਸੀ ਆ ਜੀ, ਇਹ ਤਾਂ ਬੜੀ ਸ਼ਰਮਨਾਕ ਗੱਲ ਆ ਵੀ ਤੁਸੀਂ ਕੋਲ ਦੀ ਲੰਘੇ ਜਾਂਦੇ ਆ। ਇਹ ਐਕਚੁਅਲੀ ਦੂਰੀਆਂ ਵਧਾਈਆਂ ਜੀ ਫੋਨ ਨੇ। ਅਸੀਂ ਵੀ ਦੇਖਦੇ ਹੁੰਦੇ ਸੀਗੇ ਜਦੋਂ 2000 ਜਾਂ 98 ਤੋਂ ਬਾਅਦ ਫੋਨ ਆਉਣ ਲੱਗ ਪਿਆ, ਸਾਡਾ ਸੀਵੀਆਂ ਦੇ ਕਮਿਊਨੀਕੇਸ਼ਨ ਟੁੱਟਣ ਲੱਗ ਪਿਆ। ਹਰ ਬੰਦਾ ਇੰਡੀਵਿਜੂਅਲ ਜਿਹਾ ਹੋ ਗਿਆ। ਈਵਨ ਹੁਣ ਤਾਂ ਇੱਥੇ ਪਰਿਵਾਰਾਂ 'ਚ ਬੈਠਾ ਹੀ ਘਰਾਂ 'ਚ ਗੱਲ ਨਹੀਂ ਕਰਦੇ, ਉਹ ਆਪਣੇ ਸੈੱਲਫੋਨ ਤੇ ਲੱਗਾ, ਉੱਤੇ ਲੱਗਾ। ਸੋ ਦੁਨੀਆ ਹੈ ਨਾ ਇੱਕ ਵੱਖਰੀ ਜਿਹੀ, ਜਿੱਦਾਂ ਪਿਛਲੇ ਭਾਈ ਸਾਹਿਬ ਨੇ ਦੱਸਿਆ, ਭੁੱਖ ਦੌੜ ਦੀ ਜਿਹੜਾ ਗਰੀਡ ਹੀ ਇੰਨੀ ਵੱਧ ਗਈ ਆ ਵੀ ਦੂਜੇ ਬੰਦੇ ਪ੍ਰਤੀ ਕਿਸੇ ਦੀ ਹਮਦਰਦੀ ਰਹੀ ਨਹੀਂ ਗਈ। ਧੰਨਵਾਦ ਗਿਲ ਸਾਹਿਬ। ਥੈਂਕ ਯੂ ਵੀ, ਥੈਂਕ ਯੂ। ਬਾਗੜੀ ਜੀ, ਜਸਕਰਨ ਸਿੰਘ ਬਾਗੜੀ। ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜਸਕਰਨ ਜੀ। ਇੰਡੀਆ ਬਾਈ ਜੀ ਟਰੱਕ ਚਲਾਇਆ, ਉੱਥੇ ਇੰਨਾ ਕੁ ਪਿਆਰ ਹੁੰਦਾ ਸੀਗਾ ਵੀ ਯਕੀਨ ਕਰਿਓ ਜਲੰਧਰੋਂ ਤੁਰਦੇ ਹੁੰਦੇ ਸੀ। 93 ਦੀ ਗੱਲ ਆ ਬਾਈ ਜੀ, ਇਕੱਠੀਆਂ ਗੱਡੀਆਂ ਤੁਰਦੀਆਂ ਰਹੀਆਂ। ਤੁਸੀਂ ਵੀ ਕੰਮ ਕੀਤਾ ਗੱਡੀਆਂ ਦਾ, ਜਲੰਧਰੋਂ ਸਾਡੀਆਂ ਜੈਫਰ ਗੋਲਡਨ ਨਾਲ ਪਾਈਆਂ ਹੁੰਦੀਆਂ ਗੱਡੀਆਂ ਮਾਮਿਆਂ ਦੀਆਂ। ਵੀ ਯਕੀਨ ਕਰਿਓ 20 ਗੱਡੀਆਂ ਤੁਰਦੀਆਂ ਸੀ ਬੰਗਲੌਰ ਨੂੰ, ਤੇ ਗੁਹਾਟੀ ਨੂੰ ਵੀ ਗਏ ਆ ਤੇ 20 ਗੱਡੀਆਂ ਤੁਰਨੀਆਂ, ਇਕੱਠੇ ਜਾਂਦੇ ਰਹੇ ਆ। ਇੰਨਾ ਪਿਆਰ ਹੁੰਦਾ ਸੀਗਾ। ਹੁਣ ਬਾਈ ਜੀ ਉੱਥੇ ਵੀ ਪਿਆਰ ਆਇਆ ਨਹੀਂ, ਉੱਥੇ ਗੱਡੀਆਂ ਸਾਰੀਆਂ ਬੈਕਿੰਗਾਂ ਵੇਚਤੀਆਂ ਆ ਇਸੇ ਦੁੱਖੋਂ ਹੀ ਕਿ ਜਦ ਕੋਈ ਕਿਸੇ ਨੂੰ ਬੁਲਾਉਂਦਾ ਹੀ ਨਹੀਂਗਾ, ਕੋਈ ਪਿਆਰ ਹੀ ਹੈ ਨਹੀਂਗਾ। ਜੇ ਹੁਣ ਕੋਈ ਨੁਕਸਾਨ ਹੋ ਜਾਂਦਾ ਮਾਮੇ ਨੇ ਦੱਸਦੇ ਕਿ ਕੋਈ ਖੜਦਾ ਹੀ ਨਹੀਂ ਕੋਲ। ਅੱਗੇ ਨਹੀਂ ਤਾਂ 2-2 3 ਦਿਨ ਵੀ ਖੜ ਜਾਣਾ, ਕੋਈ ਨਹੀਂ ਕੱਟ ਕੇ ਲੋਡ ਲਾ ਲਵਾਂਗੇ ਯਾਰ, ਕੋਈ ਚੱਕਰ ਨਹੀਂਗਾ, ਚੱਲਦੇ ਆ। ਦੂਜੀ ਗੱਲ ਬਾਈ ਜੀ ਇੱਥੇ ਵਾਲੀ ਆ, ਇੱਥੇ ਜਦੋਂ ਚਲਾਉਣ ਲੱਗੇ ਆ ਸੀਵੀਆਂ ਹੁੰਦੀਆਂ ਸੀ, ਇੰਨਾ ਪਿਆਰ ਹੁੰਦਾ ਸੀਗਾ। ਸਾਡਾ ਟਰੱਕ ਪਲਟਿਆ ਬਾਈ ਜੀ, ਮੈਂ ਤਾਂ ਬਲਜਿੰਦਰ ਚਲਾਉਂਦੇ ਹੁੰਦੇ ਸੀਗੇ ਤੇ ਟਰੱਕ ਗੋਲਡਨ ਦੇ ਕੋਲ ਪਲਟਿਆ। ਤੁਸੀਂ ਯਕੀਨ ਕਰੋ ਜਿਹੜੇ ਮੁੰਡੇ ਮੋਹਰੇ ਸੀਗੇ ਉਹ ਵੀ ਰੁਕ ਗਏ, ਜਿਹੜੇ ਮਗਰ ਸੀ ਉਹ ਵੀ ਰੁਕ ਗਏ, ਜਿਹੜੇ ਦੂਜੇ ਪਾਸਿਓਂ ਆਉਂਦੇ ਸੀਗੇ ਉਹ ਵੀ ਮੁੰਡੇ ਗੋਲਡਨ ਦੇ ਕੋਲ ਰੁਕ ਗਏ। ਤੇ ਅਸੀਂ ਤੈਂਦਰ ਆਏ ਹਸਪੀਟਲ, ਪਤਾ ਲੈ ਕੇ ਮੁੰਡੇ ਜਾਂਦੇ ਰਹੇ ਜਿਹੜੇ ਨਹੀਂ ਵੀ ਜਾਣਦੇ ਸੀ। ਜਦੋਂ ਪਤਾ ਲੱਗਾ ਕਿ ਉਹਨਾਂ ਦਾ ਟਰੱਕ ਪਲਟਿਆ, ਸੱਟਾਂ ਲੱਗੀਆਂ ਆ। ਅੱਜ ਕੱਲ ਬਾਈ ਜੀ ਕੋਈ ਰੁਕਦਾ ਹੀ ਨਹੀਂਗਾ, ਪਿਆਰ ਹੀ ਹੈ ਨਹੀਂਗਾ ਲੋਕਾਂ ਦੇ ਵਿੱਚ, ਨਾ ਹਾਈਵੇ ਤੇ ਨਾ ਲੋਕਲ ਆ। ਇੱਥੇ ਲੋਕਲ ਵੀ ਹੁਣ ਕੰਮ ਕਰਦੇ ਆ, ਇਹਦਾ ਟਾਇਰ ਪਾੜ ਜਾਵੇ, ਕਿਸੇ ਨੂੰ ਕੋਈ ਪ੍ਰੋਬਲਮ ਆ ਗਈ, ਹੁੱਡ ਖੋਲ ਕੇ ਖੜਿਆ ਬਾਈ ਜੀ, ਕੋਲ ਦੀ ਹਾਰਨ ਮਾਰ ਕੇ ਲੰਘ ਜਾਂਦੇ ਆ। ਪਤਾ ਨਹੀਂ ਕੀ ਚੱਕਰ ਹੋ ਗਿਆ। 95% ਬਾਈ ਜੀ ਆਪਣੇ ਬੰਦੇ ਆ ਟਰੱਕਿੰਗ ਦੇ ਵਿੱਚ, 5% ਗੋਰੇ ਆ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਉੱਥੇ ਬੰਦਾ ਖੜਾ ਆ, ਰੱਬ ਨਾ ਕਰੇ ਕੋਈ ਉਹਨੂੰ ਹੀ ਕੋਈ ਗੱਲਬਾਤ ਹੋ ਸਕਦੀ ਸੀ ਇਨਸਾਨ ਨੂੰ ਜਿਹੜਾ ਖੜਾ ਸੀਗਾ। ਕਿਉਂ ਨਹੀਂ ਸਾਡਾ ਫਰਜ਼ ਬਣਦਾ ਹੈਗਾ ਖੰਡ ਦਾ? ਇੰਨੇ ਅਸੀਂ ਪੈਸੇ ਦੇ ਮਗਰ ਪਏ ਆ, ਐਡੀ ਭੁੱਖ ਦਿਖਾ ਲਈ ਅਸੀਂ। ਉਦਾਂ ਅਸੀਂ ਕਹਿੰਦੇ ਆ ਕਿ ਅਸੀਂ ਗੁਰੂ ਦੇ ਸਿੱਖ ਆ ਜਾਂ ਸਾਡੀ ਕੌਮ ਹੈ। ਕਿਸੇ ਕਹਿੰਦਾ ਬੰਦੇ ਨੂੰ ਫਿਰ ਗੱਲ ਕੌੜੀ ਲੱਗਦੀ ਆ ਵੀ ਕਹਿੰਦੇ ਸਾਡੀ ਕੌਮ ਬਹੁਤ ਸੇਵਾ ਭਾਵਨਾ ਵਾਲੀ ਆ। ਜਦ ਅਸੀਂ ਬਾਈ ਜੀ ਕਿਸੇ ਦੇ ਕੋਲ ਖੜ ਹੀ ਨਹੀਂ ਸਕਦੇ, ਅਸੀਂ ਦੁੱਖ ਦੇ ਵਿੱਚ ਕਿਸੇ ਦਾ ਸਾਥ ਹੀ ਨਹੀਂ ਦੇ ਸਕਦੇ, ਸੁੱਖ ਦੇ ਵੇਲੇ ਤਾਂ ਬਾਈ ਜੀ ਸਾਰੇ ਭੱਜ ਕੇ ਆਉਂਦੇ ਆ। ਹੁਣ ਉਸ ਇਨਸਾਨ ਦੇ ਉੱਪਰ ਮੁਸੀਬਤ ਪਈ ਆ, ਉਦੋਂ ਉਹਨੂੰ ਲੋੜ ਆ, ਉਦੋਂ ਤੁਸੀਂ ਖੜੇ ਨੇਗੇ। ਆਪਣੇ ਤਾਂ ਬਾਈ ਜੀ ਟਰੱਕਾਂ ਦੀਆਂ ਤੁਹਾਡੇ ਸਾਹਮਣੇ ਹੁਣ ਲਾਈਨਾਂ ਲੱਗੀਆਂ ਜਾਂਦੀਆਂ ਨੰਬਰ 1 ਹਾਈਵੇ ਤੇ ਜਾਂ ਸਾਗ ਦੇ ਉੱਪਰ, ਕੈਲਗਰੀ ਨੂੰ ਮੁੰਡੇ ਐਡਮਿੰਟਨ ਨੂੰ, ਟਰਾਂਟੋ ਨੂੰ ਚੱਲਦੇ, ਵਿਨੀਪੈਗ ਨੂੰ ਚੱਲਦੇ ਆ। ਹੁਣ ਕਿਹੜੇ ਮੂੰਹ ਦੇ ਨਾਲ ਕਹਿ ਸਕਦੇ ਬੰਦੇ ਜਿਹੜੇ ਕੋਲ ਦੀ ਲੰਘੇ ਆ ਕਿ ਹਾਂਜੀ ਬਾਈ ਜੀ ਅਸੀਂ ਦੇਖਿਆ ਨਹੀਂ ਸੀਗਾ ਜਾਂ ਸਾਨੂੰ ਪਤਾ ਨਹੀਂ ਲੱਗਾ। ਕੋਈ ਛੋਟੀ ਮੋਟੀ ਚੀਜ਼ ਤਾਂ ਹੈ ਨਹੀਂ ਸੀਗੀ, ਕਿਉਂਕਿ ਇਹ ਪਿਆਰ ਹੈ ਨਹੀਂ ਬਾਈ ਜੀ। ਪਿਆਰ ਹੋਣਾ ਚਾਹੀਦਾ। ਫੋਨ ਆ ਗਿਆ, ਦੂਸਰਾ ਇੱਕ ਦੂਜੇ ਨੂੰ ਦੇਖ ਕੇ ਰਾਜੀ ਨੇ। ਅੱਗੇ ਬਾਈ ਜਦੋਂ ਜਾਂਦੇ ਸੀਗੇ ਸਾਰੇ ਪੁੱਛਦੇ ਹੁੰਦੇ ਸੀ ਇੱਕ ਦੂਜੇ ਨੂੰ, ਯਾਰ ਕਿੱਧਰ ਨੂੰ ਚੱਲੇ? ਜੇ ਟਰਾਂਟੋ ਨੂੰ ਵੀ ਚੱਲਦੇ ਰਹੇ ਆ, ਤੁਸੀਂ ਯਕੀਨ ਕਰਿਓ ਇੱਥੋਂ ਵੀ ਇਕੱਠੇ ਤੁਰਨੇ 8-9 ਟਰੱਕ ਹੁੰਦੇ ਸੀ। ਫਿਰ ਉੱਥੇ ਬਰਤਾਨੀਆ ਦੇ ਟਰਾਂਟੋ ਖੜ ਜਾਣਾ ਪੈਟਰੋ ਤੇ, ਉੱਥੋਂ ਇਕੱਠੇ ਟਰੱਕ ਤੁਰਨੇ ਵੈਨਕੂਵਰ ਵਾਲੇ। ਜੇ ਕੋਈ ਲਾਂਭਲਾ ਬੰਦਾ ਵੀ ਹੁੰਦਾ ਸੀ
ਕਿਸੇ ਨੇ ਜੇ ਕਹਿਣਾ ਯਾਰ ਸਾਡੇ ਕੋਈ ਸਮਾਨ ਆ ਇੰਡੀਆ ਤੋਂ ਪੁਲਿਸ ਲੈ ਜਾਓ, ਅਸੀਂ ਕਹਿਣਾ ਲਿਆ ਫੜਾ ਲੈ ਜਾਂਦੇ, ਕੋਈ ਗੱਲ ਨਹੀਂ। ਉੱਥੇ ਪਤਾ ਹੁੰਦਾ ਸੀ ਵੈਨਕੂਵਰ ਵਾਲੇ ਟਰੱਕ ਉੱਥੇ ਲੱਗੇ ਆ, ਉੱਥੇ ਜੇ ਕਿਸੇ ਬੰਦੇ ਨੂੰ ਨਾਲ ਭੇਜਣਾ ਉਹਨੂੰ ਭੇਜ ਦੋ। ਇਹ ਪਤਾ ਨਹੀਂ ਬਾਈ ਜੀ ਕੀ ਚੱਕਰ ਹੈ। ਤਾਂ ਰਿਕੁਐਸਟ ਹੀ ਆ ਸਾਰਿਆਂ ਦੇ ਮੋਰੇ, ਜਿਹੜੇ ਲੋਕਲ ਵੀ ਜਾਂ ਹਾਈਵੇ ਤੇ ਵੀ ਹੈਗੇ ਆ, ਵੀ ਪਿਆਰ ਰੱਖੋ ਇੱਕ ਦੂਜੇ ਦੇ ਨਾਲ। ਜਦੋਂ ਕਿਸੇ ਨੂੰ ਲੋੜ ਪੈਂਦੀ ਆ ਮੁਸੀਬਤ ਵੇਲੇ, ਉਦੋਂ ਜ਼ਰੂਰ ਖੜੋ ਬੰਦੇ ਦੇ ਕੋਲ, ਤੁਹਾਡਾ ਫਰਜ਼ ਬਣਦਾ ਖੜਨ ਦਾ ਬਾਈ ਜੀ। ਥੈਂਕ ਯੂ, ਧੰਨਵਾਦ। ਧੰਨਵਾਦ ਧੰਨਵਾਦ। ਇਹਦਾ 1 ਮਹੀਨੇ 6 ਲਾਏ ਆ 97 ਦੇ ਵਿੱਚ। ਮੈਂ ਇੱਕ ਮੇਰੇ ਯਾਦ ਆ ਕੋਈ ਇਕੱਠੇ ਹੀ ਉੱਥੇ ਹੀ ਪੈਟਰੋ ਤੇ ਡੇਅਰੀ ਤੇ ਇੱਕ ਲੋਡ ਕਰਨ ਚੱਲ ਗਿਆ ਸੀ। ਲੋਡ ਕਰਕੇ 7 ਘੰਟੇ ਅਸੀਂ ਰੁਕੇ, ਇਕੱਠੇ ਚੱਲਾਂਗੇ ਯਾਰ, ਗੱਲਾਂ ਬਾਤਾਂ ਮਾਰਾਂਗੇ, ਕਿਉਂਕਿ CPU ਸੀ, ਹੋਰ ਤਾਂ ਕੁਝ ਹੈ ਨਹੀਂ ਸੀ। ਜਦ ਉਧਰੋਂ ਮੁੜ ਕੇ 94 ਆ ਕੇ ਮਾੜਾ ਜਿਹਾ ਸਿਆਟਲ ਦੇ ਨੇੜੇ ਸ਼ੈਡੋ ਲਾਈਨ ਵਾਲੇ ਦੀ ਆਵਾਜ਼ ਆਉਣੀ ਕਿਸੇ ਦੀ, ਫਿਰ ਕਹਿਣਾ ਵੀ ਬੱਲਾ ਬੱਲਾ ਬੱਲਾ, ਮਸਾਂ ਆਵਾਜ਼ 7ਵੇਂ ਦਿਨ 5ਵੇਂ ਦਿਨ ਆਈ। ਤੇ ਪਤਾ ਨਹੀਂ ਯਾਰ ਐਡੀ ਗਿਰਾਵਟ ਜਿਹੜੀ ਸਾਡੇ 'ਚ ਕਿਉਂ ਹੋ ਗਈ। ਗਰੇਵਾਲ ਸਾਹਿਬ, ਗਰੇਵਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਤਾਂ ਅੱਜ ਗੱਲ ਸੁਣੀ, ਮੈਨੂੰ ਬੜਾ ਉਹ ਲੱਗਿਆ। ਮੈਂ ਕਿਹਾ ਇਹ ਵੀ ਯਾਰ ਇਦਾਂ ਕਿੱਦਾਂ ਨਾ। ਮੈਂ ਤਾਂ ਇੱਕ ਵਾਰੀ ਇੱਥੇ ਦੇਖਿਆ ਹਾਈਵੇ ਬੰਦ ਹੋ ਗਿਆ ਸੀ, ਇੱਕ ਮੁੰਡਾ ਮੇਰੇ ਕੋਲੇ ਆਪ ਚੱਲ ਕੇ ਆਇਆ, ਮੇਰੇ ਮੂਹਰੇ ਟਰੱਕ ਸੀ ਉਹਦਾ। ਉਹ ਕਹਿੰਦਾ ਵੀਰੇ ਵੀ ਰੋਟੀ ਦੀ ਲੋੜ ਹੋਈ ਦੱਸ ਦਿਓ। ਕਹਿੰਦਾ ਵੀ ਹਾਈਵੇ ਦਾ 5-4 ਘੰਟੇ ਬੰਦ ਹੋਣਾ। ਉਹ ਮੈਂ ਉਹਨੂੰ ਕਿਹਾ ਵੀ ਬੜੇ ਭਾਈ ਕੋਈ ਗੱਲ ਨਹੀਂ, ਮੇਰੇ ਕੋਲੇ ਹੈਗਾ, ਜੇ ਲੋੜ ਹੋਈ ਮੈਨੂੰ ਜ਼ਰੂਰ ਦੱਸ ਦੂੰ ਮੈਂ ਤੈਨੂੰ। ਤੇ ਬੜਾ ਕਿਸੇ ਦਾ ਬਲਬ ਵੀ ਖਰਾਬ ਹੋ ਜਾਣਾ, ਅਗਲੇ ਨੇ ਆਪਦੇ ਕੋਲੋਂ ਦੇਣਾ। ਇੱਥੇ ਵੀ ਹੁਣ ਮੈਂ ਤਾਂ ਆਹ ਗੱਲ ਸੁਣ ਕੇ ਅੱਜ ਮੈਨੂੰ ਬੜਾ ਉਹ ਲੱਗਿਆ। ਮੈਂ ਕਿਹਾ ਵੀ ਇਹ ਕਿੱਦਾਂ ਦੀ ਗੱਲ ਆ। ਭਾਈ ਜੀ ਇੰਡੀਆ ਦੀ ਗੱਲ ਕਰਦੇ ਸੀ, ਇੰਡੀਆ ਨਾ ਡੈਡੀ ਹੁਣ ਤੁਹਾਨੂੰ ਪਤਾ ਵੀ ਆਪਣੇ ਤਾਂ ਤਕਰੀਬਨ ਸ਼ੁਰੂ ਤੋਂ ਰਹੀ ਹੈ ਮਹਿਕਮੇ 'ਚ। ਡੈਡੀ ਹੁਣੀ 80s ਤੋਂ ਢਾਬੇ 'ਚ ਬੈਠੇ ਰਹੇ ਆ ਮਹਾਰਾਸ਼ਟਰ 'ਚ। ਕਈ ਇੱਕ ਹੋਟਲ 'ਚ ਫੋਨ ਹੁੰਦਾ ਸੀ, ਇੱਕ ਘਰੇ ਫੋਨ ਹੁੰਦਾ ਸੀ ਲੈਂਡਲਾਈਨ, ਉਦੋਂ ਸੈੱਲ ਫੋਨ ਨਹੀਂ ਸੀ ਹੁੰਦੇ। ਤੇ ਰਾਤ ਨੂੰ ਵੀ ਕਿਸੇ ਬਾਬੂ ਦਾ ਫੋਨ ਆਉਣਾ ਨਾ ਕਲਕੱਤੇ ਹੋ ਜਾਂ ਕਿਤੋਂ, ਰਾਤ ਨੂੰ ਵੀ ਮਤਲਬ ਉੱਠ ਕੇ ਗੱਲ ਕਰਨੀ। ਜੇ ਕਿਸੇ ਨੇ ਕਹਿਣਾ ਮੇਰੀ ਗੱਡੀ ਉੱਥੇ ਐਕਸੀਡੈਂਟ ਹੋ ਗਈ, ਏਦਾਂ ਹੋ ਗਿਆ ਓਦਾਂ ਹੋ ਗਿਆ, ਰਾਤ ਨੂੰ ਜੀਪ ਲੈ ਕੇ ਤੁਰ ਪੈਣਾ ਦੇਖਣਾ। ਤੇ ਘਰੋਂ ਵੀ ਕਈ ਵਾਰ ਰਾਤ ਨੂੰ ਫੋਨ ਕਰਕੇ ਗੱਲਬਾਤ ਕਰਨੀ, ਕਹਿਣਾ ਨਹੀਂ ਯਾਰ ਜਾਣਾ। ਮੈਂ ਕਹਿੰਦਾ ਡੈਡੀ ਨੂੰ ਕਿਹਾ, ਮੈਂ ਕਿਹਾ ਡੈਡੀ ਤੁਸੀਂ ਰਾਤ ਨੂੰ ਤੁਰ ਪੈਂਦੇ ਹੋ ਵੀ ਸਵੇਰੇ ਚਲੇ ਜਾਓ। ਡੈਡੀ ਮੈਨੂੰ ਕਹਿੰਦਾ ਪੁੱਤਰਾ ਇਹਨਾਂ ਦੇ ਕਰਕੇ ਜੀ ਆਉਂਦੇ ਆ, ਇਹਨਾਂ ਦੇ ਕਰਕੇ ਸਭ ਕੁਝ ਬਣਿਆ। ਹਾਂ, ਉਹ ਕਹਿੰਦਾ ਵੀ ਚਾਹੇ ਅੱਧੀ ਰਾਤ ਨੂੰ ਫੋਨ ਕਰਨ, ਕਹਿੰਦੇ ਇਹਨਾਂ ਦੇ ਕਰਕੇ ਹੀ ਆ। ਮਤਲਬ ਇੱਕ 9 ਹੁੰਦਾ ਸੀਗਾ ਵੀ ਕਈ ਵਾਰ ਤਾਂ ਏਦਾਂ ਹੁੰਦਾ ਸੀ ਬਾਈ ਜੀ ਵੀ ਆਪਾਂ ਨੂੰ ਜਾਣਦੇ ਪਛਾਣਦੇ ਵੀ ਨਹੀਂ ਬੰਦੇ ਨੂੰ, ਉਹਦੀ ਵੀ ਹੈਲਪ ਕਰਦੇ ਸੀ। ਜੇ ਉਹਦੇ ਨਾਲ ਕੋਈ ਪੁਲਿਸ ਸਟੇਸ਼ਨ ਦਾ ਚੱਕਰ ਆ, ਕੋਈ ਟਾਇਰ ਦਾ ਚੱਕਰ ਆ, ਕਈ ਵਾਰ ਅਗਲੇ ਨੂੰ ਮਤਲਬ ਕਿਸੇ ਪੁਲਿਸ ਸਟੇਸ਼ਨ 'ਚ ਗੱਲਬਾਤ ਕਰਨੀ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਕੁਛ ਹੋ ਗਿਆ, ਉਹਦੀ ਹੈਲਪ ਕਰਨੀ। ਟਰੱਕ ਦਾ ਕੋਈ ਮਤਲਬ ਕੋਈ ਵੀ ਪੰਪ ਦਾ ਕੰਮ ਹੋ ਗਿਆ, ਮਕੈਨੀਕਲ ਕੋਈ ਇਸ਼ੂ ਹੋ ਗਿਆ, ਮਤਲਬ ਜਾਣ ਤੇ ਪਛਾਣ ਦੀ ਤਾਂ ਬਾਅਦ ਦੀ ਗੱਲਾਂ ਹੁੰਦੀਆਂ ਸੀ। ਇਵਨ ਡੈਡੀ ਨੇ ਦੱਸੀ ਸੀ 84 ਦੀ ਗੱਲ। ਡੈਡੀ ਕਹਿੰਦੇ 84 'ਚ ਮੈਨੂੰ ਜਦੋਂ ਉੱਥੇ ਬੈਠੇ ਸੀ, ਮੇਰਾ ਤਾਂ 84 ਦਾ ਜਨਮ ਹੀ ਆ। ਤੇ ਜਦ ਆਪਣੇ ਹੋਇਆ ਅਕਤੂਬਰ ਵਾਲਾ ਕੇਸ ਹੋਇਆ, ਤੇ ਉਦੋਂ ਡੈਡੀ ਦੱਸਦੇ ਕਹਿੰਦੇ ਵੀ ਸਾਰੇ ਆ ਗਏ, ਕਹਿੰਦੇ ਇੱਕ ਦੂਜੇ ਪੁੱਛਣ ਲੱਗੇ ਬਾਈ ਕੀ ਗੱਲ ਆ, ਵੀ ਕਿੱਦਾਂ ਵੀ ਇਹ ਚੱਕਰ ਹੋ ਗਿਆ ਤੇ ਕਿੱਦਾਂ ਕਰੀਏ। ਤਕਰੀਬਨ ਡੈਡੀ ਕਹਿੰਦਾ ਵੀ 35-40 ਗੱਡੀਆਂ ਵਾਲੇ ਉੱਥੇ ਹੀ ਖੜ ਗਏ, ਵੀ ਨਹੀਂ ਆਪਾਂ ਕਿਤੇ ਜਾਣਾ ਨਹੀਂ, ਵੀ ਇੱਧਰ ਬਾਈ ਹੁਣ ਇਕੱਲੇ ਨੇ, ਵੀ ਕਿਤੇ ਹੋਰ ਨਾ ਕੋਈ ਚੱਕਰ ਪੈ ਜਾਵੇ। ਪਰ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਗੱਲਬਾਤ ਨਹੀਂ ਹੋਈ, ਕੁਛ ਨਹੀਂ ਹੋਇਆ, ਸਭ ਠੀਕ ਠਾਕ ਸੀ। ਹੁਣ ਏਦਾਂ ਦੀ ਉਹ ਕਹਾਣੀ ਡੈਡੀ ਕਈ ਵਾਰ ਦੱਸਦੇ ਹੁੰਦੇ ਆ, ਕਹਿੰਦੇ ਵੀ ਅਸੀਂ ਇੰਨੀ ਇੱਕ ਦੂਜੇ ਦੀ ਹੈਲਪਫੁਲ ਸੀਗੇ। ਮਜਾਲ ਆ ਵੀ ਕੋਈ ਬੰਦਾ ਰਾਹ 'ਚ ਇੱਕ ਖੜ ਜਾਵੇ, ਉਹਦੇ ਮਗਰ 4 ਹੈਲਪ 5 ਵਾਲੇ ਖੜ ਜਾਂਦੇ ਬੰਦੇ ਜਿਹਦੀ। ਇਹ ਤਾਂ ਧੰਨਵਾਦ ਜੀ। ਬਾਕੀ ਇਹ ਤਾਂ ਮੈਨੂੰ ਗੱਲ ਸੁਣ ਕੇ ਬਹੁਤ ਉਹ ਲੱਗਿਆ, ਫੀਲ ਹੋ ਰਿਹਾ ਵੀ ਕਿੱਦਾਂ ਬਾਈ ਵਿਚਾਰਾ -2 'ਚ ਖੜਾ ਬੰਦੇ ਉਹਦੇ ਕੋਲੋਂ ਨਿਕਲ ਗਏ ਆ। ਥੈਂਕ ਯੂ ਵਪਾਰਕ ਸਿੰਘ ਕੇ ਜਵਾਕਾਂ ਦੀ ਪੜ੍ਹਾਈ ਦੀ ਗੱਲਬਾਤ ਆਪਾਂ ਸ਼ੁਰੂ ਕਰਨੀ। ਇਸ ਹਿੱਸੇ ਦੇ ਵਿੱਚ ਜਿਹੜੀ ਗੱਲਬਾਤ ਮੈਂ ਕਰਨੀ ਹੈ ਉਹ ਇਹ ਹੈ ਕਿ ਅਗਲੀ ਪੀੜ੍ਹੀ ਦੀ ਸਾਡੀ ਦੀ ਕੁਝ ਕਾਲਰ ਵੇਟ ਕਰ ਰਿਹਾ ਪਹਿਲੇ ਸ਼ਾਇਦ ਵਿਸ਼ੇ ਤੇ ਗੱਲ ਕਰਨ ਲਈ। ਪਾਲ ਜੀ ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕਹਿੰਦਾ ਜਿਹੜਾ ਆਪਾਂ ਕਹਿੰਦੇ ਨਾ ਆਪਣਾ ਇਹ ਜਿਹੜਾ ਸਿਸਟਮ ਹੁਣ ਆਪਣੇ ਇੱਥੇ ਭਾਰੂ ਹੈਗਾ, ਇਹਨੇ ਜੋ ਜਿੱਤ ਪ੍ਰਾਪਤ ਕੀਤੀ ਆਪਣੀ ਜਰਮਨੀ ਦੇ ਉੱਤੇ ਰਾਈਟ, ਇਹਨਾਂ ਕੋਈ ਫਿਲਾਸਫਰ ਸੀਗਾ ਤੇ ਉਹ ਕਹਿੰਦਾ ਜੀ ਕਹਿੰਦਾ ਵੀ ਆਪਾਂ ਜਿੱਤ ਪ੍ਰਾਪਤ ਕਰ ਲਈ ਜਰਮਨੀ ਦੇ ਉੱਤੇ, ਪਰ ਲੋਕ ਵੀ ਸਾਡੀ ਕੋਈ ਇੱਜ਼ਤ ਨਹੀਂ ਹੈ, ਨਾ ਹੀ ਕੋਈ ਸਾਡੇ ਤੇ ਵਿਸ਼ਵਾਸ ਕਰਦਾ। ਉਹ ਕਹਿੰਦਾ ਉਹਨਾਂ ਨੇ ਫਿਰ ਇਹਨਾਂ ਪੋਲੀਟੀਸ਼ੀਅਨ ਨੂੰ ਕਿਹਾ ਵੀ ਜਦੋਂ ਆਪਾਂ ਨੈਕਸਟ ਟਾਈਮ ਕੋਈ ਜਿਹੜਾ ਆਪਣਾ ਕੋਈ ਦੁਸ਼ਮਣ ਆ, ਆਪਾਂ ਉਹ ਦੁਸ਼ਮਣ ਉਹ ਦੁਸ਼ਮਣ ਵਰਗਾ ਲੱਗਣਾ ਚਾਹੀਦਾ ਰਾਈਟ। ਜਿਹੜਾ ਆਪਣਾ ਦੁਸ਼ਮਣ ਆ ਉਹਨਾਂ ਦਾ ਜਿਹੜਾ ਦੁਸ਼ਮਣ ਆ ਉਹ ਆਪਣੇ ਦੁਸ਼ਮਣ ਵਰਗਾ ਹੀ ਲੱਗਣਾ ਚਾਹੀਦਾ। ਹੁਣ ਮੇਰਾ ਖਿਆਲ ਉਹੀ ਮੇਰਾ ਖਿਆਲ ਆਪਣੇ ਹੋ ਰਿਹਾ, ਆਪਣੇ
ਆਪਾਂ ਆਪਦੇ ਆਪ ਨੂੰ ਕਿਹੜੀ ਸਾਈਜ਼ ਕਰਦੇ ਜੇ ਆਪਾਂ ਕਹਿੰਦੇ ਆਪਣੇ ਬੱਚਾ ਦਾ ਦੁਸ਼ਮਣ ਉਹ ਵੀ ਆਪਾਂ ਨੂੰ ਆਪਣੀ ਲੱਗਦੀ ਹੈ, ਚਾਹੇ ਮੀਡੀਆ ਚਾਹੇ ਐਂਟਰਟੇਨਮੈਂਟ ਚਾਹੇ ਉਹ ਜੁਡੀਸ਼ਰੀ ਦੇ ਵਿੱਚ ਰਹੇ। ਉਹ ਆਪਾਂ ਕਿਤੇ ਬਾਦਲ ਨੂੰ ਗਾਲਾਂ ਕੱਢ ਲਈਆਂ, ਕਿਤੇ KPS ਗਿੱਲ ਨੂੰ ਗਾਲਾਂ ਕੱਢ ਲਈਆਂ ਨੇ। ਉਹ ਮੇਰਾ ਖਿਆਲ ਹੁਣ ਵੀ ਜਿਹੜੇ ਆਪਣੇ ਕੋਈ ਬੱਚੀਆਂ ਦੋ ਮਾਰਤੀਆਂ ਰਾਈ, ਉਹ ਵੀ ਆ ਸਰਪੰਚ ਦਾ ਮੁੰਡਾ ਸੀ, ਉਹ ਫਲਾਣੇ ਦਾ। ਹੁਣ ਸਰਪੰਚ ਤੇ ਰਹਿ ਕਿਹੜਾ ਦਾ, ਸਰਪੰਚ ਨੂੰ ਕੋਈ ਜਿਹੜੀ ਸਰਪੰਚ ਦੀ ਕੋਈ ਗੱਲ ਕਰਨ ਦੇ ਰਿਹਾ, ਕੋਈ ਨਹੀਂ ਗੱਲ ਕਰਨ ਦਿੰਦਾ। ਉਹ ਕਹਿੰਦੇ ਨਹੀਂ ਇਹਨੂੰ ਪਾਸੇ ਕਰੋ। ਇਹਦਾ ਮੇਰੇ ਖਿਆਲ ਸਰਪੰਚ ਦਾ ਨਾਂ ਵੀ ਚੇਂਜ ਕਰ ਦੇਣਾ ਚਾਹੀਦਾ, ਜੋ ਕਿ ਰਿਲੀਜੀਅਸ ਲੋਕ ਆ ਉਹਨੂੰ ਆਪਾਂ ਵੀ ਉਹਨਾਂ ਦੇ ਮਗਰ ਪਏ। ਹਾਂਜੀ ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ। ਮੇਰਾ ਖਿਆਲ ਆਪਾਂ ਜ਼ਿਆਦਾ ਕਰ ਲਿਓ ਪਿਛਲੇ ਪਾਸੇ ਗੱਲ, ਕੋਈ ਨਾ। ਧੰਨਵਾਦ। ਸੋਸ਼ਲ ਇਕਨੋਮਿਕ ਸਿਸਟਮ ਚ ਕਈ ਵਾਰ ਇਧਰ ਉਧਰ ਤਾਰ ਲੱਗ ਜਾਓ। ਸੈਮ ਜੀ, ਲਾਈਨ ਨੰਬਰ 3। ਗਿਆ ਸਾਹਿਬ, ਮੈਂ ਤਾਂ ਇਹ ਕਹੂੰਗਾ ਵੀ ਆਪਣੇ ਆਪ ਨੂੰ ਰਿਫਰੈਸ਼ ਕਰੀਏ। ਅਸੀਂ ਕੋਈ ਸ਼ੱਕ ਨਹੀਂ, ਜੋ ਗੱਲਾਂ ਕਰ ਰਹੇ ਹੋ ਰਹੀਆਂ। ਮੇਰੀ ਹੈਲਪ ਉਹਨਾਂ ਟਾਈਮਾਂ 'ਚ ਕੀਤੀ ਜਦੋਂ ਕਿ ਮੈਂ ਬੜਾ ਤੰਗ ਹੋ ਗਿਆ, ਔਰ ਉਹ ਅੱਜ ਤੱਕ ਨਹੀਂ ਮੈਂ ਭੁੱਲਿਆ। ਔਰ ਮੈਂ ਇਹ ਵੀ ਨਹੀਂ ਭੁੱਲਿਆ ਵੀ ਮੈਂ ਕਿਸੇ ਦੀ ਗਾਂ ਹੈਲਪ ਕਰਨੀ ਹੈ। ਜਿਸ ਬਾਈ ਨੂੰ ਤੁਸੀਂ ਰੋਡ ਦੇ ਛੱਡਿਆ ਹੈ, ਉਹ ਬਾਈ ਦਾ ਹੁਣ ਮਨ ਤੁਹਾਡੇ ਪ੍ਰਤੀ ਕਿਵੇਂ ਰਹੂਗਾ? ਸੋ ਇਸ ਲਈ ਆਪਣੇ ਆਪ ਨੂੰ ਰਿਫਰੈਸ਼ ਕਰੋ। ਨਵੇਂ ਡਰਾਈਵਰ ਜੁੜ ਰਹੇ ਆ ਔਰ ਪੁਰਾਣੇ ਆਪਣੀਆਂ ਗੱਲਾਂ। ਵੈਸੇ ਤਾਂ ਬਹੁਤ ਵਧੀਆ ਪ੍ਰੋਗਰਾਮ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ, ਪਤਾ ਲੱਗਦਾ ਰਹਿੰਦਾ। ਨਵੇਂ ਡਰਾਈਵਰ ਹੱਥ ਨਾ ਕਰੋ, ਕਾਰਾਂ ਵਾਲਿਆਂ ਨਾਲ ਹੱਥ ਨਾ ਕਰੋ। ਔਰ ਆਪਣੇ ਪ੍ਰਤੀ ਬਿਲਕੁਲ ਸਾਨੂੰ ਧਿਆਨ ਰੱਖਣਾ ਚਾਹੀਦਾ। ਜੇ ਸਾਡਾ ਕੋਈ ਬੰਦਾ ਖੜਾ ਆ ਰਸਤੇ 'ਚ, ਉਹਦੀ ਹੈਲਪ ਕੀਤੀ ਜਾਵੇ, ਉਹ ਗਾਂ ਹੈਲਪ ਕਰਦਾ। ਪਲੀਜ਼ ਇੱਕ ਚੀਜ਼ ਨੂੰ ਘਟਾਓ ਨਾ, ਇਹ ਘਟਦੀ ਮੈਂ ਆਪ ਦੇਖੀ ਆ। ਇਹਨੇ ਕਹਿਣਾ ਸੀਗਾ। ਥੈਂਕ ਯੂ ਜੀ। ਕਿਉਂਕਿ ਹੋਰ ਕੋਈ ਤੰਗ ਨਹੀਂ ਜਾਂ ਤੁਸੀਂ ਸੇਮ ਪ੍ਰੋਫੈਸ਼ਨ ਦੇ ਵਿੱਚੋਂ। ਗੁਰਬਲ ਸਿੰਘ, ਲਾਈਨ ਨੰਬਰ 4, ਆਖਰੀ ਕਾਲ। ਮੈਂ ਅਗਲੇ ਵਿਸ਼ੇ ਤੇ ਗੱਲ ਕਰ। ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਧੰਨਵਾਦ ਜੀ ਟਾਈਮ ਦੇਣ ਲਈ, ਬਹੁਤ ਬਹੁਤ ਤੁਹਾਡਾ। ਧੰਨਵਾਦ ਬਾਈ ਜੀ, ਧੰਨਵਾਦ। ਹਾਂਜੀ, ਤੇ ਮੈਂ 2 ਵਾਕਿਆ ਸ਼ੇਅਰ ਕਰੂੰਗਾ ਜੀ ਆਪਣੇ ਛੋਟੇ ਐਕਸਪੀਰੀਅੰਸ। ਆਈ ਵਿਲ ਬੀ ਰੀਅਲ ਕੁਇਕ। ਮੈਂ ਜੀ ਪ੍ਰੇਰੀਜ਼ ਦੇ ਵਿੱਚ ਟਰੱਕ ਚਲਾਇਆ ਜੀ, ਪਿੰਡਾਂ ਦੇ ਵਿੱਚ ਗ੍ਰੇਨ ਦੀ ਸੁਪਰ ਵੀ ਜਮਾ, ਜਿਹੜਾ ਆਪਣੇ ਕ੍ਰਿਸਚੀਅਨ ਲੋਕਾਂ ਦਾ ਗੜ ਕਹਿ ਦਿੰਦੇ ਆ, ਫਾਰਮਰਸ ਨੂੰ। 1.5 ਸਾਲ ਚਲਾਇਆ ਜੀ। ਗ੍ਰੈਵਲ ਰੋਡ ਤੇ ਛੋਟੀਆਂ ਜਿਹੜੀਆਂ ਪੇਮੈਂਟ ਰੋਡ ਹੁੰਦੀਆਂ ਉਹਨਾਂ ਤੇ ਜ਼ਿਆਦਾਤਰ ਰਹਿੰਦਾ ਸੀਗਾ ਮੈਂ। ਤੇ ਮੈਂ ਇਹ ਚੀਜ਼ ਨੋਟ ਕੀਤੀ ਜੀ, ਉੱਥੇ ਜੇ ਤੁਸੀਂ ਮਤਲਬ ਸਹੀ ਚੰਗੇ ਦਿਨ, ਧੁੱਪ ਵਾਲੇ ਦਿਨ ਵੀ ਸਾਈਡ ਤੇ ਖੜੇ ਹੋ, ਆਪਦਾ ਕੋਈ ਚੈੱਕ ਕਰ ਰਹੇ ਹੋ, ਤਾਂ ਕੋਈ ਪਿਕਅਪ ਟਰੱਕ, ਕੋਈ ਕਾਰ, ਕੋਈ ਇਸਤਰੀ, ਕੋਈ ਲੇਡੀ, ਕੋਈ ਬੰਦਾ, ਕੋਈ ਇਹੋ ਜਿਹਾ ਬੰਦਾ ਨਹੀਂ ਹੋਊ ਜਿਹੜਾ ਤੁਹਾਨੂੰ ਰੋਕ ਕੇ ਪੁੱਛ ਕੇ ਨਹੀਂ ਜਾਊ ਵੀ ਹਾਂਜੀ ਤੁਸੀਂ ਕਿਉਂ ਖੜੇ ਹੋ। ਸੇਮ ਟੋਕਨ ਤੇ ਜੀ, ਮੈਂ ਇੱਕ ਵਾਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਿਹਾ ਸੀ ਆਪਦੇ ਮਾਸੀ ਜੀ ਨਾਲ ਤੇ ਆਪਣੇ ਮਦਰ ਨਾਲ, ਤੇ ਉੱਥੇ ਮੇਰੇ ਸਾਹਮਣੇ ਦੇਖਦੇ ਦੇਖਦੇ ਸ਼ਾਮ ਜਿਹੜੇ ਟਾਈਮ ਸੀ 7 ਵਜੇ ਦਾ, ਮੂੰਹ ਹਨੇਰਾ ਸੀਗਾ ਜੀ, ਰਸਤੇ ਜਲੰਧਰ ਕੋਲ ਦੀ ਗੱਲ ਆ। ਇੱਕ ਕਾਰ ਵਾਲਾ 2 ਮੋਟਰਸਾਈਕਲ ਵਾਲੇ ਮੁੰਡਿਆਂ ਨੂੰ ਫੇਟ ਮਾਰ ਕੇ ਲੰਘ ਗਿਆ ਜੀ, ਬਹੁਤ ਜ਼ੋਰ ਦੀ। ਤੇ ਦੋਨੇ ਮੁੰਡੇ ਡਿੱਗ ਪਏ, ਉਹਨਾਂ ਦੀਆਂ ਲੱਤਾਂ 'ਚੋਂ ਖੂਨ ਚੋਵੇ। ਮੇਰਾ ਖਿਆਲ ਇੱਕ ਦੀ ਸ਼ਾਇਦ ਲੱਤ ਪਤਾ ਨਹੀਂ ਫ੍ਰੈਕਚਰ ਹੋਈ ਜਾਂ ਨਹੀਂ, ਪਰ ਵਾਹਵਾ ਫੱਟੜ ਹੋ ਗਏ ਉਹ। ਤੇ ਮੈਂ ਕੁਝ ਸੈਕਿੰਡ ਪਿੱਛੇ ਹੀ ਸੀਗਾ, ਬਿਲਕੁਲ 3-4 ਸੈਕਿੰਡ ਪਿੱਛੇ, ਤੇ ਮੈਂ ਇੱਕਦਮ ਰੋਕ ਲਿਆ ਸਾਈਡ ਤੇ। ਤੇ ਜਿਹੜੇ ਆਲੇ ਦੁਆਲੇ ਲੋਕ ਉਹ ਇਸ ਤਰ੍ਹਾਂ ਇਕੱਠੇ ਹੋ ਗਏ ਵੀ ਜਿਵੇਂ ਮੈਂ ਉਹਨਾਂ ਤੇ ਮਾਰਿਆ ਹੁੰਦਾ। ਤੇ ਉਹ ਮੁੰਡੇ ਆਪ ਦੋਨੇ ਜਾਣੇ ਉੱਠ ਕੇ ਉਹਨਾਂ ਨੇ ਇਹ ਗੱਲ ਕਹੀ ਵੀ ਨਹੀਂ ਨਹੀਂ, ਇਹ ਤਾਂ ਵਿਚਾਰਾ ਪਿੱਛੋਂ ਕੋਈ ਰਾਹਗੀਰ ਰੁਕਿਆ, ਜਿਹੜਾ ਮਾਰਨ ਵਾਲਾ ਸੀ ਉਹਦਾ ਭੱਜ ਗਿਆ, ਇੰਨੀ ਤੇਜ਼ ਗਿਆ ਉਹ। ਤੇ ਉਤੋਂ ਮੈਨੂੰ ਮੇਰੀ ਮਾਸੀ ਜੀ ਤੇ ਮੇਰੇ ਇੰਡੀਆ, ਉਹ ਮੰਮੀ ਤਾਂ ਇੰਡੀਆ ਰਹਿੰਦੇ ਆ, ਉਧਰਲੇ ਸਿਸਟਮ ਨਾਲ ਜਾਣੂ ਨੇ, ਉਹ ਕਹਿੰਦੇ ਵੀ ਤੇਰੀ ਗਲਤੀ ਆ, ਤੂੰ ਰੁਕਿਆ ਕਿਉਂ ਇਹਨਾਂ ਲਈ, ਨਹੀਂ ਤਾਂ ਤੇਰੇ ਵੱਢ ਪੈ ਜਾਣੀ ਸੀ ਅੱਜ। ਸੋ ਇਹ ਜਿਹੜਾ ਤੁਸੀਂ ਵਿਸ਼ਾ ਲੈ ਕੇ ਆਏ ਜੀ, ਮੇਰੇ ਮੁਤਾਬਿਕ ਇਹ ਬਹੁਤ ਮਤਲਬ ਇੰਨਾ ਛੇਤੀ ਸਮ ਅਪ ਹੋਣ ਵਾਲਾ ਨਹੀਂ ਹੈਗਾ ਜੀ। ਇਹਦੇ 'ਚ ਪਹਿਲੀ ਗੱਲ ਤਾਂ ਸਾਡਾ ਐਜੂਕੇਸ਼ਨ ਫੇਲੀਅਰ ਆ ਜੀ, ਦੂਸਰੀ ਗੱਲ ਸਾਡਾ ਸੋਸ਼ਲ ਫੇਲੀਅਰ ਆ, ਖਾਸ ਕਰ ਸਾਡਾ ਇੰਡੀਅਨ ਲੋਕਾਂ ਦਾ ਕਹੂੰਗਾ ਮੈਂ ਤਾਂ। ਅਸੀਂ ਮਤਲਬ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਦੇ ਜੀ। ਅਸੀਂ ਤਾਂ ਇਹ ਕਹਿੰਦੇ ਵੀ ਆਪਦਾ ਬਚਾ ਕੇ ਭੱਜੋ ਨਾ। ਸਾਡੇ ਇੱਕ ਕਾਲਰ ਭਾਈ ਸਾਹਿਬ ਨੇ ਕਿਹਾ ਸੀ ਕਿ ਕੋਈ ਵੱਡੀ ਐਜੂਕੇਸ਼ਨ ਲੈਣ ਵਾਲਾ, ਮੈਂ ਤਾਂ ਨਹੀਂ ਇਹ ਚੀਜ਼ ਨਾਲ ਸਹਿਮਤ ਜੀ ਵੀ ਭਾਰਤ ਦਾ ਐਜੂਕੇਸ਼ਨ ਸਿਸਟਮ ਕਿਤੇ ਵੀ ਤੁਹਾਨੂੰ ਮੋਰਲ ਸਿਖਾਉਂਦਾ। ਉਹ ਤੁਹਾਨੂੰ ਜਸਟ ਇਹ ਸਿਖਾਉਂਦੇ ਨੇ ਵੀ ਤੁਸੀਂ ਨੰਬਰ ਲਓ, ਪੜ੍ਹੋ, ਆਪਦਾ ਕੋਈ ਨੌਕਰੀ ਲਓ। ਤੇ ਬਾਈ ਨੇ ਕਹਿਣਾ ਸੀਗਾ ਜੀ ਕਿ ਕੰਪਲੀਟਲੀ ਸਾਨੂੰ ਆਪਣਾ ਐਜੂਕੇਸ਼ਨ ਸਿਸਟਮ ਚੇਂਜ ਕਰਨਾ ਚਾਹੀਦਾ। ਜੇ ਨਹੀਂ ਹੋ ਸਕਦਾ ਤਾਂ ਸਾਨੂੰ ਕਿਤੋਂ ਨਾ ਕਿਤੋਂ ਆਲੇ ਦੁਆਲੇ ਦੇਖ ਕੇ, ਮੈਂ ਤਾਂ ਸਿੱਧੇ ਸ਼ਬਦਾਂ 'ਚ ਕਹੂੰਗਾ ਵੀ ਗੋਰਿਆਂ ਨੂੰ ਦੇਖ ਕੇ ਮੋਰਲ ਜੇ ਆਪਾਂ ਸਿੱਖ ਲਈਏ ਤਾਂ ਸਾਡੇ ਲਈ ਬਹੁਤ ਵੱਡੀ ਉਪਲਬਧੀ ਹੋਊਗੀ। ਧੰਨਵਾਦ। ਧੰਨਵਾਦ ਜੀ। ਅਗਲਾ ਇਹਦੇ ਨਾਲ ਹੀ ਮੈਂ ਅਗਲਾ ਵਿਸ਼ਾ ਜਿਹੜਾ ਛੂਹਣਾ ਚਾਹੁੰਦਾ ਹੈ, ਇਹਦੇ ਨਾਲ ਹੀ ਹੈ ਜਿਹੜੀ ਸਰ ਜਸਵੀਰ ਸਿੰਘ ਗਰੇਵਾਲ ਕਹਿ ਗਿਆ ਨੇ। ਪਹਿਲਾਂ ਹੀ ਮੈਂ ਕਿਹਾ ਸੀ ਵੀ ਪੜ੍ਹਾਈ ਦੀ ਗੱਲ ਮੈਂ ਕਰਨੀ ਚਾਹੁੰਦੀ ਹਾਂ, ਅਗਲੀ ਪੀੜ੍ਹੀ ਦੀ। ਵੰਨਗੀਆਂ ਨੇ, ਉਹ ਵੰਨਗੀਆਂ ਕੀ ਨੇ? ਜਿਹੜੇ ਤਾਂ ਮਾਸਟਰਸ ਵੱਲ ਨੂੰ ਤੁਰ ਪਏ, ਉਹਨਾਂ ਦੇ ਉਹਦਾ ਤੇ
ਦਾਤੇ ਦੀ ਮਿਹਰ ਇੰਨੀ ਆ, ਉਹ ਪੜ੍ਹ ਗਏ, ਉਹ ਹਾਲੇ ਤੱਕ ਯੂਨੀਵਰਸਿਟੀਆਂ ਦੇ ਉਹਨਾਂ ਦੇ ਵਿਜ਼ਿਟਿੰਗ ਕਾਰਡ ਤੇ, ਬਿਜ਼ਨਸ ਕਾਰਡ ਤੇ ਯੂਨੀਵਰਸਿਟੀ ਕਿਹੜੀ ਲਿਖਣੀ ਆ ਬ੍ਰੈਕਟ ਦੇ ਵਿੱਚ, UBC ਲਿਖਣੀ ਆ, SFU ਲਿਖਣੀ ਆ, ਯੂਨੀਵਰਸਿਟੀ ਆਫ ਟੋਰਾਂਟੋ ਲਿਖਣੀ ਆ, ਜਾਂ ਫਿਰ ਉਹਨਾਂ ਨੇ ਕੋਲੰਬੀਆ ਦਾ ਲਿਖਣਾ ਹੈ, ਜਾਂ ਯੇਲ ਦਾ ਲਿਖਣਾ ਹੈ, ਜਾਂ ਹਾਰਵਰਡ ਦਾ ਲਿਖਣਾ ਹੈ, ਜਾਂ ਉਹਨਾਂ ਨੇ ਡਿਊਕ ਦਾ ਲਿਖਣਾ ਹੈ, ਤੇ ਜਾਂ ਉਹਨਾਂ ਨੇ ਬਰਕਲੇ ਦਾ ਲਿਖਣਾ ਹੈ। ਇੱਥੇ ਗੱਲ ਖੜੀ ਹੈ ਵੱਡਿਆਂ ਦੀ, ਮਾਸਟਰਸ ਮੈਂ ਕਰਨੀ ਹੈ, ਮਾਸਟਰਸ ਮੈਂ ਕਿਹੜੀ ਬ੍ਰੈਕਟ ਦੇ ਵਿੱਚ ਪਾਵਾਂ? ਮੈਂ ਜੇ ਪੁੱਛੋ ਤੁਸੀਂ ਉਹ ਕਹਿੰਦਾ ਨੋ ਸਾਡੀਆਂ ਲੋਕਲ ਯੂਨੀਵਰਸਿਟੀਆਂ ਜਿਹੜੀਆਂ, ਮੈਂ ਕਹੋ UBC SFU ਬਹੁਤ ਅਗਾਂਹ ਡੈਡ ਇਹਨਾਂ ਨੂੰ, ਇਹ ਠੀਕ ਹੈ, ਬਹੁਤ ਵਧੀਆ ਯੂਨੀਵਰਸਿਟੀਆਂ ਲੋਕਲ, ਪਰ ਅਸਲ ਯੂਨੀਵਰਸਿਟੀਆਂ ਦਾ ਜਦ ਪਊਗਾ ਵਿੱਚ ਕੋਲੰਬੀਆ ਲਿਖਿਆ ਹੋਊ, ਕਿਤੇ ਹਾਰਵਰਡ ਲਿਖਿਆ ਹੋਊ, ਨਿਊਯਾਰਕ ਯੂਨੀਵਰਸਿਟੀ ਲਿਖਿਆ ਹੋਊ, ਯੇਲ ਲਿਖਿਆ ਹੋਊ ਕਿਤੇ, ਉਹ ਹੈ ਗੱਲ। ਅੱਛਾ, ਇਹ ਹੁਣ ਖੂਹ ਦੇ ਡੱਡੂ ਵਾਲੀ ਗੱਲ ਆ ਵੀ ਉਹ ਕਹਿੰਦਾ ਕਿੰਨਾ ਕੁ ਹੁੰਦਾ ਸਮੁੰਦਰ, ਉਹ ਇੱਕ ਛਾਲ, ਦੂਜੀ ਛਾਲ, ਤੀਜੀ ਜ਼ੋਰ ਮਾਰ ਕੇ, ਉਹ ਕਹਿੰਦਾ ਇਦੋਂ ਬੜਾ ਨਹੀਂ ਹੋ ਸਕਦਾ ਸਮੁੰਦਰ। ਹੁਣ ਜਿਹੜੇ ਅਸੀਂ ਉੱਥੋਂ ਪੜ੍ਹ ਕੇ ਆਇਆ, ਸਾਨੂੰ ਇਹ ਯੂਨੀਵਰਸਿਟੀ ਦੀ ਰੇਟਿੰਗ, ਇਹਨਾਂ ਦੀਆਂ ਗੱਲਾਂ ਨਹੀਂ ਹੈ। ਇੱਕ ਤਾਂ ਇੱਥੇ ਪੂਰ ਇਹ ਖੜਾ ਜਿਨ੍ਹਾਂ ਨੇ ਫਿਰ ਇਹ ਪੂਰ ਦੇ ਨਾਲ ਪੜ੍ਹਾਈ ਤੋਂ ਬਾਅਦ ਉਹਨਾਂ ਦੇ ਠਹਿਰਾਅ, ਗੱਲਬਾਤ ਕਰਨ ਦਾ ਢੰਗ, ਨੈਕਸਟ ਲੈਵਲ ਦਾ ਜਿਹੜਾ ਘਰ ਦਾ ਮੂੰਹ ਮਹਾਂਦਰਾ ਜਾਣਾ, ਉਹ ਜਦ ਉਹ ਜੀ ਸੋਚ ਜਿਹੜੀ ਘਰ ਦੇ ਵਿੱਚ ਪ੍ਰਬਲ ਹੋਣੀ ਹੈ, ਜਿਨ੍ਹਾਂ ਨੇ ਆਪ ਤਾਂ ਸਹੀ ਹੋਣਾ, ਉਹਨਾਂ ਨੇ ਮਾਪੇ ਵੀ ਸਹੀ ਕਰਨੇ ਵੀ ਜਿਹੜੀ ਤੁਹਾਡੇ 'ਚ ਨਾ ਜਿਹੜੀ ਉੱਥੇ ਵਾਲੀ ਥੋੜੀ ਜਿਹੀ ਵਾਇਰਸ ਆ, ਇਹਨੂੰ ਕੱਢੋ। ਇਸ ਤਰ੍ਹਾਂ ਦੀ ਗੱਲ ਹੁੰਦੀ। 1.5 ਘੰਟਾ ਅਸੀਂ ਟੈਂ 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 ਕਰਨੀ ਆ, ਉਹਨਾਂ ਨੇ 1.5 ਮਿੰਟ ਬੋਲਣਾ, ਤੇ 1.5 ਘੰਟਾ ਤੇ 1.5 ਮਿੰਟ ਬਰਾਬਰ ਹੈ। ਸਾਨੂੰ ਹੀ ਉਹ ਫਿਰ ਸੋਧਦੇ ਆ, ਜਿੱਥੇ ਅਸੀਂ ਡਬਲ ਸਟੈਂਡਰਡ ਕਰਨਾ ਹੋ ਗਿਆ। ਨੋ ਹੁਣ ਤੁਸੀਂ ਕੀ ਕਹਿ ਕੇ ਹਟੇ ਹੋ, ਹੁਣ ਫੋਨ ਤੇ ਤੁਸੀਂ ਕੀ ਕਹਿਣ ਲੱਗੇ ਹੋ? ਇਹ ਨਹੀਂ, ਇਹ ਤਾਂ ਰੌਂਗ ਆ ਟੋਟਲੀ। ਐਨੀਵੇਜ਼, ਮਾਪਿਆਂ ਨੂੰ ਵੀ ਉਹਨਾਂ ਨੇ ਸਾਡੀ ਸੋਚਣੀ, ਕਿਉਂਕਿ ਅਸੀਂ ਆਪਣੇ ਹਿਸਾਬ ਨਾਲ ਸੋਚਦੇ। ਇੱਕ ਤਾਂ ਗੱਲ ਖੜੀ ਆ ਇੱਥੇ ਭਾਈਚਾਰੇ, ਜਾਂ ਮਾਸਟਰਸ ਤੋਂ ਅੱਗੇ PhD ਦੀ ਗੱਲ, ਡਾਕਟਰੇਟ ਦੀ ਚੱਲਦੀ, ਫਿਰ ਪੋਸਟ ਡਾਕਟਰੇਟ ਦੀ ਗੱਲ ਚੱਲਦੀ ਵੀ ਮੁਕਾ ਦੂੰ ਹੁਣ ਮੈਂ, ਉਸ ਡਾਕਟਰੇਟ ਤੋਂ ਮੁੜਨਾ, ਇਹਨੂੰ ਕਰਕੇ ਆਉਣਾ ਬਸ। ਇੱਕ ਦੂਜੀ ਰੇਸ ਦੇ ਵਿੱਚ ਉਹ ਜਸਟੀਫਿਕੇਸ਼ਨ ਹੈ। ਮੈਂ ਵੀ ਤੁਹਾਨੂੰ ਜਸਟੀਫਿਕੇਸ਼ਨ ਦੇ, ਜੇ ਤੁਹਾਡੇ 'ਚ ਦੇਣ ਵਾਲਾ ਜਿਹੜੇ ਨੇ ਉਹਨਾਂ 'ਚ ਮੈਂ ਵੀ ਹੋ ਗਿਆ, ਮੈਂ ਵੀ ਦਊਂਗਾ। ਉਹ ਛੱਡੋ, ਇਹਦੇ 'ਚ ਕੀ ਹੈ, ਇਹਦੀ ਪੜ੍ਹਾਈ ਪੜੂਈ ਕੋਈ ਨਹੀਂ ਹੈ, ਉਹ ਕੰਮ ਸਾਂਭ, ਆਹ ਜਿਹੜੇ 100 ਘਰ ਬਣਦੇ ਨੇ, 50 ਘਰ ਬਣਦੇ ਨੇ, ਇਹ ਕਿਹਨੇ ਸਾਂਭਣੇ ਨੇ? ਉਹ ਸਾਂਭਣ। ਉਹ ਸਾਡੇ 50 ਸਾਂਭੇ ਹੋਏ, ਜਾਂ ਮਾਸਟਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਕਰਕੇ, ਜਾਂ ਇੰਜੀਨੀਅਰਿੰਗ ਕਰਕੇ, ਜਾਂ ਇੰਜੀਨੀਅਰਿੰਗ ਦੇ ਨਾਲ ਲਾਅ ਕਰਕੇ, ਜਦ ਉਹਨੇ ਉਹ CEO ਦੀ ਸੀਟ ਤੇ ਬਹਿਣਾ, ਤੁਸੀਂ ਇਹ ਜੰਪ ਵੇਖਿਓ, ਤੁਸੀਂ ਜਾ ਕੇ ਖੜਨਾ ਕਿ, ਪਰ ਉਹਨਾਂ ਨੂੰ ਜਦ ਲਗਜ਼ਰੀ ਦੇਣੀ ਹੈ, ਫਿਰ ਜਦ ਤੁਸੀਂ ਉਹਨਾਂ ਨੂੰ ਭੇਜਣਾ ਹੈ ਕਾਲਜਾਂ ਦੇ ਵਿੱਚ ਜਿੱਥੇ ਜਾਣਾ, ਤੇ ਉਹਨਾਂ ਨੂੰ ਪਤਾ ਹੋਵੇ ਸਾਡਾ ਮਾਪਾ ਸਾਡੇ ਲਈ ਕੀ ਕਰ ਰਿਹਾ। ਧੀਆਂ ਧਿਆਣੀਆਂ ਨੂੰ ਵੀ ਲੈ, ਤੁਹਾਨੂੰ ਸਿਕਿਉਰਡ ਇੱਥੇ ਪਾਰਕਿੰਗ ਆ ਪੁੱਤ, ਪੜ੍ਹ ਚਾਹੇ ਯੂਨੀਵਰਸਿਟੀ 'ਚ, ਆਹ ਤੇਰੀ ਅਪਾਰਟਮੈਂਟ ਆ, ਆਹ ਤੇਰੀ ਗੱਡੀ ਹੈ। ਜਵਾਕ ਯੂਨੀਵਰਸਿਟੀ ਵਿਕਟੋਰੀਆ 'ਚ ਪੜ੍ਹਦਾ ਨਾ, ਤੂੰ ਇੱਥੋਂ ਫੈਰੀ 'ਚ ਬਹਿਣਾ, ਆਹ ਤੇਰਾ ਅਲੱਗ ਕੈਬਨ ਦਾ ਦਿੱਤਾ ਹੋਇਆ ਪੈਸਾ, ਇੱਥੇ ਬਹਿਣਾ, ਇੱਥੇ ਤੂੰ ਪੜ੍ਹਨਾ, ਆਹ ਤੇਰੀ ਜਗ੍ਹਾ ਲੈਣ ਨੂੰ। ਪੜ੍ਹਾਈ ਕਰਨੀ ਹੈ ਤਾਂ ਇਸ ਤਰ੍ਹਾਂ ਕਰਨੀ ਹੈ। ਉਹਦੇ ਤੇ 2 ਲੱਖ ਲੱਗਦਾ, 3 ਲੱਖ ਲੱਗਦਾ, ਗੂਠਿਆਂ ਤੇ 2.5 ਲੱਖ ਦੀ ਕਾਰ ਆਉਂਦੀ ਹੈ, ਜਿਹੜੀ ਇਸ ਤੋਂ ਅੱਗੇ 600 ਖਣੀ AMG ਲਈ ਫਿਰਦਾ, 2.5 ਪੌਣੇ 3 ਦੀ, ਜਿਹੜੀਆਂ ਬੈਗਨਾਂ ਬੂਗਨਾਂ 3 ਲੱਖ ਦੀਆਂ, ਜਿਹੜੀਆਂ ਲਾਈਟਾਂ ਤੇ ਖੜ ਕੇ ਦਿਖਾਉਣੇ ਵੀ ਝਾਕ ਲੋਕ ਔਨ ਮਾਈ 300,000 ਤੱਕ ਟਵਾਏ ਲਿਖਦੇ। ਤੇ ਜੇ ਕਿਤੇ ਚਾਹ ਪੀਂਦੇ ਪੁੱਛਣਾ ਵੀ ਜਵਾਕ ਕਿੱਥੇ ਪੜ੍ਹੇ ਨੇ, ਜਵਾਕਾਂ ਨੇ ਕੀ ਪੜ੍ਹਨਾ, ਜਵਾਕਾਂ ਨੂੰ ਥੋੜਾ ਪੜ੍ਹਨਾ, ਜਵਾਕਾਂ ਦੇ ਤਾਂ ਕੀ ਜੁਗਾੜ ਬੰਨਿਆ ਹੋਇਆ। ਇਹ ਸਾਂਭਣਗੇ, ਉਹ ਸਾਂਭਣਗੇ ਤਾਂ ਜੇ ਲਿਆਕਤ ਉਹਨਾਂ ਨੂੰ ਦਿੱਤੀ ਹੋਊ। ਇਹਦੇ ਤੇ ਅਸੀਂ ਸਿੱਥਲ ਹੋ ਰਹੇ ਹਾਂ। ਸਿੱਥਲ ਕੀ ਹੋ ਰਿਹਾ, ਸਾਡਾ ਪੁਆਇੰਟ ਹੀ ਨਹੀਂ ਡਿਸਕਸ਼ਨ ਦਾ ਹੈ। ਸਾਡਾ ਮੁੱਦਾ ਇਹ ਹੈ ਵੀ ਜਿਹੜਾ ਕੁਝ ਮੈਂ ਕਰਦਾ, ਮੈਂ ਬੰਨਤਾ, ਇੰਨਾ ਕੁਝ ਤਾਂ ਬਣਾਤਾ, ਤੈਨੂੰ ਇਦੋਂ ਅੱਗੇ ਤੈਂ ਇਹਨੂੰ ਲਿਜਾਣਾ ਕੀ ਔਖਾ। ਇੱਕ ਹੋਰ ਅਸੀਂ ਸਾਰੇ ਕਹਿਣਾ, ਓਏ ਅਸੀਂ $20 ਲੈ ਕੇ ਆਏ, ਅੰਗਰੇਜ਼ੀ ਸਾਨੂੰ ਨਹੀਂ ਸੀ ਆਉਂਦੀ, ਅਸੀਂ ਆਹ ਕੋ ਬੰਨਤਾ, ਤੂੰ ਤਾਂ ਇੱਥੇ ਦਾ ਜੰਪ ਵਾਲਾ, ਤੈਂ ਤਾਂ ਬੰਨ ਲੈਣਾ ਇਹ ਜੁਗਾੜ। ਜਾਂ ਆਪਾਂ ਕਹਿ ਰਿਹਾ ਅਸੀਂ ਜਾਂ ਰੋਟੀ ਖਾ ਲਈ, ਇਹ ਨਹੀਂ ਖਾਣਗੇ। ਤੁਸੀਂ ਮੈਂ ਜਿਹੜੀ ਰੋਟੀ ਖਾਧੀ ਹੈ ਸਰਦਾਰੋ, ਅਸੀਂ ਤਾਂ ਨੰਗੇ ਹੱਥੀ ਗਲਵ ਸਿੱਟ ਕੇ ਸੁਣ ਮਾਰਿਆ ਇੱਕ ਦੂਜੇ, ਸਰਵਾਈਵਲ ਆਫ ਫਿਟੈਸਟ।
ਜਿਨ੍ਹਾਂ ਦੇ ਪੱਟਾਂ 'ਚ ਜਿਹਦੇ ਜ਼ੋਰ ਹੋ ਚੜ੍ਹ ਜੂ, ਜਿਹੜਾ ਰਹਿ ਗਿਆ। ਅਸੀਂ ਤਾਂ ਇਉਂ ਕੀਤੀ ਆ, ਹਲੇ ਵੀ ਕਰ ਰਹੇ ਹਾਂ। ਅਸੀਂ ਕੋਈ ਇੰਡਸਟਰੀ ਨਹੀਂ ਹੈ ਜੀ, ਤੁਸੀਂ ਜੇ ਕਹੋ ਨਾ ਅਸੀਂ ਮਾਈਕ ਤੇ ਬੈਠੇ ਬੋਲਦੇ ਆ ਵੀ ਸਾਡੀ ਦੋ, ਸਾਡੇ ਵੀ ਗਲੱਵੇ ਲਾਏ ਹੋਏ ਨੇ, ਦਸਤਾਨੇ ਲਾ ਕੇ ਅਸੀਂ ਵੀ ਇੱਕ ਦੂਜੇ ਦੇ ਬੱਖੀਆਂ 'ਚ ਸਿੱਟਦੇ ਆ ਵੀ ਜਿਹੜਾ ਵੇਚ ਗਿਆ, ਜਿਹੜਾ ਰਹਿ ਗਿਆ। ਚਾਹੇ ਹਾਲਾਂਕਿ ਅਸੀਂ ਗਿਆਨ ਵੰਡਣ ਵਾਲੀ ਸ਼੍ਰੇਣੀ ਸਮਝਦੇ ਆ ਆਪਣੇ ਆਪ। ਬਾਕੀ ਹੋਰ ਕੰਮਾਂ 'ਚ ਤਾਂ ਆ ਗੱਲ ਜਿਹੜੀ ਕੋਕਾ ਹਾਲਾ ਦੀ ਚੱਲਦੀ ਸੀ, ਉਹ ਸਰਵਾਈਵਲ ਆਫ ਫਿਟੈਸਟ ਹੈ ਵੀ ਨਾ ਤੂੰ ਖੜ, ਹੁਣ ਅਸੀਂ ਤੇਰਾ ਤਾਂ ਸੜ ਗਿਆ, ਇਸ ਦਾ ਲਾਈਏ। ਇਹਨਾਂ ਨੇ ਜਿਹੜਾ ਨੈਕਸਟ ਜਾਣਾ ਸਾਡੀ ਤਾਂ ਇਹ ਹੈ, ਇਹਨਾਂ ਉਹੀ ਜਗ੍ਹਾ ਨਾਲ ਇਹਨਾਂ ਨੂੰ ਵੇਖਣਾ ਵੀ ਤੁਸੀਂ ਨਹੀਂ ਕਰ ਸਕਦੇ। ਇਹਨਾਂ ਨੇ ਗਲਵ ਨਹੀਂ ਲਾਉਣੇ ਹੱਥਾਂ, ਨਾ ਹੀ ਅਸੀਂ ਇਹਨਾਂ ਨੂੰ ਲਾਉਣੇ ਸਿਖਾਏ ਨੇ, ਨਾ ਦਾਤਾ ਸਿਖਾ। ਇਹਨਾਂ ਨੂੰ ਤਾਂ ਤੁਸੀਂ ਐਜੂਕੇਸ਼ਨ ਦੇ ਦਿਓ। ਹਾਲੇ ਅਸੀਂ ਤਾਂ ਕਿਤੇ ਵੀ ਨਹੀਂ ਹੈ, ਇਸ ਦਾ ਕੱਖ ਵੀ ਨਹੀਂ ਕੀਤਾ। ਗ੍ਰੇਡ 12 ਕ੍ਰਿਮੀਨੋਲੋਜੀ 1 ਸਾਲ 2 ਸਾਲ, ਉਹਦੇ ਬਾਅਦ ਬਸ ਡ੍ਰੌਪ ਆਊਟ। ਹੁਣ ਕੀ ਕਰੀਏ? ਹੁਣ ਫਿਰ ਟਿਕਟ ਲੈ ਲੈਂਦੇ ਆ ਕੋਈ। ਹੁਣ ਮੈਂ ਬੋਡੀ ਵਰਕ ਸ਼ੁਰੂ ਕਰ ਲੈਣਾ, ਮੈਂ ਪੇਂਟ ਦਾ ਸ਼ੁਰੂ ਕਰ ਲੈਣਾ, ਮੈਂ ਇਹ ਕਰ ਲੈਣਾ। ਤਾਂ ਚਲੋ ਕੁਛ ਵੀ ਮੈਂ ਮਾੜਾ ਨਹੀਂ ਕਹਿੰਦਾ, ਕੰਮ ਉਹ ਵੀ ਕਰਨਾ ਕਿਸੇ ਨੇ। ਪਰ ਜੇ ਤੁਸੀਂ ਜਸਟੀਫਿਕੇਸ਼ਨ ਡਾਲਰਾਂ ਦੇ ਸਾਹਮਣੇ ਐਜੂਕੇਸ਼ਨ ਦੀ ਕਰਾਓਗੇ ਨਾ, ਇਹ ਨਹੀਂ ਗੱਲ ਹੈ। ਇਹ ਅਸੀਂ ਵਕਤੀ ਤੌਰ ਤੇ ਆਪਣੇ ਆਪ ਨੂੰ ਠੁੰਮਣਾ ਦਿੰਦੇ ਆ ਜੇ ਮੇਰਾ ਪੁੱਤ ਪ੍ਰਾਪਰਟੀ 'ਚ ਇੰਨੇ ਬਣਾਉਂਦਾ, ਮੇਰਾ ਪੁੱਤ ਬਿਜ਼ਨਸ 'ਚ ਆ ਬਣਾਉਂਦਾ। ਨਹੀਂ ਪੜਿਆ, ਨਾ ਪੜਿਆ, ਤੁਹਾਡੇ ਵਾਲੇ ਕਮਲੇ ਹੋਏ ਫਿਰਦੇ ਨੇ ਪੜ੍ਹ ਕੇ। ਇਹ ਸਾਰੀ ਆਪਣੇ ਮਨ ਦਾ ਵਹਿਮ ਹੈ। ਕਿਉਂਕਿ ਹੁਣ ਜਵਾਕ ਨਾ ਪੜ੍ਹੇ, ਮੰਨ ਲਓ ਮੇਰਾ ਜਵਾਕ ਨਾ ਪੜ੍ਹੇ, ਮੈਂ ਉਹਨੂੰ ਕਹਾਂ ਵੀ ਇੱਥੇ ਬੈਠ ਤੈਨੂੰ ਸਿਖਾਵਾਂ, ਨਾਲ ਬੈਠ ਤੈਨੂੰ ਗੱਲਾਂ ਕਰਨੀਆਂ ਸਿਖਾਵਾਂ, ਕੱਲ ਨੂੰ ਰੇਡੀਓ ਤੇ ਬਹਿ ਜਾਵੇ ਮੈਂ ਗਿਆ ਉਹਨਾਂ ਦਾ। ਫਿਰ ਅਸੀਂ ਇਹ ਪੀੜ੍ਹੀ ਲੈਗਸੀ ਮੈਂ ਤੋੜਨੀ ਸੀ ਨਾ, ਅੱਗੇ ਮੈਂ ਲੈਗਸੀ ਛੱਡ ਕੇ ਗਿਆ। ਇਹ ਲੈਗੇਸੀ ਮੈਂ ਤਾਂ ਛੱਡ ਕੇ ਗਿਆ, ਬ੍ਰੌਡਕਾਸਟਿੰਗ ਨੈਕਸਟ ਜਨਰੇਸ਼ਨ 'ਚ ਅਸੀਂ ਲੈ ਕੇ ਜਾਣੀ ਹੈ। ਮੈਂ ਇਹ ਕਹਿਣਾ ਹੈ ਕਿਉਂਕਿ ਮੈਨੂੰ ਪਤਾ ਵੀ ਮੇਰੇ ਵਾਲਾ ਪੜ੍ਹਿਆ ਹੈ ਨਹੀਂ। ਹੁਣ ਮੈਂ ਲੁਕਾਉਣਾ ਕਿੱਥੇ ਆ? ਸਾਨੂੰ ਵਿਆਹੁਣਾ ਵੀ ਆ, ਛੱਤ ਦਾ ਸਿਰ ਤੇ ਦੇਤੀ, ਹੁਣ ਜੁਗਾੜ ਮੈਂ ਕਿਵੇਂ ਬੰਨਣਾ? ਹਲੇ ਵੀ ਦੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਮੈਨੂੰ ਇਹ ਠੀਕ ਹੈ ਫਾਰਮੇਸ਼ਨ ਉਹਨਾਂ ਦੀ ਸਕੂਲਿੰਗ ਤੋਂ ਹੋਣੀ ਹੈ, ਇਹ ਨਹੀਂ ਬਹੁਤ ਜ਼ਰੂਰੀ ਕਿ ਸਕੂਲਿੰਗ ਜੇ ਵਧੀਆ ਨਹੀਂ ਹੋਈ ਉੱਪਰ ਨਹੀਂ ਜਾ ਸਕਦਾ। ਰਾਹ ਦੇਣ ਦੀ ਗੱਲ, ਘਰੇ ਸੋਫਿਆਂ ਤੇ ਬਹਿ ਕੇ ਬੋਲਣ ਦੀ ਗੱਲ ਤਾਂ ਐਟਲੀਸਟ ਤਾਂ ਕਰੀਏ। ਅਸੀਂ ਤੋਰੀਏ ਤਾਂ ਸਹੀ ਉਹਨਾਂ ਨਾਲ ਗੱਲ ਵੀ ਭਾਈ ਪੁੱਤ ਆ ਕਰਨਾ। ਬਿਨਾਂ ਪੜ੍ਹਾਈ ਤੋਂ ਕੁਛ ਨਹੀਂ ਹੈ, ਬਿਨਾਂ ਐਜੂਕੇਸ਼ਨ ਤੋਂ। ਇੱਕ ਬੰਦੇ ਉਹ ਸਾਡੇ ਜਵਾਕ ਨੇ, ਇੱਕ ਬੰਦੇ ਉਹ ਸਾਡੇ ਜਵਾਕ ਨੇ ਜਿਹੜੇ ਕਹਿੰਦੇ ਨੇ ਵੀ ਮੈਂ ਬਿਜ਼ਨਸ ਕਾਰਡ ਤੇ ਕੀ ਲਿਖਣਾ। ਮੇਰੇ ਮਾਸਟਰ ਦੀ ਬ੍ਰੈਕਟ ਦੇ ਵਿੱਚ ਕਿਹੜੀ ਯੂਨੀਵਰਸਿਟੀ ਲਿਖੀ ਹੋ? ਮੇਰੀ PhD ਜਦ ਮੈਂ ਕਹੂੰ ਆਈ ਐਮ ਫਰਮ ਯੇਲ, ਆਈ ਐਮ ਫਰਮ ਕੋਲੰਬੀਆ, ਆਈ ਐਮ ਫਰਮ ਨਿਊਯਾਰਕ, ਆਈ ਐਮ ਫਰਮ ਹਾਰਵਰਡ, ਬਰਕਲੇ ਤੋਂ ਮੈਂ ਸਟੈਨਫੋਰਡ, ਮੈਂ ਇੱਥੋਂ, ਮੈਂ ਉੱਥੋਂ। ਮੇਰੇ ਕਹਿਣ ਦਾ ਮਤਲਬ ਅਸੀਂ ਇੱਕ ਬੰਦੇ ਮਤਲਬ ਕਿਉਂਕਿ ਅਸੀਂ ਉੱਥੇ ਲਕੋਨੇ ਆ ਆਪਣੇ ਆਪ ਨੂੰ। ਇਹਦੇ ਥੱਲੇ ਪੈਸੇ ਥੱਲੇ, ਡਾਲਰਾਂ ਥੱਲੇ, ਕਾਰ ਥੱਲੇ, ਘਰ ਥੱਲੇ। ਮੈਂ ਦੇਖ ਇੱਧਰ ਬਹੁਤ ਵਾਰ ਆਪਾਂ ਇਹ ਤੇ ਡਿਸਕਸ਼ਨ ਕੀਤੀ ਆ। ਬਹੁਤਿਆਂ ਨੇ ਕਿਹਾ ਵੀ ਕੀ ਕਰ ਲੂਗਾ 28 ਸਾਲ ਪੜ੍ਹ ਕੇ 30 ਸਾਲ, ਲੱਖ ਡਾਲਰ ਤੇ 30% ਦੀ ਬ੍ਰੈਕਟ 70,000 5500 ਨਾਲ ਕਿਵੇਂ ਰੋਟੀ ਖਾਊ? 3 ਘਰ ਬਣਾਉਂਦਾ, ਸਾਲ ਦੇ 3.5 ਲੱਖ ਬਣਾਉਂਦਾ, ਲੱਖ ਬਣਾਉਂਦਾ। ਬਿਲਕੁਲ ਘਰ ਬਣਾਓ, ਮੈਂ ਨਹੀਂ ਕਹਿੰਦਾ ਵੀ ਘਰ ਨਾ ਬਣਾਓ, ਪਰ ਪੜ੍ਹਾਈ ਜ਼ਰੂਰ ਦਿਓ, ਐਜੂਕੇਸ਼ਨ ਜ਼ਰੂਰ ਦਿਓ। ਹੁਣ ਗੱਲ ਇਹ ਹੈ ਬਹੁਤ ਇਸ ਗੱਲ ਤੇ ਆ ਜਾਂਦੇ ਨੇ ਵੀ ਅਸੀਂ ਨਹੀਂ ਪੜ੍ਹੇ, ਪਿੱਛੇ ਨਹੀਂ ਪੜ੍ਹੇ। ਪਰ ਇਹ ਨਹੀਂ, ਇਹ ਆਵਾ ਨਹੀਂ ਉੱਤੇ ਹੋਇਆ ਵੀ ਦੋਨੇ ਮੀਆਂ ਬੀਵੀ ਨਹੀਂ ਪੜ੍ਹੇ। ਮੰਨ ਲਓ ਇਹ ਗੱਲ, ਦੋਨਾਂ 'ਚ ਇੱਕ ਪੱਕਾ ਪੜ੍ਹਿਆ। ਜਿਹੜਾ ਕੈਨੇਡਾ ਪਹਿਲਾਂ ਆ ਗਿਆ ਜਾਂ ਜਿਹੜਾ ਆ ਗਿਆ, ਉਹਨੇ ਜਿਹੜਾ ਦੂਜਾ ਲਿਆਂਦਾ ਸਿਰੇ ਦਾ ਮੋਤੀ ਲਿਆਂਦਾ। ਉਹਨੇ ਨਹੀਂ ਅਨਪੜ੍ਹ ਨਾਲ ਵਿਆਹ ਕਰਾਇਆ। ਜੇ ਆਪ ਗੂਠਾ ਛਾਪ ਆ, ਉਹ ਗੂਠਾ ਛਾਪ ਨਹੀਂ ਇੰਡੀਆ ਤੋਂ ਲੈ ਕੇ ਆਇਆ ਜਾਂ ਲੈ ਕੇ ਆਈ, ਉਹਦਾ ਫਿਰ ਤੀਸੀ ਦਾ ਵੇਰ ਲਿਆਈ ਤੋੜ ਕੇ ਜਾਂ ਲੈ ਕੇ ਆਇਆ ਤੋੜ ਕੇ। ਮੈਂ ਤਾਂ ਜਿਵੇਂ ਮਰਜ਼ੀ ਚੌੜੇ ਗੂਠੇ ਹੋ ਗਏ, ਪਰ ਮੈਂ ਹੁਣ ਅਗਲੀ ਪੀੜ੍ਹੀ, ਉਹ ਇੱਕ ਸੋਚ ਸੀ, ਉਹ ਸੋਚ ਨੂੰ ਮੈਂ ਸਲੂਟ ਕਰਦਾ ਵੀ ਐਟਲੀਸਟ ਆਪਣਾ ਪਾਰਟਨਰ ਤਾਂ ਪੜ੍ਹਿਆ ਲੈ ਕੇ ਆਏ। ਜੇ ਦੋਨੇ ਪੜ੍ਹੇ ਲਿਖੇ ਆ ਗਏ ਫਿਰ ਤਾਂ ਕਿਸਮਤ ਹੀ ਚੰਗੀ। ਨਹੀਂ ਜਿਹੜਾ ਇੱਕ ਪਹਿਲਾਂ ਕੈਨੇਡਾ ਪਹੁੰਚਿਆ ਹੋਇਆ ਉਹ ਦੂਜੇ ਨੂੰ ਨਾਲ ਲੈ ਗਿਆ, ਉਹਨਾਂ ਚੋਂ ਇੱਕ ਦਾ ਪਰਛਾਵਾਂ ਪੈ ਜਾਵੇ ਜਵਾਕਾਂ ਦੇ, ਜਵਾਕ ਸਿਰੇ ਲੱਗ ਜਾਂਦੇ ਆ। ਪਰ
ਉਸ ਗੱਲ ਘਰ ਦੇ ਵਿੱਚ ਡਬਲ ਸਟੈਂਡਰਡ ਵਾਲੀ ਗੱਲ ਨਾ ਹੋਵੇ। ਜਵਾਕ ਨੂੰ ਦੱਸਿਆ ਜਾਵੇ ਕੁਛ ਨਹੀਂ ਹੈ, ਕੁਛ ਨਹੀਂ ਪੁੱਤ, ਆ ਤੇਰੇ ਘਰ ਘੁਰ ਦੇ ਤੇ ਇਹ ਤਾਂ ਪ੍ਰਾਪਰਟੀ ਟੈਕਸ ਨਹੀਂ ਦੇ ਹੁਣ ਜਦੋਂ ਨਾ ਪੜਿਆ। ਚਾਹੇ ਤੁਹਾਡਾ ਫੋਰਚੂਨ ਉਹਨੂੰ ਛੱਡ ਜਾਓ, ਘਰ ਦੇ ਜੋ ਪੈਸੇ ਦੇ ਜੋ, ਪਰ ਜਦ ਤੱਕ ਤੁਹਾਡੇ ਜਵਾਕ ਕੋਲ ਪੜ੍ਹਾਈ ਹੈ ਨਹੀਂ, ਯਾਰ ਤੁਸੀਂ ਕਿਹਦੇ ਨਾਲ ਤਸਵੀਰਾਂ ਦੇਵੋਗੇ, ਕੀ ਕਰੋਗੇ? ਮੈਂ ਆਹ ਕਰਾਤਾ, ਮੈਂ ਉਹ ਕਰਾਤਾ, ਮੈਂ ਆਹ ਕਰਾ, ਜਿਹੜੇ ਤੁਸੀਂ ਮਰਜ਼ੀ ਹਰਬੇ ਵਰਬੇ ਕਰੋ, ਮੈਂ ਏਡ ਬਣਾਤਾ ਉਹਨੇ ਗੱਲ 'ਚ, ਹੁਣ ਨਾਲ ਰਹਿੰਦਾ ਉਹ ਮਿਨਿਸਟਰ ਦੇ ਆ ਰਹਿੰਦਾ ਮੇਰੇ ਨਾਲ, ਇਹ ਤਾਂ ਗੱਲਾਂ ਨੇ, ਇਹ ਤਾਂ ਮਨ ਸਮਝਾਉਣ ਦੀਆਂ ਗੱਲਾਂ। ਜਾਂ ਮੈਂ ਆਹ ਦੇਤਾ, ਮੈਂ ਆਹ ਕਰਵਾਤਾ, ਤੁਸੀਂ ਇਹ ਕਰਤਾ, ਸਵੇਰੇ ਜਾਂਦਾ ਉੱਥੇ ਸਾਰਾ ਦਿਨ ਇੰਸਪੈਕਸ਼ਨ ਕਰਾਉਂਦਾ, ਇਹ ਕਰਾਉਂਦਾ, ਇਹ ਤਾਂ ਗੱਲਾਂ ਵਾਜਬ ਨੇ। ਮੈਂ ਮੰਨਦਾ ਗੱਲਾਂ ਨੂੰ ਬਈ ਠੀਕ ਆ, ਫੈਮਿਲੀ ਬਿਜ਼ਨਸ ਮਸਾਂ ਬਣਾਇਆ, ਐਮਪਾਇਰ ਸੈੱਟ ਕੀਤਾ, ਚਾਹੇ 2 ਘਰ ਬਣਾਉਣ ਵਾਲਾ ਚਾਹੇ 20 ਐਮਪਾਇਰ ਆਉਂਦਾ, ਉਹਨੂੰ ਟੇਕ ਓਵਰ ਕਰਨਗੇ, ਬਿਲਕੁਲ ਕਰਾਓ ਟੇਕ ਓਵਰ, ਪਰ ਉਹਨੂੰ ਟੇਕ ਓਵਰ ਕਰਨ ਤੋਂ ਪਹਿਲਾਂ ਪੜ੍ਹਾਈ ਜਵਾਕ ਨੂੰ ਜ਼ਰੂਰ ਦਿਓ। ਬਿਨਾਂ ਪੜ੍ਹਨ ਤੋਂ ਕੁਛ ਨਹੀਂ ਹੋਣਾ। ਜਿਵੇਂ ਅਸੀਂ ਯੂ ਮੀ ਆਈ ਨੋ ਜਿਹੜਾ ਇਹ ਕੁਛ ਕਰਦੇ ਆ, ਇਹਨਾਂ ਦੇ ਇਹ ਤਾਂ ਜਦ ਤੁਸੀਂ ਉਹੀ ਮੈਨੇਜਰ ਨਾਲ ਤੁਸੀਂ ਗੱਲ ਕਰ ਲਓ ਬੈਂਕ 'ਚ ਬਈ ਮਤਲਬ ਲਾਟ ਵੀ ਹੈਵ ਇਟ ਐਂਡ ਕੰਸਟਰਕਸ਼ਨ ਲੋਨ ਵੀ ਨੀਡ ਇਟ, ਯੂ ਵਟ ਯੂ ਵਾਂਟ, ਐਂਡ ਉਹ ਕਰਦੇ ਆ ਨਾ, ਉਹੀ ਜਵਾਕ ਉਹੀ ਮੈਨੇਜਰ ਆ, ਉਹੀ ਗੱਲ ਆ। ਤੇ ਤੁਹਾਡਾ ਜਵਾਕ ਜਿਹੜਾ ਪੜ੍ਹਿਆ ਲਿਖਿਆ ਗੱਲ ਕਰੇ, ਦੇ ਆਰ ਹੁੱਕ ਅਪ ਵਿਦਨ 2 ਮਿੰਟ, ਉਹ ਕਹਿੰਦੇ ਆ ਜਾ ਲੈਟਸ ਸਿਟ ਫॉर ਕਾਫੀ, ਚੀਜ਼ ਤੁਹਾਡੀ ਖਤਮ। ਔਰ ਬਹੁਤ ਵਾਰ ਇਹਨਾਂ ਨੂੰ ਸੁਣ ਲਓ, ਜਦ ਗੱਲ ਕਰਦੇ ਨੇ ਇਹਨਾਂ ਦੀ ਕਹਿ ਲੋ ਕਹਿੰਦੇ ਨੋ ਡੈਡ ਦੈਟਸ ਨਾਟ ਟਰੂ, ਜਦੋਂ ਕਹਿੰਦੇ ਨੇ ਅੱਗ ਤਾਂ ਲੱਗਦੀ ਆ ਵੀ ਕੱਲ ਦਾ ਜੰਮਿਆ ਮੈਨੂੰ ਕਹਿੰਦਾ ਹੈ ਟਰੂ, ਉਹ ਬਾਹਰ ਚੜਾ ਕੇ ਫੇਰ ਅਸੀਂ ਜਦ ਹੱਥੋਂ ਸਾਡੇ ਟੂਲ ਮੁੱਕ ਗਏ, ਫਿਰ ਸਾਡਾ ਪਤਾ ਕੀ ਆ, ਤੈਂ ਜੰਮਿਆ ਕਿ ਮੈਂ ਜੰਮਿਆ ਤੈਨੂੰ, ਓਏ ਤੈਨੂੰ ਪਤਾ ਕਿਵੇਂ ਬਣਾਇਆ ਪਿਛਲੇ 20 ਸਾਲਾਂ 'ਚ, ਟੈਚੀ ਇੱਕ ਲੈ ਕੇ ਆਇਆ ਸੀ ਮੈਂ, ਤੂੰ ਸੀ ਗੋਦੀ, ਮੈਂ ਬਣਾਇਆ ਇਹ ਸਾਰਾ ਕੁਛ। ਜਿਹੜੀ ਕੋਲ ਬੈਠੀ ਆ ਜਿਹਦੀ ਦੂਰੀ ਹੋ ਗਈ ਨਾਲ ਮਰ ਕੇ ਉਹਦੇ ਵੱਲ ਦੀ ਝਾਕਣਾ, ਮੈਂ ਬਣਾਇਆ ਮੈਂ। ਉਹ ਜਿਹੜੀ ਸਵੇਰ ਦੀ ਚੱਕਰ ਚੂੰਡੇ ਵਾਂਗੂ ਫਿਰਦੀ ਆ, ਛੱਡ ਆਈ ਲੈ ਆਈ ਕਰੇ ਆਈ, ਉਹ ਆ ਗਈ, ਉਹਦਾ ਕਿਤੇ ਜੁਗਾੜ ਨਹੀਂ ਬੰਨਣਾ। ਜਾਂ ਫਿਰ ਬੈਠੇ ਸੋਫਾ ਤੋੜ ਕੇ ਚਾਹ ਚੂ ਕੈੜੀ ਪੀਤੀ ਹੋ, ਓਏ ਤੀਵੀਆਂ ਦਾ ਕੀ ਹੈ, ਬੁੜੀਆਂ ਨੂੰ ਕੀ ਪਤਾ ਹੈ, ਇਹਨੂੰ ਬੁੜੀਆਂ ਨੂੰ ਆਉਂਦੀ ਹੈ, ਇਹਨਾਂ ਦੀ ਅਕਲ ਗਿੱਚੀ ਮਗਰ। ਦਾਨੇ ਬੰਦੇ ਜਿਹੜੇ ਬਾਹਰ ਨਿਕਲ ਕੇ ਨਾ ਬਾਹਰ ਫਤਿਹ ਬਹੁਤ ਲੰਬੀ ਬੁਲਾਉਂਦੇ ਆ ਤੇ ਉਹ ਦੱਸਦੇ ਵੀ ਅਸੀਂ ਕੌਮ ਦੇ ਵੱਡੇ ਅਸੀਂ ਆ, ਉਹ 84 'ਚ ਫਿਰ ਅਸੀਂ ਆਏ ਸੀ, ਉਹਨੂੰ ਨਹੀਂ ਪਤਾ। ਡੱਕਾ ਨਹੀਂ ਦੂੜਾ ਕੀਤਾ, ਡੱਕਾ ਦੂਰਾ, ਗਦਾਰੀ ਤੋਂ ਬਿਨਾਂ ਕੱਖ ਨਹੀਂ ਕੀਤਾ। ਉਹਨਾਂ ਦੇ ਸੁਣ ਲਿਓ, ਜਿਹੜੇ ਕਹਿੰਦੇ ਨੇ, ਜਿਨ੍ਹਾਂ ਨੇ ਕੀਤਾ ਉਹ ਨਹੀਂ ਕਹਿੰਦੇ। ਹਾਂ ਤੁਸੀਂ ਉਹ ਰਾਜਸੀ ਸ਼ਰਨ ਉਹ ਚੱਕਰ 'ਚ ਲੈ ਲਈ, ਉਹ ਤੁਹਾਡੇ ਸੂਤ ਆ ਗਿਆ। ਤੇ ਜਿਹੜੇ ਬੰਦੇ ਨੇ ਘਰ ਦੇ ਵਿੱਚ ਆਪਣੀ ਇਸਤਰੀ ਨੂੰ ਸਤਿਕਾਰ ਨਹੀਂ ਦੇਣਾ, ਉਹਦੇ ਕੀਤੇ ਕੰਮ ਦਾ ਉਹ ਜਨਨੀ ਨੂੰ ਅਗਲੀ ਜਨਰੇਸ਼ਨ ਦੇ ਲਈ ਜਵਾਕਾਂ ਦੇ ਸਾਹਮਣੇ ਤੁਸੀਂ ਇਹਦੀ ਬੇਇੱਜ਼ਤੀ ਹੋ, ਤੂੰ ਕੌਣ ਆ, ਇਹਨੂੰ ਕੀ ਪਤਾ, ਇਹਨੂੰ ਨਹੀਂ ਪਤਾ, ਉੱਥੋਂ ਕੀ ਪਾਲਦੇ ਆ। ਉਹੀ ਹੈ ਜਿਹੜੀ ਤੁਹਾਡੀ ਅਗਲੀ ਪੀੜ੍ਹੀ ਨੂੰ ਰਚਨਾ ਕੇ ਜਾਊ, ਜੇ ਤੁਹਾਡੀ ਇਸਤਰੀ ਵਧੀਆ। ਤੇ ਜਿਹਨੂੰ ਤੁਸੀਂ ਬੇਅਰ ਹੈਂਡ ਦਿੱਤੇ ਨੇ, ਲੈ ਵੀ ਤੈਂ ਨਹੀਂ ਕਰਨਾ, ਔਖਾ ਸਾਰ ਲਾ ਸੌਖਾ ਕਰ ਲਾ, ਇਹਨਾਂ ਦੇ ਆਲੇ ਦੁਆਲੇ ਰਹਿਣਾ ਤੈਂ, ਬਸ ਛੱਡਿਆ ਲਿਆ, ਗਰਮ ਰੋਟੀ ਦੇ ਇਹਨਾਂ ਨੂੰ, ਫਿਰ ਉਹਨਾਂ ਨੂੰ ਫਾਈਨੈਸਟ ਐਜੂਕੇਸ਼ਨ ਦਿਓ, ਤੁਸੀਂ ਕਰਜ਼ਈ ਹੋ ਜਾਵੋ, ਤੁਸੀਂ ਕੁਛ ਹੋ ਜਾਵੋ, ਉਹ ਨਹੀਂ ਉਹਨਾਂ ਨੂੰ ਗੱਲ ਵਿਚਾਰਨੀ, ਜਿੱਥੇ ਮਰਜ਼ੀ ਕੁਛ ਕਰਾ। ਮੈਂ ਉਸ ਗੱਲ ਦੇ ਵਿਰੋਧ 'ਚ ਬਹੁਤ ਵੀ ਸਾਡੇ ਜਵਾਕਾਂ ਨੂੰ ਐਡਮਿਸ਼ਨ ਨਹੀਂ ਮਿਲਦੀ, ਪ੍ਰਦੇਸ਼ਾਂ ਜਾਂਦੇ ਨੇ 4 ਲੱਖ 5 ਲੱਖ ਖਰਚਦੇ ਨੇ। ਪਰ ਜੇ ਤੁਹਾਨੂੰ ਪਤਾ ਹੈ ਵੀ ਚੁਆਇਸ ਮੇਰੇ ਕੋਲ ਹੈ ਨਹੀਂ ਹੁਣ ਕੋਈ, ਮੈਨੂੰ ਭੇਜਣਾ ਤਾਂ ਪੈਣਾ ਹੈ, ਫਿਰ ਉਹਨੂੰ ਭੇਜੋ। ਪਰ ਬਿਜ਼ਨਸ ਕਾਰ ਤੁਹਾਡੇ ਜਵਾਕ ਦਾ ਹੋਵੇ, ਤੁਹਾਡੇ ਬਰਾਬਰ ਖੜਾ ਜਵਾਕ ਕਹੇ ਵੀ ਆਹ ਦੇਖ ਡੈਡ, ਆਹ ਮੇਰੀ ਕਮਾਈ ਹੈ, ਆਹ ਮੇਰਾ ਨਾਂ ਆ, ਆਹ ਮੇਰਾ ਡੈਜ਼ਿਗਨੇਸ਼ਨ ਆ, ਆਹ ਮੇਰੀ ਪੜ੍ਹਾਈ ਹੈ, ਫਿਰ ਜਿਉਂਦੇ ਆ ਚੋਂ ਤੁਸੀਂ। ਜੇ ਤੁਸੀਂ ਪੜ੍ਹਾਈ ਨਹੀਂ ਦੇਣੀ ਜਵਾਕਾਂ ਨੂੰ, ਤੁਹਾਡੇ ਆ ਡਾਲਰ ਡੂਲਰ ਜੇ ਤਾਂ ਇਹ ਤਾਂ ਆਪਣੇ ਅੱਖਾਂ ਮੀਚਦੇ ਹੀ ਡਾਊਨ ਸਾਈਜ਼ ਹੋ ਜਾਣਾ, ਅੱਖਾਂ ਮੀਚਦੇ। ਇਹ ਸੱਚ ਹੈ ਗੱਲ, ਕਿਉਂਕਿ ਉਹਨਾਂ ਕੋਲ ਉਹ ਵਿਜ਼ਡਮ ਨਹੀਂ ਉਹਨੂੰ ਸਾਂਭਣ ਦੀ, ਉਹਨੂੰ ਚਲਾਉਣ ਦੀ। ਆਉਣ ਵਾਲੇ 15 ਸਾਲ ਜਿਹੜੇ ਤੁਸੀਂ ਖਿੱਤੇ 'ਚ ਇੱਥੇ ਬੈਠੇ ਹੋ, ਜਿੱਥੇ 8-8 9-9 ਲੱਖ ਦਾ ਇੱਕ ਟਾਊਨ ਹਾਊਸ ਦਿਖ ਰਿਹਾ, ਇੱਥੇ ਜਿਹੜਾ ਹਾਲ ਹੋਣਾ, ਦੁਨੀਆ ਨੇ ਆ ਕੇ ਜੰਮ ਘਟਾ ਕਰਨਾ ਤੇ ਦੁਨੀਆ ਨੇ ਇਸ ਦੇਸ਼ 'ਚ ਆਉਣਾ, ਦੁਨੀਆ ਨੇ ਇਹਨੂੰ ਕਿਵੇਂ ਸਿਰਜਣਾ। ਉਹ ਸਿਰਜਣਗੇ ਕੌਣ? ਜਿਨ੍ਹਾਂ ਕੋਲ ਸਿਰਜਣ ਦੇ ਪੋਟੇ ਹੋਣਗੇ, ਜਿਨ੍ਹਾਂ ਨੂੰ ਕੀ ਪੈਡ ਤੇ ਪੋਟੇ ਮਾਰਨੇ ਆਉਂਦੇ ਹੋਣਗੇ ਵੀ ਹਾਊ ਟੂ ਰਨ ਦ ਗੇਮ। ਜਬਕੜ ਨਾਲ ਕੁਛ ਨਹੀਂ ਬਣਨਾ, ਜਬਕੜ ਨਾਲ ਨਹੀਂ ਗੱਲ ਬੰਦ ਕਰਨਾ। ਜੇ ਸਾਨੂੰ ਸ਼ਬਦ ਦਾ, ਜੇ ਸਾਨੂੰ ਪਰਚੇ ਦਾ, ਜੇ ਸਾਨੂੰ ਪੜ੍ਹਾਈ ਦਾ
ਸਾਨੂੰ ਜੇ ਆਹ ਕੁਛ ਨਾ ਦਿੱਤਾ ਹੁੰਦਾ, ਸਾਡੇ ਤਾਂ ਗੁਰੂਆਂ ਨੇ ਤੁਹਾਨੂੰ ਲਿਪੀ ਵੀ ਆਪਣੀ ਦੇਤੀ ਵੀ ਆਹ ਲੈ ਤੈਨੂੰ ਮੈਂ ਗ੍ਰੰਥ ਲਿਖ ਕੇ ਦਿੰਦਾ, ਤੇ ਗ੍ਰੰਥ ਦੇ ਜਿਹੜੀ ਭਾਸ਼ਾ 'ਚ ਲਿਖਣੀ ਆ ਉਹ ਵੀ ਮੈਂ ਬਣਾ ਕੇ ਦਿੰਦਾ। ਤੇ ਦੁਨੀਆ ਦੇ ਬਰਾਬਰ ਨੂੰ ਲਿਆਓ ਵੀ ਜਿਹਨੇ ਆਪਣੀ ਲਿਪੀ ਬਣਾ ਕੇ ਗ੍ਰੰਥ ਲਿਖਿਆ ਹੋ। ਨੋ ਵਨ। ਵਿਜ਼ਡਮ ਜਿਹੜੀ ਹੈ ਬਿਨਾਂ ਪੜ੍ਹਾਈ ਤੋਂ ਤੁਸੀਂ ਗੱਲ ਨਹੀਂ ਕਰ ਸਕਦੇ। ਜਵਾਕਾਂ ਨੂੰ ਪੜ੍ਹਨ ਤੋਂ ਜ਼ੋਰ ਲਾਓ, ਪੜ੍ਹਨ ਲਈ ਜ਼ੋਰ ਲਾਓ, ਪੜ੍ਹਾਉਣ ਲਈ ਜ਼ੋਰ ਲਾਓ। ਕੁੜੀ ਮੁੰਡੇ ਵਾਲਾ ਭੇਦ ਵਿੱਚੋਂ ਚੱਕੋ, ਨਾ ਮੁੰਡਾ ਨਾ ਕੁੜੀ, ਬੱਚੇ ਆ ਤੁਹਾਡੇ। ਤੇ ਉਹ ਬੱਚੇ ਜਿੰਨਾ ਹਾਈਐਸਟ ਜਾਂਦੇ ਆ 27 ਤਾਂ 28 ਤੱਕ, ਉਹ ਵਿਆਹ ਹੋਏ ਕਰਦੇ ਹੋਏ ਵਿਆਹ ਤੇ ਵਿਆਹ ਤਾਂ ਵਿਆਹ ਹੀ ਹੈ। ਜਦੋਂ ਇਕੱਠੇ ਰਹਿ ਰਹੇ ਨੇ, ਤੁਹਾਡਾ ਦੋਸਤ, ਤੁਹਾਡਾ ਬੇਟਾ ਜਾਂ ਤੁਹਾਡੀ ਬੇਟੀ ਉਹਦੀ ਜ਼ਿੰਦਗੀ ਦਾ ਨਾਲ ਹਿੱਸੇਦਾਰ ਆ। ਵਿਆਹ ਤਾਂ ਇੱਕ ਸੈਰੇਮੋਨੀਅਲ ਹੈ, ਜਿੱਦਣ ਆਪਾਂ $80 ਦੀਆਂ ਪਲੇਟਾਂ 'ਚ ਲੋਕਾਂ ਨੂੰ ਪ੍ਰਸ਼ਾਦਾ ਛਕਾਉਣਾ। ਅਦਰਵਾਈਜ਼ ਉਹ ਰੂਹਾਂ ਇਕੱਠੀਆਂ ਨੇ, ਉਹ ਇਕੱਠਾ ਰਹਿਣਾ ਸਾਡੇ ਵਾਂਗੂ ਇਕੱਠਾ ਰਹਿਣਾ ਨਹੀਂ। ਜਿਹੜਾ ਸਾਡੇ ਗੋਬਰ ਦਿਮਾਗ ਵਾਲਾ ਉਹ ਇਕੱਠਾ ਨਹੀਂ ਹੈ ਇਹਨਾਂ ਦਾ। ਇਹਨਾਂ ਦਾ ਵੈਸੇ ਹੀ ਇਕੱਠੇ ਰਹਿ ਕੇ ਇਹ ਜ਼ਿੰਦਗੀ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਂਦੇ ਆ। ਇਹਨਾਂ ਨੂੰ ਪੜ੍ਹਾਈ ਦਿਓ ਜੇ ਤੁਸੀਂ ਬਚਣਾ। ਜੇ 100 ਸਾਲਾਂ ਦਾ ਇਤਿਹਾਸ ਉਹ ਕਾਮਾਗਾਟਾ ਮਾਰੂ ਤੋਂ ਮੁੜਨ ਵਾਲਿਆਂ ਦਾ, ਜਿਹੜੇ ਬਰਬਾਦ ਹੋਏ ਰਾਮ ਸਿੰਘ ਧਲੇਟੇ ਵਰਗੇ ਸਾਰਾ ਕੁਝ ਛੱਡ ਕੇ ਤੁਰ ਗਏ, ਜੇ ਉਹ ਜੋਤ ਇਸ ਧਰਤ ਤੇ ਰੱਖਣੀ ਹੈ, ਇਹ ਜਵਾਕ ਸਾਡੇ ਪੜ੍ਹਨੇ ਚਾਹੀਦੇ। ਜੇ ਅਸੀਂ ਜਵਾਕ ਨਾ ਪੜ੍ਹਾਏ ਕੱਖ ਨਹੀਂ। ਸਭ ਕੁਝ ਵੀ ਚਾਹੁੰਦਾ ਜੀ। ਕਈ ਵਾਰ ਕੋਈ ਡੀਪ ਇੰਨਾ ਡਿਸਕਸ਼ਨ ਹੁੰਦੀ ਆ, ਮੇਰੇ ਤੋਂ ਸਮਾਂ ਅੱਗੇ ਚਲੇ ਜਾਂਦਾ। ਜਸਵੀਰ ਸਿੰਘ ਜੀ, ਲਾਈਨ ਨੰਬਰ 2। ਧੰਨਵਾਦ ਸਰਦਾਰ ਜੀ। ਐਜੂਕੇਸ਼ਨ ਦੇ ਉੱਤੇ ਨਾ ਸਭ ਤੋਂ ਵੱਡੀ ਚੀਜ਼ ਜਿਹੜੀ ਅਸੀਂ ਮਹਿਸੂਸ ਕਰਦੇ ਹਾਂ ਵੀ ਮੇਰੇ ਕੋਲ ਪੈਸਾ ਹੋਵੇ, ਮੈਂ ਅਮੀਰ ਹੋਵਾਂ, ਮੈਂ ਦੌਲਤਮੰਦ ਹੋਵਾਂ। 3 ਸਟੇਜਾਂ ਨੇ ਸਾਡੇ ਜੀਵਨ ਦੀਆਂ। ਪੈਸੇ ਨਾਲ ਅਸੀਂ ਰੋਜ਼ ਦਾ ਨਿਰਵਾਹ ਕਰਦੇ ਹਾਂ। ਜਦੋਂ ਮਨੁੱਖ ਅਮੀਰ ਹੋ ਜਾਂਦਾ, ਫਿਰ ਉਹ ਆਪਣੀਆਂ ਸੁੱਖ ਸਹੂਲਤਾਂ ਆਪਣੇ ਲਈ ਪੈਦਾ ਕਰਦਾ, ਤੇ ਦੌਲਤਮੰਦ ਜਿਹੜਾ ਮਨੁੱਖ ਬਣਦਾ ਨਾ, ਉਹ ਹੀ ਮਨੁੱਖਤਾ ਦੀ ਕੰਮ ਕਰਦਾ। ਹੁਣ ਇਹਨਾਂ ਨੂੰ ਸਾਨੂੰ ਸਮਝਣ ਵਿੱਚ ਸਮੱਸਿਆ। ਦੌਲਤਮੰਦ ਮਨੁੱਖ ਦੌਲਤ ਨੂੰ ਉਦੋਂ ਸਹੀ ਵਰਤਦਾ ਜਦੋਂ ਉਹਦੇ ਕੋਲ ਗਿਆਨ ਭਰਪੂਰ ਹੁੰਦਾ। ਤੇ ਗਿਆਨ ਲੈਣ ਦੀ ਖਾਤਰ ਸਾਡਾ ਜਿਹੜਾ, ਜਿਹਨੂੰ ਅਸੀਂ ਧਰਾਤਲ ਦੇ ਉੱਤੇ ਜਾਂ ਜਿਹਨੂੰ ਫਾਊਂਡੇਸ਼ਨ ਕਹਿੰਦੇ ਆ, ਉਹ ਬਣਾਉਣੀ ਬਹੁਤ ਜ਼ਰੂਰੀ ਹੈ। ਔਰ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਉਹ ਮਾਂ ਦਾ। ਮਾਂ ਬੱਚੇ ਨੂੰ ਪੋਜ਼ਿਟਿਵ ਗੱਲਾਂ ਦੱਸੇ। ਔਰ ਜਿਹੜੀ ਚੀਜ਼ ਅਸੀਂ ਫੇਸ ਕਰ ਰਹੇ ਹਾਂ ਇਹਨਾਂ ਮੁਲਕਾਂ ਦੇ ਵਿੱਚ, ਉਹਦਾ ਵੱਡਾ ਕਾਰਨ ਹੈ ਕਿ ਅਸੀਂ ਆਪਣੀਆਂ ਮੁੱਢਲੀਆਂ ਲੋੜਾਂ ਪੂਰੀ ਕਰਨ ਦੀ ਖਾਤਰ ਕੋਈ ਵੀ ਕੰਮ ਕੀਤਾ, ਪਰ ਅਸੀਂ ਉਸ ਕੰਮ ਦੀ ਵਡਿਆਈ ਵਿੱਚ ਇੱਥੋਂ ਤੱਕ ਚਲੇ ਜਾਂਦੇ ਹਾਂ ਕਿ ਬੱਚਿਆਂ ਦੀ ਸੀਰਤੀ ਦੇ ਵਿੱਚ, ਉਹਨਾਂ ਦੇ ਬਚਪਨ ਦੇ ਦਿਮਾਗ ਵਿੱਚ ਅਸੀਂ ਉਹਨੂੰ ਬਹੁਤ ਅਹਿਮ ਬਣਾ ਦਿੰਦੇ ਹਾਂ। ਇਸ ਕਰਕੇ ਸਾਡੇ ਬੱਚੇ ਉਸ ਅਹਿਮੀਅਤ ਨੂੰ ਲੈ ਕੇ ਪਲਦੇ ਨੇ, ਵੱਡੇ ਹੁੰਦੇ ਨੇ ਤੇ ਉਹਦੇ 'ਚ ਜੁੜ ਜਾਂਦੇ ਨੇ। ਸਾਡੇ ਲਈ ਜੀਵਨ ਨਿਰਵਾਹ ਦੀ ਜਿਹੜੀ ਅਹਿਮੀਅਤ ਕੰਮ ਹੈ ਉਹ ਨਹੀਂ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਲਈ ਅਹਿਮੀਅਤ ਸਾਡੇ ਬੱਚਿਆਂ ਦੇ ਜਿਹੜੀ ਮੌਲਿਕ ਜਿਹੜੀ ਵਿਦਿਆ, ਮੌਲਿਕ ਜਿਹੜੇ ਅਧਿਕਾਰ ਨੇ, ਮੌਲਿਕ ਜਿਹੜਾ ਗਿਆਨ ਹੈ, ਉਹ ਵੱਡਾ ਅਹਿਮੀਅਤ ਰੱਖਦਾ। ਉਸ ਨੂੰ ਮਾਂ ਨੇ ਦੇਣਾ ਹੁੰਦਾ, ਤੇ ਮਾਂ ਨੂੰ ਬੱਚਿਆਂ ਦੇ ਨਾਲ ਇਹ ਗੱਲ ਬਚਪਨ 'ਚ ਸਾਂਝੀ ਕਰਨੀ ਚਾਹੀਦੀ ਹੈ ਕਿ ਜੀਵਨ ਵਿੱਚ ਤਰੱਕੀ ਤੇ ਦੌਲਤਮੰਦ ਬਣਨ ਦੀ ਖਾਤਰ ਵਿਦਿਆ ਦੀ ਲੋੜ ਹੈ, ਗਿਆਨ ਦੀ ਲੋੜ ਹੈ। ਮੈਂ ਹਮੇਸ਼ਾ ਜਦੋਂ ਵਿਦਿਆ ਦੀ ਗੱਲਬਾਜੀ ਕਰਦਾ, ਮੈਂ ਕਦੇ ਵੀ ਇੰਡੀਆ ਦੇ ਵਿਦਿਆ ਦੀ ਗੱਲ ਨੂੰ ਨਹੀਂ ਕਰਦਾ, ਕਿਉਂਕਿ ਉੱਥੇ ਜਿਹੜੀ ਮੌਲਿਕਤਾ ਜਿਹੜੀ ਹੈ, ਇਨਸਾਨੀਅਤ ਜਿਹੜੀ ਹੈ, ਉਹ ਪੜ੍ਹਾਈ ਦੇ ਵਿੱਚ ਸਿਖਾਈ ਨਹੀਂ ਜਾਂਦੀ। ਇੱਥੋਂ ਦੀ ਵਿਦਿਆ ਦੇ ਵਿੱਚ ਬੱਚੇ ਨੂੰ ਬਚਪਨ 'ਚ ਜਿਹੜੀ ਜੀਵਨ ਦੀ ਸਮਰੱਥਾ ਉੱਚੀ ਚੁੱਕਣ ਦੀ ਜਿਹੜੀ ਗਿਆਨ ਹੈ ਉਹ ਦਿੱਤਾ ਜਾਂਦਾ। ਸੋ ਮੈਂ ਵਿਦਿਆ ਦੀ ਜਦੋਂ ਗੱਲ ਕਰਦਾ, ਇੱਥੋਂ ਦੀ ਕਰਦਾ, ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਜਦੋਂ ਅਸੀਂ ਚੰਗਾ ਨਾਂ ਲੈ ਲਈਏ, ਸਾਡੀ ਬੱਲੇ ਬੱਲੇ ਵੀ ਹੋਣ ਲੱਗ ਜਾਵੇ, ਪਰ ਉਹ ਬਹੁਤੀ ਦੇਰ ਸਥਿਰਤਾ ਨਹੀਂ ਰਹਿੰਦੀ। ਮਹਾਰਾਜ ਇਹ ਗੱਲ ਕਹਿੰਦੇ ਨੇ ਵੀ ਬੰਦਿਆ, ਜਿੰਨੀ ਦੇਰ ਤੂੰ ਕੁਦਰਤੀ ਨਿਯਮਾਂ ਦੇ ਵਿੱਚ ਜੀਵਨ ਜਿਉਣ ਦੀ ਜਾਂਚ ਨੂੰ ਆਪਣੀ ਪ੍ਰਕਿਰਿਆ ਦਾ ਹਿੱਸਾ ਨਹੀਂ ਬਣਾਉਂਦਾ, ਉਨੀ ਦੇਰ ਤੇਰੀ ਬਾਤ ਕਿਸੇ ਨੇ ਨਹੀਂ ਪੁੱਛਣੀ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ। ਆਖਰੀ ਕਾਲਰ, ਲਾਈਨ ਨੰਬਰ 3। ਲਾਈਨ ਨੰਬਰ 3। ਸੋ ਇਹੀ ਮੈਂ ਇਹਦੇ ਤੇ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਕਿ ਜਵਾਕਾਂ ਨੂੰ ਆਪਣਿਆਂ ਨੂੰ ਵਿਦਿਆ ਦਿਓ, ਪੜ੍ਹਾਈ ਦਿਓ। ਉਹ ਜਸਟੀਫਿਕੇਸ਼ਨ ਜ਼ਰੂਰ ਹੈ, ਰੋਟੀ ਕਮਾਉਣ ਦੀ ਨਹੀਂ ਗੱਲ ਹੈ, 70-80 ਹਜ਼ਾਰ ਲੱਖ ਡਾਲਰ ਕਮਾਉਣ ਦੀ ਗੱਲ ਨਹੀਂ ਹੈ। ਉਹਨਾਂ ਨੇ ਕਮਾ ਦੇਣਾ, ਆਪਾਂ ਕਰ ਦੇਣਾ, ਇਹਨਾਂ ਨੂੰ ਭੰਨ ਤੋੜ ਕਰ ਦੇਣੀ ਹੈ। ਪਰ ਹੁਣ ਬਹੁਤ ਵਾਰ ਹੁਣ ਅਸੀਂ ਇਹ ਵੀ ਗੱਲ ਕਹਿਣੀ ਆ, ਪੜ੍ਹੇ ਨਹੀਂ ਜਵਾਕ, ਅਸੀਂ ਕਰੀਏ। ਹੁਣ ਜਿਹੜੇ ਆਪਣੇ ਤਾਂ ਪੜ੍ਹ ਗਏ, ਅਗਲੇ ਜਿਹੜੇ ਹੋਣ ਵਾਲੀ ਪੀੜ੍ਹੀ ਹੈ, ਇਹਨਾਂ ਨੂੰ ਪੜ੍ਹੇ ਤਾਂ ਨਹੀਂ, ਕਿਉਂਕਿ ਅਸੀਂ ਆਉਂਦੇ ਭੱਜ ਨੱਠ 'ਚ ਪਏ ਆ ਤਰੱਕੀ ਦੇ।
ਬਹੁਤਿਆਂ ਨੇ ਪਹਿਲਾਂ ਘਰ ਵਾਲੀਆਂ ਤੋਂ ਕੰਮ ਨਹੀਂ ਕਰਾਇਆ, ਬਹੁਤਿਆਂ ਨੇ ਕਰਾਇਆ। ਪਿਛਲਾ ਕਰਨਾ ਸੀ, ਟੱਬਰ ਲਿਆਉਣਾ ਸੀ, ਇਧਰੋਂ ਇਨਕਮ ਬਣਾਉਣੀ ਸੀ, ਜ਼ਮੀਨ ਪਿੱਛੇ ਖਰੀਦਣੀ ਸੀ। ਹੁਣ ਤਾਂ ਉਹ ਚੀਜ਼ ਚ ਤਾਂ ਆਪਾਂ ਨਿਕਲ ਗਏ। ਬੱਚੇ ਜੇ ਤੁਹਾਡੇ ਪਰ ਪੜ੍ਹਨਗੇ ਤਾਂ ਹੀ ਜੇ ਤੁਸੀਂ ਪੜ੍ਹਾਈ ਦੀ ਉੱਥੇ ਗੱਲ ਕਰੋਗੇ ਜਾ ਕੇ। ਇਉਂ ਵੀ ਨਹੀਂ ਹੈ ਵੀ ਜੇ ਤੁਸੀਂ ਹਲੇ 12ਵੀਂ ਚ 11ਵੀਂ ਚ ਹੋਇਆ ਕਿਵੇਂ ਆ ਫਿਰ ਵਿਆਹ ਵੂ ਦਾ ਕੀ ਕੀਤਾ, ਕੋਈ ਹੈ ਨਰਾ ਟੀ-ਸ਼ਰਟੀ। ਕਈ ਫਾਦਰ ਜਵਾਕ ਨੂੰ ਐਉਂ ਕਹਿੰਦੇ, ਹਲੇ ਉਹ 14-15 ਸਾਲ ਦਾ, ਉਹਦੀਆਂ ਗੱਲਾਂ ਲਾਲ ਹੋ ਜਾਂਦੀਆਂ ਜਵਾਕ ਦੀਆਂ ਕਿ ਕਿਹੜੀ ਡਿਸਕਸ਼ਨ ਕਰਦੇ। ਵੱਧ ਤੋਂ ਵੱਧ ਇਹ ਵਿਆਹ ਕਰਾ ਲਓ ਫਿਰ ਅਸੀਂ ਰਿਟਾਇਰ ਦਿਓ, ਮੈਨੂੰ ਲਿਖ ਕੇ ਤੁਸੀਂ ਵਿਆਹ ਕਰਕੇ ਇਹਨਾਂ ਦਾ ਰਿਟਾਇਰ ਹੋ ਜਾਓ। ਅਸੀਂ ਤਾਂ ਦੂਰੇ ਹੋਣਾ ਜਿੱਦਣ ਵਿਆਹੇ ਗਏ, ਦੋਤੇ ਦੇ ਪੋਤੇ ਜਿੱਦਣ ਪਾਲਣੇ ਆ। ਇਹ ਛੱਡ ਦਿਓ ਗੱਲ, ਇਹਨਾਂ ਨੂੰ ਐਜੂਕੇਸ਼ਨ ਦਈਏ ਆਪਾਂ, ਇਹ ਬਹੁਤ ਜ਼ਰੂਰੀ ਹੈ। ਪੜ੍ਹਾਈ ਜ਼ਰੂਰ ਦਿਓ, ਪੜ੍ਹਾਈ ਜ਼ਰੂਰ ਦਿਓ। ਜਿੰਨਾ ਉਹ ਪੜ੍ਹਦੇ ਆ ਪੜ੍ਹਾਓ, ਉਹਦੀ ਕਾਉਂਸਲਿੰਗ, ਕਿ ਉਹਨੂੰ ਪੜ੍ਹੇ ਲਿਖੇ ਕੋਈ ਨਾ ਕੋਈ ਤੁਹਾਡੇ ਆਲੇ ਦੁਆਲੇ ਹੋਊ ਜਿਹੜਾ ਸੇਧ ਦੇਣ ਵਾਲਾ। ਇਉਂ ਨਹੀਂ ਹੈ ਕਿ ਅਸੀਂ ਜੇ ਸਾਨੂੰ ਨਹੀਂ ਪਤਾ ਦਾ ਕਿਸੇ ਨੂੰ ਵੀ ਨਹੀਂ ਪਤਾ। ਔਰ ਇਹ ਸਾਡੇ ਡਿਸਕਸ਼ਨ ਦਾ, ਜੇ ਮੈਂ ਤੁਹਾਨੂੰ ਕਹਾਂ ਜਿਹੜੀ ਸਥਾਪਿਤ ਧਿਰ ਇੱਥੇ ਸੁਣ ਲਿਓ, ਅਖੀਰ ਚ ਗੱਲ ਕਰਾਂ, ਜਿਹੜੀ ਸਥਾਪਿਤ ਧਿਰ ਕਿਸੇ ਪਾਸੇ ਵੀ, ਧਰਮ ਚ, ਸਮਾਜ ਚ, ਬਿਜ਼ਨਸ ਚ, ਰਾਜਨੀਤੀ ਚ, ਸੋਸ਼ਲ ਸਮਾਜ ਚ, ਜਿਹੜੀਆਂ ਸਥਾਪਤੀ ਧਿਰਾਂ ਦਾ 500-700 ਬੰਦਾ ਉਹ ਨਹੀਂ ਚਾਹੁੰਦਾ ਤੁਹਾਡੇ ਜਵਾਕ ਪੜ੍ਹਨ, ਤੁਸੀਂ ਲਿਖ ਕੇ ਲੈ ਲਓ ਮੇਰੇ, ਉਹਨਾਂ ਨੂੰ ਚੈਲੰਜ ਨਾ ਹੋਵੇ, ਕਿਉਂਕਿ ਉਹਨਾਂ ਨੇ ਉਹ ਪਿਤਾ ਪੁਰਖੀ ਚੀਜ਼ ਦੇ ਕੇ ਜਾਣੀ ਆ। ਰਾਜਨੀਤੀ ਉਹਨਾਂ ਨੇ ਇੱਥੇ ਸ਼ੁਰੂ ਹੋਣਾ ਹੈ ਕੰਮ ਵੀ ਨਹੀਂ ਹੁਣ ਮੈਂ ਮੇਰੇ ਬਾਅਦ ਜਵਾਕ, ਅੱਛਾ ਆਹ ਮੇਰੀ ਸੰਸਥਾ ਜਿਹੜੀ ਤੁਸੀਂ ਤੁਹਾਡੇ ਦਸਤਖਤਾਂ ਤੋਂ ਬਣਾਈ, ਇਹਦੇ ਤੋਂ ਬਾਅਦ ਮੇਰੇ ਜਵਾਕ। ਪ੍ਰਾਈਵੇਟ ਗੁਰਦੁਆਰੇ ਤਾਂ ਚਲੋ ਹੈ ਹੀ ਤੁਹਾਡੇ ਨੇ ਆਪਣੇ, ਬਾਕੀ ਸਾਰਾ ਹੀ, ਕਿਉਂਕਿ ਉਹ ਕਹਿੰਦੇ ਵੀ ਜੇ ਪੜ੍ਹਨਗੇ ਇਹ ਸਾਨੂੰ ਸਵਾਲ ਕਰਨਗੇ। ਇਹਦੇ ਲਈ ਤੁਸੀਂ ਉਧਰ ਨੂੰ ਨਾ ਝਾਕੋ, ਤੁਸੀਂ ਆਪਣੇ ਜਵਾਕਾਂ ਨੂੰ ਤਿਆਰ ਕਰੋ।